ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਹੁਣ ਤੱਕ ਤੁਸੀਂ ਸੁਣੀ ਵਿਰਾਸਤ ਦੀ ਗੱਲ ਤੇ ਗੱਲ ਕਰਦੇ ਹਾਂ ਸਿਆਸਤ ਦੀ। ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਾਧ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ ਤੇ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪਾਂਸਰ ਨੇ ਬਾਈ ਜੀ ਸੁਖੀ ਘੁੰਮਣ ਹੋਰੀ। ਤੇ ਤੁਸੀਂ ਵੀ ਆਪਣਾ ਕੋਈ ਵਪਾਰ ਕਾਰੋਬਾਰ ਦੀ ਐਡਵਰਟਾਈਜ਼ ਕਰਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਾਂ ਸਾਡੇ ਚੈਨਲ ਨੂੰ ਤੁਸੀਂ ਜੇ ਪ੍ਰੋਗਰਾਮ ਪਸੰਦ ਕਰਦੇ ਹੋ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ। ਟਿਵਾਣਾ ਰੇਡੀਓ ਦੇ YouTube ਪੇਜ 'ਤੇ ਜਾ ਕੇ ਤੁਸੀਂ ਉਸ ਸਾਡੇ ਲਿੰਕ ਨੂੰ ਵੀ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅੱਗੇ ਇਹ ਗੁਜ਼ਾਰਿਸ਼ ਹੈ। ਅਤੇ ਲਓ ਫਿਰ ਦੇਰੀ ਨਾ ਕਰੀਏ ਅਤੇ ਜੁੜਦੇ ਹਾਂ ਸਾਧ ਸੁਰਿੰਦਰ ਸਿੰਘ ਹੋਰਾਂ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ। ਚਰਚਾਵਾਂ ਇਹ ਨੇ ਕਿ ਕੁਛ ਅਧਿਕਾਰੀ ਜਿਹੜੇ ਹੈਗੇ ਨੇ ਜਿਉਂਦੇ ਬੰਦਿਆਂ ਨੂੰ ਵੀ ਮਾਰੀ ਜਾਂਦੇ ਨੇ ਕਾਗਜ਼ਾਂ ਪੱਤਰਾਂ 'ਚ। ਕੀ ਮਾਮਲਾ ਹੈ ਸੁਰਿੰਦਰ ਸਿੰਘ ਜੀ? ਸਵਾਗਤ। ਡੈਥ ਸਰਟੀਫਿਕੇਟ ਬਣਾ ਕੇ, ਮਤਲਬ ਜਿਉਂਦੇ ਬੰਦਿਆਂ ਦੇ ਡੈਥ ਸਰਟੀਫਿਕੇਟ ਬਣਾ ਦੇਣੇ ਤੇ ਉਹਨਾਂ ਦੇ ਜਿਹੜੇ ਅਗਲੇ ਵਾਰਸ ਸੀ ਉਹਨਾਂ ਨੂੰ ਸਰਕਾਰੀ ਨੌਕਰੀ ਦਵਾ ਦੇਣੀ। ਉਹਦੇ ਚ ਟਵਾਣਾ ਸਾਹਿਬ SMO ਤੇ ਸਿਵਲ ਸਰਜਨ 6 ਵਿਅਕਤੀ ਜਿਹੜੇ ਉਹ ਸਸਪੈਂਡ ਕੀਤੇ ਗਏ ਨੇ ਤਰਨਤਾਰਨ ਜ਼ਿਲ੍ਹੇ ਦੇ। ਉਹਦੇ ਨਾਲ ਹੀ ਟਵਾਣਾ ਸਾਹਿਬ ਅਗਲੀ ਗੱਲ ਆ ਕਿ 2016 ਦਾ ਮਲੇਰਕੋਟਲੇ ਕੁਰਾਨ ਸ਼ਰੀਫ ਦੀ ਬੇਅਦਬੀ 'ਚ ਜੇ 2 ਦੋਸ਼ੀਆਂ ਨੂੰ ਸਜ਼ਾ ਹੋਈ ਆ ਤੇ ਉਹਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ MLA ਨਰੇਸ਼ ਯਾਦਵ ਜਿਹੜੇ ਨੇ ਉਹਨਾਂ ਨੂੰ ਬਰੀ ਕੀਤਾ ਗਿਆ ਉਸ ਕੇਸ ਦੇ ਵਿੱਚੋਂ। ਇਹਦੇ ਨਾਲ ਹੀ ਟਵਾਣਾ ਸਾਹਿਬ ਅਗਲੀ ਗੱਲ ਆ, ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਹੈ ਆਨੰਦਪੁਰ ਸਾਹਿਬ ਦੇ ਵਿੱਚ 28 ਮਾਰਚ ਨੂੰ ਇੱਕ ਜਿਹੜੀ ਆ ਉਹ ਕਾਨਫਰੰਸ ਰੱਖੀ ਗਈ ਆ। ਪਿਛਲੇ 5 ਮਹੀਨਿਆਂ ਤੋਂ ਉੱਥੇ ਟੋਲ ਪਲਾਜ਼ੇ ਆਨੰਦਪੁਰ ਸਾਹਿਬ ਵਾਲੇ ਤੇ ਜਿਹੜਾ ਧਰਨਾ ਚੱਲ ਰਿਹਾ, ਉੱਥੇ ਲੋਕਲ ਜਿਹੜੀ ਯੂਨੀਅਨ ਆ ਉਹਨਾਂ ਦਾ ਤੇ ਟਵਾਣਾ ਸਾਹਿਬ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਕਿ 28 ਮਾਰਚ ਨੂੰ ਉੱਥੇ ਇੱਕ ਵੱਡੀ ਕਾਨਫਰੰਸ ਹੋਣੀ ਆ ਜਿਹਦੇ ਚ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਸੀਨੀਅਰ ਆਗੂ ਆ ਉਹ ਉਹਨਾਂ ਨੇ ਪਹੁੰਚਣਾ ਜੀ। ਇਹਦੇ ਨਾਲ ਹੀ ਟਵਾਣਾ ਸਾਹਿਬ ਜਿਹੜੀ ਅਗਲੀ ਗੱਲ ਆ ਉਹ ਆ ਕਿ ਜਿਹੜੀ ਸਵੇਰੇ ਰਹਿ ਗਈ ਸੀਗੀ ਉਹ ਸੀਗੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਸੀਗੀ ਉਹ ਚੱਲ ਰਹੀ ਸੀਗੀ ਕਿ UNO ਦੇ ਨਾਲ ਸੰਬੰਧਿਤ ਸੀ। ਟਵਾਣਾ ਸਾਹਿਬ UNO ਦੇ ਵਿੱਚ ਡਾਕਟਰ ਦਰਸ਼ਨਪਾਲ ਨੇ ਜਿਹੜੀ ਆ ਉਹ ਜਿਸ ਤਰੀਕੇ ਦੇ ਨਾਲ ਮੁੱਦਾ ਚੁੱਕਿਆ ਉਹ ਇੱਕ ਖਬਰ ਜਿਹੜੀ ਸੀ ਉਹ ਉਹਦੇ ਨਾਲ ਸੰਬੰਧਿਤ ਸੀਗੀ। ਤੇ ਇਹਦੇ ਨਾਲ ਹੀ ਟਵਾਣਾ ਸਾਹਿਬ ਇੱਕ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਅਪੀਲ ਕੀਤੀ ਆ ਸਾਰੇ ਸਿੱਖਾਂ ਨੂੰ ਜਿਹੜੇ ਇੰਗਲੈਂਡ ਦੇ ਵਿੱਚ ਵਸਦੇ ਨੇ। ਇੰਗਲੈਂਡ ਦੇ ਵਿੱਚ ਜਿਹੜੀ 21 ਮਾਰਚ ਨੂੰ ਸੈਂਸਸ ਹੋਣ ਜਾ ਰਿਹਾ ਜਿਹਦੇ ਵਿੱਚ ਕਿ ਸਿੱਖ ਜਿਹੜੇ ਆ ਉਹ ਪਹਿਲਾਂ ਇੱਕ ਧਰਮ ਦੇ ਤੌਰ ਤੇ ਤਾਂ ਸਿੱਖਾਂ ਨੂੰ ਮਾਨਤਾ ਮਿਲੀ ਹੋਈ ਸੀਗੀ ਇੰਗਲੈਂਡ 'ਚ, ਪਰ ਉਹਨਾਂ ਨੂੰ ਜਾਤ ਦੇ ਤੌਰ ਤੇ ਨਸਲ ਦੇ ਤੌਰ ਤੇ ਨਹੀਂ ਸੀ। ਉਹਦੇ ਲਈ ਇੱਕ ਆਨਲਾਈਨ ਤੋਂ ਆਫਲਾਈਨ ਜਿਹੜੀ ਆ ਉਹ ਪ੍ਰਕਿਰਿਆ ਸ਼ੁਰੂ ਹੋਈ 21 ਮਾਰਚ ਤੋਂ। ਉਹਦੇ ਲਈ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਾਰੇ ਸਿੱਖਾਂ ਨੂੰ ਬੇਨਤੀ ਕੀਤੀ ਆ ਇੱਕ ਉਹਨੂੰ ਲਵਾਂਗੇ ਤੇ ਉਹਦੇ ਨਾਲ ਟਵਾਣਾ ਸਾਹਿਬ ਇਹਦੇ ਇਹ ਵੀ ਲਵਾਂਗੇ ਕਿ ਜਿਹੜਾ ਪੰਜਾਬ ਦੇ 12 MLA ਪੰਜਾਬ ਦੇ 9 MLA ਜਿਹੜੇ ਨੇ ਉਹਨਾਂ ਦੇ ਉੱਪਰ ਚੰਡੀਗੜ੍ਹ ਦੇ 3 ਸੈਕਟਰ ਦੇ ਥਾਣੇ ਦੇ ਵਿੱਚ ਜਿਹੜੀ FIR ਆ ਉਹ ਅੱਜ ਦਰਜ ਹੋ ਗਈ ਆ। ਹਰਿਆਣਾ ਸਰਕਾਰ ਵੱਲੋਂ ਕਰਵਾਈ ਗਈ ਹੈ। ਯਾਨੀ ਕਿ ਕਹਿ ਦੋ ਕਿ ਹਰਿਆਣਾ ਦਾ ਜਿਹੜਾ ਵਿਧਾਨ ਸਭਾ ਦਾ ਸਪੀਕਰ ਸੀ ਉਹਨੇ ਹਰਿਆਣਾ ਦੇ ਹੋਮ ਡਿਪਾਰਟਮੈਂਟ ਨੂੰ ਤੇ DGP ਨੂੰ ਕਿਹਾ ਸੀ, ਉਹਨਾਂ ਨੇ ਜਿਹੜਾ ਪੰਜਾਬ ਦੇ 9 MLA ਜਿਹੜੇ ਕਿ ਹਰਿਆਣੇ ਦੇ ਮੁੱਖ ਮੰਤਰੀ ਦਾ ਵਿਧਾਨ ਸਭਾ ਕੰਪਲੈਕਸ 'ਚ ਘਿਰਾਓ ਕਰਨ ਗਏ ਸੀ ਉਹਨਾਂ ਦੇ ਅਗੇਂਸਟ ਜਿਹੜੀ ਆ FIR ਜਿਹੜੀ ਆ ਉਹ ਦਰਜ ਕੀਤੀ ਗਈ ਆ। ਜੀ ਜੀ ਹਾਂਜੀ, ਹੁਣ ਟਵਾਣਾ ਕਰੋ ਘੇਰਾ ਫਿਰ ਸ਼ੁਰੂਆਤ। 20 ਮਿੰਟ ਆਪਾਂ ਕਾਲ ਨਹੀਂ ਲਵਾਂਗੇ ਤੇ ਇਸ ਦੌਰਾਨ ਕੋਸ਼ਿਸ਼ ਕਰੋ ਕਿ ਆਪਾਂ ਜਿਹੜਾ ਜਿੰਨੀਆਂ ਖਬਰਾਂ ਨਿਬੇੜ ਸਕੀਏ, ਫਿਰ ਉਸ ਤੋਂ ਬਾਅਦ ਕਾਲ ਦੇ ਨਾਲ ਕੰਟੀਨਿਊ ਪਿਛਲੀਆਂ ਖਬਰਾਂ ਲੈਂਦੇ ਜਾਵਾਂਗੇ ਜੀ। ਹਾਂ ਟਵਾਣਾ ਸਾਹਿਬ ਸਭ ਤੋਂ ਪਹਿਲੀ ਲੈ ਲੈਂਦੇ ਆ ਕਿ ਦੇਖੋ ਸੰਯੁਕਤ ਕਿਸਾਨ ਮੋਰਚੇ ਨੂੰ ਸੱਦਾ ਪੱਤਰ ਦਿੱਤਾ ਗਿਆ। ਇੱਕ ਲੋਕਲ ਯੂਨੀਅਨ ਆ ਜਿਹੜੀ ਕਿ ਪਿਛਲੇ 5 ਮਹੀਨੇ ਤੋਂ ਇੱਕ ਨੋਕੀਆ ਜਿਹੜਾ ਨੱਕੀਆ ਟੋਲ ਪਲਾਜ਼ਾ ਹੈ ਆਨੰਦਪੁਰ ਸਾਹਿਬ, ਹਾਂਜੀ ਉੱਥੇ ਧਰਨਾ ਚੱਲ ਰਿਹਾ ਪਿਛਲੇ 5 ਮਹੀਨੇ ਤੋਂ। ਟਵਾਣਾ ਸਾਹਿਬ ਉੱਥੇ ਸ਼ਮਸ਼ੇਰ ਸਿੰਘ ਸ਼ੇਰਾ ਤੇ ਜਸਪਾਲ ਸਿੰਘ ਨੇ ਉਸ ਯੂਨੀਅਨ ਦੇ 2 ਆਗੂ। ਟਵਾਣਾ ਸਾਹਿਬ ਜਿਹੜੀ ਕਿਸਾਨ ਮਜ਼ਦੂਰ ਏਕਤਾ ਉੱਥੇ ਪਾਰਟੀ ਬਣੀ ਹੋਈ ਆ ਉਹਨਾਂ ਵੱਲੋਂ ਉੱਥੇ ਟੋਲ ਪਲਾਜ਼ਾ ਜਿਹੜਾ ਉਹਦੇ ਉੱਤੇ ਧਰਨਾ ਦਿੱਤਾ ਜਾ ਰਿਹਾ। ਉਹਨਾਂ ਨੇ ਟਵਾਣਾ ਸਾਹਿਬ 28 ਮਾਰਚ ਨੂੰ ਇੱਕ ਕਾਨਫਰੰਸ ਰੱਖਤੀ ਆ ਮਾਤਾ ਨਾਨਕੀ ਚੈਰੀਟੇਬਲ ਹਸਪਤਾਲ ਦੇ ਸਾਹਮਣੇ।
ਉੱਥੇ ਜੀ। ਉਹ ਇੱਕ ਵੱਡੀ, ਕਿਉਂਕਿ ਇਹਨਾਂ ਦਿਨਾਂ 'ਚ ਹੋਲਾ ਮਹੱਲਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹਨਾਂ ਦਿਨਾਂ 'ਚ ਹੀ ਆ ਰਿਹਾ, ਹੂੰ। ਮੇਰਾ ਖਿਆਲ 27, 28 ਤੇ 29 ਦਾ। ਇਸ ਜੀ। ਕਰਕੇ 28 ਨੂੰ ਉਹਨਾਂ ਨੇ ਇੱਕ ਵੱਡੀ ਕਾਨਫਰੰਸ ਰੱਖ ਦਿੱਤੀ ਆ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਿਰੁੱਧ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ ਵਿੱਚ। ਤੇ ਉਹਦੇ ਹੂੰ। ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਨੇ 3 ਆਗੂ ਜਿਹੜੇ ਮੇਨ ਨੇ ਉਹਨਾਂ ਨੇ ਤਾਂ ਹਾਮੀ ਭਰ ਦਿੱਤੀ ਇਹਦੇ 'ਚ ਆਉਣ ਲਈ। ਉਹਨਾਂ 'ਚ ਉੱਤਰ ਪ੍ਰਦੇਸ਼ ਤੋਂ ਰਾਕੇਸ਼ ਟਕੈਤ ਤੇ ਪੰਜਾਬ ਤੋਂ ਬਲਵੀਰ ਸਿੰਘ ਰਾਜੇਵਾਲ ਤੇ ਦੂਸਰੇ ਹੈਗੇ ਆ ਜਿਹੜੇ ਕੀ ਕਹਿੰਦੇ ਆਪਣੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਅੱਛਾ। ਜਗਜੀਤ ਸਿੰਘ ਡੱਲੇਵਾਲ। ਇਹਨਾਂ ਦੋਨਾਂ ਨੇ ਉਹਦੇ 'ਚ ਹਾਮੀ ਭਰ ਦਿੱਤੀ ਆ ਉਹਦੇ ਉਸ ਕਾਨਫਰੰਸ 'ਚ ਆਉਣ ਦੀ। ਮਤਲਬ ਇਹ ਆ ਕਿ ਕੁੱਲ ਮਿਲਾ ਕੇ ਇਹ ਸਮਝੋ ਕਿ ਹੋਲੇ ਮਹੱਲੇ ਦੇ ਉੱਤੇ ਕਿਸਾਨਾਂ ਦੀ ਇੱਕ ਵੱਡੀ ਜਿਹੜੀ ਕਾਨਫਰੰਸ ਉਹ ਹੋਣ ਜਾ ਰਹੀ ਹੈ। ਜੀ। ਦੂਸਰੀ ਟਵਾਣਾ ਸਾਹਿਬ 2016 ਦੇ ਵਿੱਚ ਇੱਕ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਸਲਾ ਜਿਹੜਾ ਬਹੁਤ ਉੱਭਰਿਆ ਸੀ, ਜਿੱਥੋਂ ਕਿ ਸੰਗਰੂਰ ਪੁਲਿਸ ਜਾ ਕੇ ਦਿੱਲੀ ਤੋਂ ਦਿੱਲੀ ਆਮ ਆਦਮੀ ਪਾਰਟੀ ਦੇ ਐਮਐਲਏ ਨਰੇਸ਼ ਯਾਦਵ ਨੂੰ ਗ੍ਰਿਫਤਾਰ ਕਰਕੇ ਲਿਆਏ ਸੀ। ਉਹਨਾਂ ਦੇ ਨਾਲ ਇੱਕ ਨੰਦ ਕਿਸ਼ੋਰ ਗੋਲਡੀ ਵੀ ਸੀ। ਟਵਾਣਾ ਸਾਹਿਬ ਅੱਜ ਤਕਰੀਬਨ 5 ਸਾਲ ਦੇ ਲਗਭਗ ਬਾਅਦ ਉਸ ਦਾ ਫੈਸਲਾ ਆਇਆ ਤੇ ਉਸ ਫੈਸਲੇ 'ਚ ਨਰੇਸ਼ ਯਾਦਵ ਤੇ ਨੰਦ ਕਿਸ਼ੋਰ ਗੋਲਡੀ ਨੂੰ ਤਾਂ ਬਰੀ ਕਰ ਦਿੱਤਾ ਗਿਆ, ਪਰ ਇਸ ਮਸਲੇ ਦੇ ਵਿੱਚ ਵਿਜੇ ਕੁਮਾਰ ਤੇ ਗੌਰਵ ਖਜੂਰੀ ਜਿਹੜੇ ਸੀਗੇ ਉਹਨਾਂ ਦੋਨਾਂ ਨੂੰ ਹੀ 2-2 ਸਾਲ ਕੈਦ ਤੇ 11,000 ਰੁਪਏ ਜਿਹੜਾ ਉਹ ਜੁਰਮਾਨਾ ਜਿਹੜਾ ਉਹ ਸੁਣਾਇਆ ਗਿਆ। ਯਾਨੀ ਕਿ ਆਮ ਆਦਮੀ ਪਾਰਟੀ ਹੁਣ ਇਹ ਕਹਿਣ ਲਈ ਇਸ ਵਕਤ ਇਹ ਕਹਿ ਰਹੀ ਹੈ ਕਿ ਦੇਖੋ ਜੀ ਸਾਨੂੰ ਤਾਂ ਜਾਣ ਬੁੱਝ ਕੇ ਫਸਾਇਆ ਗਿਆ ਸੀ। ਉਸ ਵੇਲੇ ਜਿਹੜਾ ਚੋਣ ਸਟੰਟ ਸੀ ਉਹਦੇ ਬਦੌਲਤ ਸਾਡੇ ਦਿੱਲੀ ਦੇ ਐਮਐਲਏ ਦੇ ਉੱਤੇ ਜਿਹੜਾ ਉਹ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਸੀ। ਇਹਦੇ ਨਾਲ ਹੀ ਟਵਾਣਾ ਸਾਹਿਬ ਇੱਕ ਖਬਰ ਲੈ ਲਈਏ, ਉਹ ਇਹ ਆ ਕਿ ਕੱਲ ਬੁੱਧਵਾਰ 12 ਮਾਰਚ ਨੂੰ ਦੁਪਹਿਰ ਨੂੰ ਖਾਣੇ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਹਾੜਾਂ ਤੋਂ ਉਤਰ ਕੇ ਆਏ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਦੇ ਦਿੱਤਾ। ਯਾਨੀ ਕਿ ਕੱਲ ਦੁਪਹਿਰ ਦਾ ਖਾਣਾ ਜਿਹੜਾ ਨਵਜੋਤ ਸਿੱਧੂ ਦਾ ਜਿਹੜਾ ਉਹ ਸਿਸਵਾ ਜਿਹੜਾ ਮਹਿਲ ਆ ਪਹਾੜੀਆਂ ਦੇ ਵਿੱਚ ਜਿਹੜਾ ਬਣਿਆ ਹੋਇਆ ਝੀਲ ਦੇ ਨੇੜੇ, ਉਹਦੇ ਤੇ ਦੁਪਹਿਰ ਦਾ ਖਾਣਾ ਜਿਹੜਾ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਮਹਿਮਾਨ ਦੇ ਤੌਰ ਤੇ ਜਿਹੜਾ ਉਹ ਖਾਣਗੇ। ਦੇਖਣਾ ਤੇ ਇਹ ਆ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਵਾਗਡੋਰ ਦਿੰਦੇ ਆ ਜਾਂ ਉਹਨੂੰ ਮਿਨਿਸਟਰੀ ਕੱਲੀ ਦੇ ਕੇ ਨਵਾਜਦੇ ਆ ਕਿ ਜਾਂ ਉਹਨੂੰ ਇਲੈਕਸ਼ਨ ਪ੍ਰਚਾਰ ਤੱਕ ਹੀ ਸੀਮਿਤ ਰੱਖਦੇ ਆ। ਇਹ ਟਵਾਣਾ ਸਾਹਿਬ ਆਉਣ ਵਾਲੇ ਦਿਨਾਂ 'ਚ ਜਿਹੜਾ ਉਹ ਸਾਰਾ ਕੁਝ ਸਾਹਮਣੇ ਆ ਜਾਏਗਾ। ਹੁਣ ਟਵਾਣਾ ਸਾਹਿਬ ਜਿਹੜੀ ਮੇਨ ਖਬਰ ਆ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਉਹਦੇ ਵੱਲ ਆ ਜਾਈਏ ਕਿ ਤਰਨਤਾਰਨ ਜ਼ਿਲ੍ਹਾ ਟਵਾਣਾ ਸਾਹਿਬ ਉੱਥੇ ਦੇਖੋ ਹਾਲਾਤ ਕੀ ਬਣੀ ਆ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉੱਥੇ ਐਸਐਮਓ ਨਾਲ ਹੀ ਉੱਥੇ ਸਿਵਲ ਸਰਜਨ ਵੀ। ਦੇਖੋ ਹਾਲਾਤਾਂ ਕੀ ਬਣਦੀਆਂ ਨੇ ਟਵਾਣਾ ਸਾਹਿਬ। ਹੁਣ ਤੱਕ ਮੀਆਂਵਿੰਡ ਏਰੀਏ ਦੇ ਵਿੱਚ ਟਵਾਣਾ ਸਾਹਿਬ ਉਹ 6 ਲੋਕਾਂ ਨੂੰ ਨੌਕਰੀ ਦਿਵਾ ਚੁੱਕੇ ਨੇ ਜਾਲੀ ਸਰਟੀਫਿਕੇਟ ਬਣਾ ਕੇ। ਮਤਲਬ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦਾ ਦੂਸਰਾ ਡੈਥ ਸਰਟੀਫਿਕੇਟ ਸ਼ੋ ਕਰਕੇ ਕਿ ਉਹਨਾਂ ਦੀ ਨੌਕਰੀ ਦੇ ਦੌਰਾਨ ਮੌਤ ਹੋ ਗਈ ਆ ਤੇ ਮੌਤ ਦੇ ਏਵਜ ਦੇ ਵਿੱਚ ਉਹਨਾਂ ਦੇ ਪਰਿਵਾਰ ਜਿਹੜਾ ਵਾ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ। ਟਵਾਣਾ ਸਾਹਿਬ ਬੰਦਾ ਜਿਉਂਦਾ ਸੀ ਪਰ ਉਹਦਾ ਡੈਥ ਸਰਟੀਫਿਕੇਟ ਸ਼ੋ ਕਰਕੇ ਅੱਗੇ ਜਿਹੜੇ ਉਹਨਾਂ ਦੇ ਵਾਰਸ ਸੀ ਉਹਨਾਂ ਨੂੰ ਨੌਕਰੀ ਦਿਵਾ ਦਿੰਦੇ ਸੀ ਤੇ ਨਾਲ ਹੀ ਉਹਨਾਂ ਨੂੰ ਜਿਹੜਾ ਸਰਕਾਰ ਤੋਂ ਮੁਆਵਜ਼ਾ ਮਿਲਣਾ ਸੀ ਉਹ ਵੀ ਦਿਵਾ ਦਿੰਦੇ ਸੀ। ਹੁਣ ਟਵਾਣਾ ਸਾਹਿਬ ਉਹਦੇ ਵਿੱਚ ਹਾਲਾਤ ਕੀ ਬਣੀ ਆ ਕਿ ਦੇਖੋ ਉੱਥੇ ਜਿਹੜਾ ਐਸਐਮਓ ਸੀ ਡਾਕਟਰ ਨਵੀਨ ਖੁੰਗਰ, ਉਹਨੂੰ ਸਿਵਲ ਸਰਜਨ ਦਫ਼ਤਰ ਦੇ ਸੀਨੀਅਰ ਸਹਾਇਕ ਹਰਵਿੰਦਰ ਸਿੰਘ, ਸੀਨੀਅਰ ਸਹਾਇਕ ਅਰਵਿੰਦਰਪਾਲ ਸਿੰਘ, ਸੁਪਰਡੈਂਟ ਦਲਜੀਤ ਸਿੰਘ ਤੇ ਸੀਨੀਅਰ ਸਹਾਇਕ ਜਸਵਿੰਦਰ ਸਿੰਘ ਤੇ ਸੇਵਾ ਮੁਕਤ ਸਿਵਲ ਸਰਜਨ ਡਾਕਟਰ ਅਨੂਪ ਕੁਮਾਰ ਵਿਰੁੱਧ ਵੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਆ। ਮਤਲਬ ਜਿਹੜਾ ਸੇਵਾ ਮੁਕਤ ਸਿਵਲ ਸਰਜਨ ਆ ਉਹਦੇ ਵਿਰੁੱਧ ਤਾਂ ਕਾਰਵਾਈ ਦੇ ਆਦੇਸ਼ ਦਿੱਤੇ ਗਏ, ਜਿਹੜੇ ਬਾਕੀ ਇਹਨਾਂ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਹਦੇ ਨਾਲ ਹੀ ਇਹਨਾਂ ਤੇ ਜਿਹੜਾ ਕ੍ਰਿਮੀਨਲ ਕੇਸ ਦਾ ਉਹ ਵੀ ਦਰਜ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ। ਤੇ ਜਿਹੜੇ 6 ਲੋਕਾਂ ਨੂੰ ਇਹਨਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਦਿੱਤੇ ਸੀਗੇ ਉਹਦੇ ਉੱਤੇ ਜਿਹੜੇ ਨੌਕਰੀ ਲੱਗੇ ਸੀ ਉਹ ਸਾਰੇ ਦੇ ਸਾਰਿਆਂ ਨੂੰ ਉਹਨਾਂ ਨੂੰ ਵੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਗਿਆ ਸੀ ਉਹ ਮੁਆਵਜ਼ਾ ਵੀ ਵਾਪਸ ਲੈਣ ਦੇ ਆਦੇਸ਼ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ ਆ। ਹੁਣ ਟਵਾਣਾ ਸਾਹਿਬ ਹਾਲਾਤਾਂ ਦੇਖੋ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਕਿੱਥੋਂ ਤੱਕ ਆ। ਦੇਖੋ ਐਸਐਮਓ ਤੇ ਸਿਵਲ ਸਰਜਨ ਟਵਾਣਾ ਸਾਹਿਬ ਕੀ ਛੋਟੀ ਪੋਸਟ ਹੋਇਆ ਕਰਦੀ ਹੈ।
ਮਤਲਬ ਉੱਥੇ ਦੇਖੋ ਘਪਲੇ ਕੀ ਚੱਲ ਰਿਹਾ ਕਿ ਜਿਹੜਾ ਸਰਕਾਰੀ ਨੌਕਰੀ ਕਰਨ ਵਾਲਾ ਮੁਲਾਜ਼ਮ ਉਹ ਜਿਉਂਦਾ ਹੈ ਤੇ ਉਹਨੂੰ ਮਰਿਆ ਹੋਇਆ ਸ਼ੋਅ ਕਰਕੇ ਉਹਦਾ ਡੈਥ ਸਰਟੀਫਿਕੇਟ ਬਣਾ ਕੇ ਉਹਦੇ ਉੱਤੇ ਲੋਕਾਂ ਨੂੰ ਨੌਕਰੀਆਂ ਦੇ ਦਵਾ ਦਿੱਤੀਆਂ ਜਾਣੀਆਂ ਤੇ ਸਰਕਾਰਾਂ ਤੋਂ ਵੱਡੇ ਜਿਹੜੇ ਆ ਉਹ ਮੁਨਾਫੇ ਜਿਹੜੇ ਆ ਉਹ ਲੈ ਕੇ ਦੇ ਦੇਣੇ। ਟਵਾਣਾ ਸਾਹਿਬ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੁੰਦੇ ਆ ਆਉਣ ਵਾਲੇ ਸਮੇਂ ਤੇ ਕਿ ਕਿੱਧਰ ਨੂੰ ਸਰਕਾਰ ਜਾ ਰਹੀ ਆ, ਸਰਕਾਰ ਦੀ ਬਿਊਰੋਕ੍ਰੇਸੀ ਕਿੱਥੇ ਜਾ ਰਹੀ ਆ। ਟਵਾਣਾ ਸਾਹਿਬ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਉਹਦੇ ਤੇ ਸਰਕਾਰ ਜਿਹੜੀ ਆ ਪਹਿਲਾਂ 4 ਸਾਲ ਚੁੱਪ ਰਹੀ, ਲੇਕਿਨ ਜਦੋਂ ਇਹ ਸਿਰ ਤੋਂ ਪਾਣੀ ਲੰਘ ਗਿਆ ਤਾਂ ਅਖੀਰ ਆ ਕੇ ਜਿਹੜੇ 4-5 ਵਿਅਕਤੀ ਸੀ ਉਹਨਾਂ ਨੂੰ ਟਵਾਣਾ ਸਾਹਿਬ ਹੁਣ ਜਿਹੜਾ ਉਹ ਛਿੱਕੇ ਤੇ ਟੰਗ ਦਿੱਤਾ। ਹੁਣ ਟਵਾਣਾ ਸਾਹਿਬ ਗੱਲ ਤਾਂ ਸੋਚਣ ਵਾਲੀ ਹੈ ਕਿ ਸਰਕਾਰਾਂ ਪਹਿਲਾਂ ਕਿੱਥੇ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ। ਟਵਾਣਾ ਸਾਹਿਬ ਇਹਦੇ ਨਾਲ ਹੀ 2 ਛੋਟੀਆਂ ਜਿਹੜੀਆਂ ਹੋਰ ਖਬਰਾਂ ਲੈ ਲਈਏ ਤੇ ਫਿਰ ਆਪਾਂ ਕਿਸਾਨੀ ਅੰਦੋਲਨ ਵੱਲ ਨੂੰ ਤੇ ਬਾਕੀ ਪੋਲਿਟਿਕਸ ਵੱਲ ਨੂੰ ਆਵਾਂਗੇ। ਟਵਾਣਾ ਸਾਹਿਬ 21 ਮਾਰਚ ਨੂੰ ਆਪਣੇ ਇੰਗਲੈਂਡ ਸਾਰੇ ਦੇ ਵਿੱਚ ਜਿਹੜਾ ਉਹ ਸੈਂਸਸ ਹੋਣ ਜਾ ਰਿਹਾ। 2020 ਚ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਨੇ ਇਹਦੀ ਮੰਗ ਕੀਤੀ ਸੀ ਕਿ ਦੇਖੋ ਜੀ ਵੀ ਸਿੱਖਾਂ ਨੂੰ ਇੱਕ ਅਲੱਗ ਧਰਮ ਦੇ ਤੌਰ ਤੇ ਇੰਗਲੈਂਡ 'ਚ ਮਾਨਤਾ ਦਿੱਤੀ ਹੋਈ ਆ, ਪਰ ਇਹਨਾਂ ਨੂੰ ਜਾਤੀ ਤੇ ਨਸਲ ਦੇ ਤੌਰ ਦੇ ਉੱਤੇ ਜਿਹੜੀ ਉਹ ਮਾਨਤਾ ਨਹੀਂ ਹੈ। ਇਸ ਕਰਕੇ ਇੱਕ ਆਨਲਾਈਨ ਜਾਂ ਆਫਲਾਈਨ ਜਿਹੜਾ ਉਹ ਫਾਰਮ ਜਿਹੜਾ ਉਹ ਭਰ ਕੇ ਉਹਦੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਕਰ ਲਈ ਜਾਵੇ ਤਾਂ ਕਿ ਇਹਨਾਂ ਦਾ ਚੈੱਕ ਕਰ ਲਿਆ ਜਾਵੇ ਕਿ ਕੀ ਜਿਹੜੇ ਇੱਥੇ ਸਿੱਖ ਵਸਦੇ ਨੇ ਇਹ ਅਲੱਗ ਧਰਮ ਦੇ ਤੌਰ ਤੇ ਇਹਨਾਂ ਦੀ ਮਾਨਤਾ ਕੀ ਜਾਤੀ ਤੇ ਨਸਲ ਦੇ ਲਈ ਅਲੱਗ ਤੌਰ ਤੇ ਇਹਨਾਂ ਨੂੰ ਮਾਨਤਾ ਦਿੱਤੀ ਜਾ ਸਕਦੀ ਕਿ ਨਹੀਂ। ਹੁਣ ਉਹ ਡਿਪਾਰਟਮੈਂਟ ਨੇ ਟਵਾਣਾ ਸਾਹਿਬ ਇਹਦੀ ਇਜਾਜ਼ਤ ਦੇ ਦਿੱਤੀ ਆ। 21 ਮਾਰਚ 2021 ਤੋਂ ਹੁਣ ਉਹ ਸੈਂਸਸ ਜਿਹੜਾ ਹੋਣ ਜਾ ਰਿਹਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਅਪੀਲ ਜਿਹੜੀ ਆ ਉਹ ਕੀਤੀ ਆ ਉੱਥੇ ਵਸਦੇ ਸਾਰੇ ਸਿੱਖਾਂ ਨੂੰ ਕਿ ਉਹਨਾਂ ਨੂੰ ਜਿਹੜਾ ਹੁਣ ਫਾਰਮ ਦਿੱਤਾ ਜਾ ਰਿਹਾ ਉਹਦੇ 'ਚ ਜਿਹੜਾ ਧਰਮ ਭਰਨਾ ਉਹਦੇ 'ਚ ਧਰਮ ਆਪਣਾ ਸਿੱਖ ਭਰਨ, ਜਿਹੜੀ ਭਾਸ਼ਾ ਭਰਨੀ ਆ ਉਹ ਪੰਜਾਬੀ ਭਰਨ, ਜਿਹੜਾ ਐਥਨਿਕ ਆ ਉਹਦੇ ਵਿੱਚ ਵੀ ਉਹ ਸਿੱਖ ਲਿਖਣ। ਤੇ ਇਹ ਟਵਾਣਾ ਸਾਹਿਬ ਆਨਲਾਈਨ ਤੇ ਆਫਲਾਈਨ ਦੋਨੋਂ ਤਰ੍ਹਾਂ ਨੇ। ਤੇ ਉਹਨਾਂ ਨੇ ਕਿਹਾ ਕਿ ਇਹ ਹੁਣ ਸਿੱਖਾਂ ਨੂੰ ਬਹੁਤ ਦੇਰ ਬਾਅਦ ਇਹ ਮੌਕਾ ਜਿਹੜਾ ਮਿਲਿਆ, ਖਾਸ ਕਰ ਉੱਥੇ ਪਹਿਲੀ ਵਾਰ ਮਿਲਿਆ ਤੇ ਇਹਨੂੰ ਗਵਾਉਣਾ ਨਹੀਂ ਚਾਹੀਦਾ। ਜੇ ਗਵਾ ਲਿਆ ਤੇ ਦੁਬਾਰਾ ਇਹੋ ਜਿਹਾ ਮੌਕਾ ਜਿਹੜਾ ਟਵਾਣਾ ਸਾਹਿਬ ਉਹ ਨਹੀਂ ਮਿਲਣਾ। ਪਰ ਅਕਾਲ ਤਖਤ ਸਾਹਿਬ ਦੇ ਸੁਰਿੰਦਰ ਵੀਰ, ਜਿਸ ਤਰ੍ਹਾਂ ਪਹਿਲਾਂ ਮੂਵਮੈਂਟ ਦੇ ਵਕਤ ਵੀ ਹੋਇਆ ਸੀ, ਹੁਣ ਜਿਸ ਤਰ੍ਹਾਂ ਸਾਡੇ ਗੁਰੂ ਘਰ ਹੀ ਮਾਫ ਕਰਨਾ ਰਵਿਦਾਸੀਆਂ ਦਾ ਅੱਡ ਹੋ ਗਿਆ, ਜੱਟਾਂ ਦੇ ਅੱਡ ਹੋ ਗਏ, ਧੰਨੇ ਭਗਤ ਦਾ ਜਾਂ ਰਾਮਗੜੀਆਂ ਦੇ ਹੋ ਗਏ, ਇਸੇ ਤਰ੍ਹਾਂ ਸਿੱਖਾਂ ਦੀ ਸੈਂਸਸ ਵੀ ਇੰਡੀਆ 'ਚ ਘਟੀ ਹੈ। ਕਾਰਨ ਕੀ ਹੈ ਕਿ ਸਿੱਖ ਦੀ ਜਗ੍ਹਾ ਜੱਟ ਸਿੱਖ, ਰਵਿਦਾਸੀਆ ਸਿੱਖ, ਮਜ਼੍ਹਬੀ ਸਿੱਖ, ਜਦੋਂ ਇਹ ਸਿੱਖ ਅੱਗੇ ਕੈਟਾਗਰੀ 'ਚ ਵੰਡ ਦਿੱਤੇ ਗਏ ਤਾਂ ਸਿੱਖਾਂ ਦੀ ਟੋਟਲ ਸੈਂਸਸ ਇੰਡੀਆ 'ਚ ਪਿਛਲੀਆਂ ਮਰਦਮਸ਼ੁਮਾਰੀਆਂ 'ਚ ਘਟੀ ਹੈ। ਕਿਉਂਕਿ ਜਦੋਂ ਤੁਸੀਂ ਕੈਟਾਗਰੀ ਵਾਈਜ਼ ਅੱਡ ਅੱਡ ਹੋ ਜਾਓ ਅਤੇ ਫਿਰ ਉਹ ਇਕਜੁੱਟਤਾ ਨਹੀਂ ਰਹਿੰਦੀ। ਅਤੇ ਫਿਰ ਕੀ ਉੱਥੇ ਕਿਵੇਂ ਕਾਲਮ ਇਹ ਕਿੱਦਾਂ ਕਰਨਗੇ ਜੇ ਉਹ, ਕਿਉਂਕਿ ਹੁਣ ਲੋਕ ਫਖਰ ਨਾਲ ਆਪਣਾ ਲਿਖਾਉਣਾ ਚਾਹੁੰਦੇ ਨੇ ਹਰ ਵਿਸ਼ਾ। ਮੈਂ ਚਲੋ ਸਾਰਿਆਂ ਦਾ ਨਾਂ ਨਹੀਂ ਲਵਾਂ, ਹਰ ਕੋਈ ਫਖਰ ਨਾਲ ਆਪਣੇ ਆਪ ਨੂੰ ਮਜ਼੍ਹਬੀ ਸਿੱਖ ਲਿਖਦਾ। ਸਿੱਖ ਤਾਂ ਸਿੱਖ ਹੈ। ਇਹ ਵੰਡ ਸਾਡੇ ਇੱਥੇ ਜਿਹੜੀ ਪੈ ਗਈ ਆ ਇੰਗਲੈਂਡ 'ਚ ਕਿਉਂ ਨਾ ਹੋਏਗੀ? ਇਹ ਇਸ਼ੂ ਵੀ ਬਣੇਗਾ ਜਾਂ ਇੰਡੀਆ 'ਚ ਵੀ ਇਹ ਵਰਤਾਰਾ? ਹਾਲਾਂਕਿ ਜਥੇਦਾਰ ਸਾਹਿਬ ਨੇ ਪਿਛਲੇ ਦਿਨ ਹੀ ਕਿਹਾ ਸੀ ਕਿ ਆਪਣੇ ਨਾਵਾਂ ਦੇ ਨਾਲੋਂ ਗੋਤ ਹਟਾ ਦਿਓ, ਹੈ ਨਾ। ਬਹੁਤ ਸਾਰੇ ਲੋਕਾਂ ਨੇ ਹਟਾ ਵੀ ਦਿੱਤਾ ਕਿਉਂਕਿ ਅਕਾਲੀ ਓਬਵੀਅਸਲੀ ਲਾਉਂਦੇ ਨਹੀਂ, ਪਰ ਅਜੇ ਵੀ ਬਹੁਤ ਸਾਰੇ ਅਕਾਲੀ ਲੀਡਰ ਨੇ ਜਿਨ੍ਹਾਂ ਨੇ ਐਜ਼ ਇਟ ਇਜ਼ ਲਾ ਰੱਖਿਆ, ਹੈ ਨਾ, ਕਿਉਂਕਿ ਉਹ ਸਰਨੇਮ ਹੈ, ਇੱਕ ਜ਼ਰੂਰਤ ਵੀ ਹੈ। ਅਤੇ ਇਹ ਜਿਹੜਾ ਹੁਣ ਸਿੱਖਾਂ ਦੀ ਆਪਸੀ ਤੌਰ 'ਤੇ ਇਹਦੀ ਵੰਡ ਹੈ, ਇਹਦੇ ਬਾਰੇ ਕੋਈ ਲੱਗਦਾ ਕਿ ਟਰਬਲ ਸਾਹਮਣੇ ਆਏਗੀ ਜਾਂ ਕੀ ਸੰਦੇਸ਼ ਸਪਸ਼ਟ ਨੇ? ਜੀ ਨਹੀਂ ਟਵਾਣਾ ਸਾਹਿਬ, ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਇੰਡੀਆ 'ਚ ਹੀ ਆ। ਇੰਡੀਆ ਤੋਂ ਬਾਹਰ ਜਿਹੜੇ ਉਹਨਾਂ ਕੰਟਰੀਆਂ ਦੇ ਲਾਅ ਬਣੇ ਹੋਏ ਨੇ ਉਹਨਾਂ ਦੇ ਵਿੱਚ ਬਹੁਤੀ ਜ਼ਿਆਦਾ ਕਿਤੇ ਪ੍ਰੋਬਲਮ ਜਿਹੜੀ ਉਹ ਖੜੀ ਨਹੀਂ ਹੁੰਦੀ। ਜੇ ਹੁੰਦੀ ਹੈ ਤੇ ਟਵਾਣਾ ਸਾਹਿਬ ਉਹਦਾ ਬੜੀ ਆਸਾਨੀ ਦੇ ਨਾਲ ਬੈਠ ਕੇ ਜਿਹੜਾ ਉਹ ਸੋਲੂਸ਼ਨ ਕੱਢ ਲਿਆ ਜਾਂਦਾ। ਕਿ ਸਾਡੇ ਇੰਡੀਆ 'ਚ ਗੁਰੂ ਘਰ ਤਾਂ ਜਿਵੇਂ ਮੇਰੇ ਖਿਆਲ ਜਿਵੇਂ ਗਲਤ ਨਹੀਂ, ਭਾਈ ਮੱਖਣ ਸਾਹਿਬ ਲਵਾਣਾ ਜਾਂ ਲਵਾਣਾ ਬਰਦਰੀ ਦਾ, ਉਹ ਵੀ ਆਪਣੇ ਆਪ ਨੂੰ ਰਿਕੋਗਨਾਈਜ਼ ਤਾਂ ਅਲੱਗ-ਅਲੱਗ ਕਰਦੇ ਨੇ। ਇਹਨੂੰ ਮਨਫੀ ਤਾਂ ਨਹੀਂ ਕਰ ਸਕਦੇ ਤੁਸੀਂ, ਹੈ ਨਾ? ਨਹੀਂ ਟਵਾਣਾ ਸਾਹਿਬ, ਮਨਫੀ ਨਹੀਂ ਕੀਤਾ ਜਾ ਸਕਦਾ, ਮੈਂ ਉਹਦੇ ਨਾਲ ਸਹਿਮਤ ਹਾਂ। ਦੇਖੋ ਹਰ ਧਰਮ ਨੇ, ਹਰ ਜਾਤ ਨੇ, ਜਾਤ ਦੇ ਵਿੱਚ ਆ ਕੇ ਜਦੋਂ ਤੁਸੀਂ ਵੰਡੇ ਜਾਓਗੇ ਤਾਂ ਉਹਦਾ ਅਸਰ ਹੁੰਦਾ। ਪਰ ਟਵਾਣਾ ਸਾਹਿਬ ਕੁੱਲ ਮਿਲਾ ਕੇ ਉੱਥੇ ਜਦੋਂ ਤੁਹਾਨੂੰ ਸਿੱਖ ਆਇਡੈਂਟੀਟੀ ਦੀ ਗੱਲ ਆਏਗੀ ਤੇ ਉੱਥੇ ਸਾਰੇ ਇਕੱਠੇ ਹੋਣਗੇ। ਇੱਥੋਂ ਵਾਲੀ ਸਾਡੀ ਹਾਲਤ ਨਹੀਂ ਹੈ। ਇੱਥੇ ਸਾਡੇ ਮਰਦਮਸ਼ੁਮਾਰੀਆਂ 'ਚ
ਪੰਜਾਬੀ ਜਿਹੜੇ ਸੀਗੇ, ਉਹ ਖਾਸ ਕਰਕੇ ਜਿਹੜੇ ਸਿੱਖ ਨਹੀਂ ਸੀ ਟਿਵਾਣਾ ਸਾਹਿਬ, ਉਹ ਆਪਣੀ ਭਾਸ਼ਾ ਪਹਿਲੀਆਂ ਜਿਹੜੀਆਂ ਮਰਦਮਸ਼ੁਮਾਰੀਆਂ ਹੁੰਦੀਆਂ ਰਹੀਆਂ ਨੇ 1960 ਤੱਕ ਦੀਆਂ, ਉਹਨਾਂ ਸਾਰੀਆਂ 'ਚ ਉਹ ਆਪਣੀ ਭਾਸ਼ਾ ਹਿੰਦੀ ਲਿਖਾਉਂਦੇ ਰਹੇ ਨੇ। ਆਪਾਂ ਨੂੰ ਪਤਾ ਇੱਥੇ ਕੀ ਕੁਝ ਹੁੰਦਾ ਰਿਹਾ। ਪਰ ਟਿਵਾਣਾ ਸਾਹਿਬ ਉਹਨਾਂ ਕੰਟਰੀਆਂ 'ਚ, ਕਿਉਂਕਿ ਦੇਖੋ ਉੱਥੇ ਸਿਸਟਮ ਆ, ਇੱਕ ਉੱਥੇ ਸਿਸਟਮ ਕੰਮ ਕਰਦਾ, ਦੂਸਰਾ ਉੱਥੇ ਮੋਸਟਲੀ ਕਾਨੂੰਨ ਜਿਹੜਾ ਉਹ ਕੰਮ ਕਰਦਾ ਵਾ। ਟਿਵਾਣਾ ਸਾਹਿਬ ਜਿੱਥੇ ਸਿਸਟਮ ਕੰਮ ਕਰਦਾ ਹੋਵੇ, ਜਿੱਥੇ ਕਾਨੂੰਨ ਕੰਮ ਕਰਦਾ ਹੋਵੇ, ਉੱਥੇ ਤਕਰੀਬਨ ਏਦਾਂ ਦੀਆਂ ਘਟਨਾਵਾਂ ਘੱਟ ਵਾਪਰਦੀਆਂ ਨੇ। ਜੇ ਵਾਪਰਦੀਆਂ ਨੇ ਤੇ ਉਹਦਾ ਹੱਲ ਕੱਢ ਲਿਆ ਜਾਂਦਾ। ਹੁਣ ਟਿਵਾਣਾ ਸਾਹਿਬ ਜੇ ਉੱਥੇ ਭਾਈ ਮੱਖਣ ਸ਼ਾਹ ਦੇ ਨਾਮ ਦੇ ਉੱਤੇ ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ ਬਣੇ ਹੋਏ ਨੇ, ਤੇ ਬੇਸਿਕਲੀ ਇਹ ਨਹੀਂ ਹੈ ਕਿ ਉਹਦੇ 'ਚ ਇਕੱਲੇ ਉਸੇ ਧਰਮ ਨਾਲ ਆਪਣੀ ਕਾਸਟ ਨਾਲ ਸੰਬੰਧਿਤ ਲੋਕ ਜਾਂਦੇ ਹੋਣਗੇ। ਉੱਥੇ ਜਾਂਦੇ ਤਾਂ ਸਾਰੇ ਹੀ ਆ। ਹਾਂ, ਉੱਥੇ ਪ੍ਰਬੰਧ ਚਲਾਉਣ ਵਾਲੇ ਜਿਹੜੇ ਆ ਉਹ ਉਸ ਜਾਤ ਦੇ ਨਾਲ ਸੰਬੰਧਿਤ ਲੋਕ ਜ਼ਿਆਦਾ ਹੋ ਸਕਦੇ ਆ। ਮੈਂ ਇਹਦੇ ਨਾਲ ਸਹਿਮਤ ਹਾਂ। ਟਿਵਾਣਾ ਸਾਹਿਬ ਜਾਂਦੇ ਉੱਥੇ ਸਾਰੇ ਨਹੀਂ, ਕਿਉਂਕਿ ਉਹਨਾਂ ਕੰਟਰੀਆਂ 'ਚ ਦੇਖੋ ਜਿੱਥੇ ਜਿੱਥੇ ਜਾ ਕੇ ਵਿਵਾਦ ਖੜੇ ਹੋਏ ਨੇ, ਉਹਨਾਂ ਵਿਵਾਦਾਂ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਬਿਮਾਰੀ ਸਾਨੂੰ ਇੱਥੇ ਲੱਗੀ ਸੀ ਉਹ ਅਸੀਂ ਨਾਲ ਲੈ ਕੇ ਗਏ ਆ, ਤੇ ਉਹਨੇ ਕੁਛ ਨਾ ਕੁਛ ਤਾਂ ਅਸਰ ਦਿਖਾਉਣਾ ਹੀ ਦਿਖਾਉਣਾ ਸੀ। ਪਰ ਕਿਉਂਕਿ ਉਹਨਾਂ ਕੰਟਰੀਆਂ ਦੇ ਵਿੱਚ ਕਾਨੂੰਨ ਤੇ ਸਿਸਟਮ ਹੈ, ਜਿੱਥੇ ਕਾਨੂੰਨ ਤੇ ਸਿਸਟਮ ਹੋਏਗਾ ਟਿਵਾਣਾ ਸਾਹਿਬ, ਉੱਥੇ ਸਮੱਸਿਆਵਾਂ ਘੱਟ ਖੜਨਗੀਆਂ। ਕਿਉਂਕਿ ਸਾਡੇ ਇੱਥੇ ਜੇ ਸਿਸਟਮ ਆ, ਸਿਸਟਮ ਵੀ ਸਾਡਾ ਪੋਲੀਟੀਕਲ ਪੂਰੀ ਦਖਲਅੰਦਾਜ਼ੀ ਤੋਂ ਪੀੜਤ ਆ, ਤੇ ਸਾਡਾ ਕਾਨੂੰਨ ਵੀ ਜਿਹੜਾ ਟਿਵਾਣਾ ਸਾਹਿਬ ਚਾਹੇ ਜੁਡੀਸ਼ਲੀ ਹੋਵੇ ਤੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ, ਉਹ ਸਾਰੇ ਵੀ ਹੈਗੇ ਆ ਨਾ, ਹਿਡਨ ਏਜੰਡੇ ਵੀ ਨੇ, ਮਤਲਬ ਉਹ ਸਾਰਾ ਕੁਝ ਉਹਦੇ ਤੋਂ ਪੀੜਤ ਆ। ਤੇ ਜਦੋਂ ਪੀੜਤ ਹੋਏਗਾ ਤੇ ਟਿਵਾਣਾ ਸਾਹਿਬ ਉੱਥੇ ਫਿਰ ਵਿਵਾਦ ਖੜਦੇ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਉੱਥੇ ਬਹੁਤਾ ਵਿਵਾਦ ਖੜੇਗਾ। ਜੇ ਖੜੇਗਾ ਤੇ ਟਿਵਾਣਾ ਸਾਹਿਬ ਫੇਰ ਇਹਨਾਂ ਨੂੰ ਇਦਾਂ ਦਾ ਮੌਕਾ ਦੁਬਾਰਾ ਮਿਲੇਗਾ ਵੀ ਨਹੀਂ। ਜੇ ਖੁਦ ਆਪਣੀਆਂ ਲੱਤਾਂ ਉੱਤੇ ਖੁਦ ਖਿੱਚਣਗੇ ਤੇ ਇੱਕ ਦੂਜੇ ਦੇ ਪੈਰ ਵੱਢਣਗੇ, ਤਾਂ ਫਿਰ ਇਹਨਾਂ ਨੂੰ ਆਪਣਾ ਸਾਹਮਣੇ ਕੰਧ ਤੇ ਲਿਖਿਆ ਜਿਹੜਾ ਉਹ ਪੜ੍ਹ ਲੈਣਾ ਚਾਹੀਦਾ। ਟਿਵਾਣਾ ਸਾਹਿਬ ਇਸ ਤੋਂ ਅੱਗੇ ਚੱਲੀਏ ਜੀ ਕਿ ਦੇਖੋ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦਾ ਆਖਰੀ ਦਿਨ ਸੀ। ਉਸ ਦਿਨ ਟਿਵਾਣਾ ਸਾਹਿਬ ਪੰਜਾਬ ਦੇ ਵਿੱਚੋਂ ਅਕਾਲੀ ਦਲ ਨਾਲ ਸੰਬੰਧਿਤ 9 ਵਿਧਾਇਕ ਸੀ, ਜਿਨ੍ਹਾਂ ਨੇ ਇੱਧਰ ਤਾਂ ਚਲੋ ਕੁਝ ਹੋਇਆ ਕਿ ਨਹੀਂ ਹੋਇਆ, ਪਰ ਹਰਿਆਣਾ ਅਸੈਂਬਲੀ ਦੇ ਮੂਹਰੇ ਜਾ ਕੇ ਇਹਨਾਂ ਨੇ ਕੀ ਕੀਤਾ, ਉੱਥੇ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਇਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਘੇਰਨ ਦੀ ਅਸਫਲ ਕੋਸ਼ਿਸ਼ ਜਿਹੜੀ ਉਹ ਕੀਤੀ। ਤੇ ਟਿਵਾਣਾ ਸਾਹਿਬ ਉਸ ਤੋਂ ਬਾਅਦ ਪਹਿਲਾਂ ਤਾਂ ਇੱਕ ਬੇਨਤੀ ਜਿਹੜੀ ਸੀਗੀ ਉਹ ਹਰਿਆਣਾ ਦਾ ਜਿਹੜਾ ਸਪੀਕਰ ਸੀ ਵਿਧਾਨ ਸਭਾ ਦਾ, ਉਹਨਾਂ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਕੀਤੀ। ਇੱਕ ਲਿਖਤੀ ਇਹਨਾਂ ਨੂੰ ਇਤਰਾਜ਼ ਵੀ ਉਹਨਾਂ ਨੇ ਇਹਨਾਂ ਕੋਲ ਜਿਹੜਾ ਉਹ ਦਰਜ ਕਰਵਾਇਆ। ਤੇ ਟਿਵਾਣਾ ਸਾਹਿਬ ਜਦੋਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਅਖੀਰ ਉੱਥੇ ਕੀ ਹੋਇਆ ਕਿ ਉਹਨਾਂ ਨੇ ਹਰਿਆਣਾ ਵਿਧਾਨ ਸਭਾ ਦੇ ਜਿਹੜੇ ਦੂਸਰਾ ਸਪੀਕਰ ਸੀ ਗਿਆਨ ਚੰਦ ਗੁਪਤਾ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਫਿਰ ਹਰਿਆਣਾ ਦਾ ਜਿਹੜਾ ਹੋਮ ਸੈਕਟਰੀ ਸੀ ਤੇ ਹਰਿਆਣਾ ਦਾ ਡੀਜੀਪੀ, ਉਹਨਾਂ ਦੋਨਾਂ ਨੂੰ ਇਸ ਪੂਰਾ ਜਿਹੜਾ ਘਟਨਾਕ੍ਰਮ ਹੋਇਆ ਉਹਦੇ ਉੱਤੇ ਜਿਹੜਾ ਸੀ ਕਾਨੂੰਨੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰਨ ਦੇ ਲਈ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ, ਕਿਉਂਕਿ ਇਹ ਸਾਰਾ ਕੁਝ ਜਿਹੜਾ ਸੀ ਉਹ ਵਿਧਾਨ ਸਭਾ ਦੇ ਜਿਹੜਾ ਘੇਰਾ ਸੀ ਉਹਦੇ ਅੰਦਰ ਹੋਇਆ। ਤੇ ਟਿਵਾਣਾ ਸਾਹਿਬ ਉੱਥੇ ਜਿਹੜਾ ਐਕਚੁਅਲੀ ਪ੍ਰੋਟੋਕਾਲ ਦੇ ਹਿਸਾਬ ਨਾਲ ਉੱਥੇ ਜਿਹੜਾ ਅਧਿਕਾਰ ਬਣਦਾ ਉਹ ਵਿਧਾਨ ਸਭਾ ਦੇ ਸਪੀਕਰ ਦਾ ਬਣਦਾ। ਤਾਂ ਉਹਨਾਂ ਨੇ ਟਿਵਾਣਾ ਸਾਹਿਬ ਅਖੀਰ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਸੀ ਉਹਨੂੰ ਹਰਿਆਣਾ ਸਰਕਾਰ ਵੱਲੋਂ ਜਿਹੜੀ ਸੀਗੀ ਹੋਮ ਡਿਪਾਰਟਮੈਂਟ ਵੱਲੋਂ ਇੱਕ ਸਿਫਾਰਿਸ਼ ਭੇਜੀ ਗਈ ਸੀ ਕਿ ਇਹਨਾਂ ਵਿਅਕਤੀਆਂ ਨੇ ਮੁੱਖ ਮੰਤਰੀ ਨੂੰ ਘੇਰਨ ਦੀ ਅਸਫਲ ਕੋਸ਼ਿਸ਼ ਕੀਤੀ ਆ ਤੇ ਇਹਨਾਂ ਨੇ ਆ ਕੇ ਸਾਡੀ ਵਿਧਾਨ ਸਭਾ 'ਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਟਿਵਾਣਾ ਸਾਹਿਬ ਅੱਜ ਪੰਜਾਬ ਦੇ ਉਹਨਾਂ 9 ਵਿਧਾਇਕਾਂ 'ਚ ਜਿਹ 'ਚ ਵਿਕਰਮ ਸਿੰਘ ਮਜੀਠੀਆ, NK ਸ਼ਰਮਾ ਵੀ ਆ, ਹਰਿੰਦਰਪਾਲ ਸਿੰਘ ਚੰਦੂ ਮਾਜਰਾ ਵੀ ਆ, ਉਹਨਾਂ ਦੇ ਵਿੱਚ ਟਿਵਾਣਾ ਸਾਹਿਬ ਨਕੋਦਰ ਤੋਂ ਵਡਾਲਾ ਵੀ ਆ, ਤੇ ਉਹਨਾਂ ਦੇ ਵਿੱਚ ਹੋਰ ਕਈ, ਉਹਨਾਂ 'ਚ ਸ਼ਾਇਦ ਸ਼ਰਨਜੀਤ ਸਿੰਘ ਢਿੱਲੋਂ ਵੀ ਆ। ਇਹ ਕੁੱਲ 9 ਵਿਧਾਇਕ ਨੇ ਜਿਨ੍ਹਾਂ ਦੇ ਉੱਤੇ FIR ਜਿਹੜੀ ਆ ਉਹ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਦੇ ਵਿੱਚ ਜਿਹੜੀ ਉਹ ਦਰਜ ਕਰ ਦਿੱਤੀ ਗਈ ਆ ਜੀ। ਤੇ ਕਾਲਸ ਲੈ ਲਈਏ ਸੁਰਿੰਦਰ ਜੀ ਫਿਰ ਹੁਣ ਨਾਲ ਹਾਂਜੀ ਤੇ ਮੈਂ ਤੁਹਾਨੂੰ ਦੂਸਰੇ ਲਾਈਨ ਤੇ ਸੰਪਰਕ ਕਰਦਾ ਤੇ ਨਾਲ ਆਪਾਂ ਇਸ ਸੈਗਮੈਂਟ ਦੇ ਵਿੱਚ ਦੋਸਤੋ ਕਾਲਸ ਵੀ ਲੈਣੇ ਆ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਮੇਰੇ ਵਾਲੇ ਫੋਨ ਤੇ ਵੀ ਕਾਲ ਕਰ ਸਕਦੇ ਹੋ, ਪਰਸਨਲ ਫੋਨ ਤੇ ਜਾਂ ਫਿਰ ਤੁਸੀਂ 98-763 09655 ਨੰਬਰ ਤੇ ਵੀ ਕਾਲ ਕਰ ਸਕਦੇ ਹੋ। 98-763 09655 98-763 09655 98-763
0955 ਤੇ ਤੁਸੀਂ ਕਾਲ ਸਟੂਡੀਓ 'ਚ ਕਰ ਸਕਦੇ ਹੋ ਲਾਈਵ ਗੱਲਬਾਤ ਵਾਸਤੇ। ਅਤੇ ਇਸ ਦੇ ਨਾਲ ਮੇਰੇ ਵਾਲੇ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ, ਵਟਸਐਪ ਕਾਲ ਵੀ ਕਰ ਸਕਦੇ ਹੋ, ਸਿੰਪਲ ਕਾਲ ਵੀ ਕਰ ਸਕਦੇ ਹੋ। ਅਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਵਾਸਤੇ ਤੁਸੀਂ ਸਾਡੀ ਵੈੱਬਸਾਈਟ 'ਤੇ ਜਾ ਸਕਦੇ ਹੋ, tivanaradio.com ਵੈੱਬਸਾਈਟ 'ਤੇ ਜਾ ਕੇ ਤੁਸੀਂ ਉੱਥੇ ਲਾਈਵ ਪ੍ਰੋਗਰਾਮ ਵੀ ਸੁਣ ਸਕਦੇ ਹੋ। ਅਤੇ ਨਾਲ ਸਾਡੀਆਂ ਜਿਹੜੀਆਂ ਐਪਸ ਨੇ ਉਹ ਵੀ ਡਾਊਨਲੋਡ ਕਰ ਸਕਦੇ ਹੋ। ਉਹ ਐਪਸ ਤੁਹਾਨੂੰ ਮਿਲਣਗੀਆਂ ਐਂਡਰਾਇਡ ਅਤੇ ਆਈਫੋਨ ਐਪਸ ਮਿਲਣਗੀਆਂ। ਅਤੇ ਜਾਂ ਟਿਵਾਣਾ ਰੇਡੀਓ ਦਾ ਜਿਹੜਾ ਪੇਜ ਹੈ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਅਤੇ ਬੈਲ ਆਈਕਨ ਦਬਾ ਦਿਓ। ਨਾਲ ਤੁਹਾਨੂੰ ਸੂਚਨਾ ਪੁੱਜਦੀ ਰਹੇ। ਸੁਰਿੰਦਰ ਸਿੰਘ ਜੀ, ਇੱਕ ਵਾਰੀ ਸਵਾਗਤ ਹੈ, ਕਰੋ ਫਿਰ ਸ਼ੁਰੂਆਤ। ਅਤੇ ਨਾਲ ਕਾਲਸ ਦਾ ਵੀ ਆਪਾਂ ਸੱਦਾ ਦੇ ਦਈਏ। ਕਾਫੀ ਕਾਲਸ ਮੈਂ ਲੈ ਨਹੀਂ ਸਕਿਆ। ਅਤੇ ਹੁਣ ਕੋਈ ਵੀ ਤੁਹਾਡੇ ਜ਼ਿਹਨ 'ਚ ਸਵਾਲ ਹੋਵੇ, ਜਿਵੇਂ ਗੱਲਬਾਤ ਸਿਆਸਤ ਵਿਰਾਸਤ 'ਤੇ ਹੋਈ ਹੈ, ਨਾਲ ਉਸ 'ਤੇ ਵੀ ਗੱਲਬਾਤ ਮੇਰੇ ਨਾਲ ਸੰਬੰਧਿਤ ਸਵਾਲ ਹੈ, ਮੈਂ ਜਵਾਬ ਦੇਵਾਂਗਾ। ਸੁਰਿੰਦਰ ਸਿੰਘ ਨਾਲ ਸੰਬੰਧਿਤ ਸਵਾਲ ਹੈ, ਉਹ ਜਵਾਬ ਦੇਣਗੇ। ਆਪ ਦਾ ਸਵਾਗਤ ਹੁਣ ਰਹੇਗਾ। ਸੋ ਟਾਈਮ ਬਾਰੇ ਵੀ ਤੁਸੀਂ ਦੱਸਣਾ ਕਿ ਆਪਾਂ ਟਾਈਮ, ਕਿਉਂਕਿ ਟਾਈਮ ਜ਼ੋਨ ਚੇਂਜ ਹੋ ਗਏ ਨੇ, ਅਤੇ ਉਸ ਮੁਤਾਬਕ ਕੁਛ ਦਿੱਕਤਾਂ, ਕੁਛ ਮੈਸੇਜ ਆ ਰਹੇ ਨੇ। ਆਸਟ੍ਰੇਲੀਆ ਵਾਲੇ ਤਾਂ ਕਹਿੰਦੇ ਸਾਨੂੰ ਇਹੀ ਟਾਈਮ ਠੀਕ ਹੈ। ਅਮਰੀਕਾ ਕੈਨੇਡਾ ਵਾਲੇ ਸੱਜਣ ਕਾਫੀ ਨਾਰਾਜ਼ ਵੀ ਨੇ ਕਿ ਤਬਦੀਲੀ ਕਰੋ, ਬਹੁਤ ਦੇਰ ਹੋ ਜਾਂਦੀ ਹੈ। ਅਤੇ ਇੱਕ ਦੋ ਵੀਰ ਨੇ ਤਾਂ ਲਿਖਿਆ ਕਿ ਨਿਤਨੇਮ ਦੇ ਵਕਤ ਵੀ ਦਿੱਕਤ ਆਉਂਦੀ ਹੈ, ਉਸ ਵਕਤ ਪਾਠ ਵਗੈਰਾ ਜਿਨ੍ਹਾਂ ਨੇ ਕਰਨਾ ਹੁੰਦਾ, ਅਤੇ ਸਮਾਂ ਕਿਉਂਕਿ ਲੇਟ ਹੋ ਜਾਂਦਾ। ਸੁਰਿੰਦਰ ਵੀਰ ਜੀ, ਸਵਾਗਤ ਹੈ ਤੁਹਾਡਾ, ਕੰਟੀਨਿਊ। ਟਿਵਾਣਾ ਸਾਹਿਬ, ਪਹਿਲਾਂ ਲਵਾਂਗੇ ਸਿੱਖ ਫਾਰ ਜਸਟਿਸ ਨੂੰ, ਉਹਦੇ ਬਾਅਦ ਚੱਲਾਂਗੇ ਜਿਹੜਾ ਸੰਯੁਕਤ ਰਾਸ਼ਟਰ ਆ ਉਸ ਬੰਦੇ ਨੂੰ। ਟਿਵਾਣਾ ਸਾਹਿਬ, ਸਿੱਖ ਫਾਰ ਜਸਟਿਸ ਜਿਹੜਾ, ਉਹਨਾਂ ਨੇ ਸੰਯੁਕਤ ਰਾਸ਼ਟਰ ਨੂੰ ਤਕਰੀਬਨ $10,000 ਜਿਹੜਾ ਕਿ 7 ਲੱਖ ਬਣਦਾ, ਉਹ ਦਾਨ ਵਜੋਂ ਦਿੱਤੇ ਆ। ਤੇ ਟਿਵਾਣਾ ਸਾਹਿਬ, ਆਪਾਂ ਨੂੰ ਪਤਾ ਕਿ ਸਿੱਖ ਫਾਰ ਜਸਟਿਸ ਜਿਹੜਾ, ਸਿੱਖ ਫਾਰ ਜਸਟਿਸ ਨੂੰ ਤੇ ਉਹਦਾ ਜਿਹੜਾ ਕਾਨੂੰਨੀ ਸਲਾਹਕਾਰ ਆ ਗੁਰਪਤਵੰਤ ਪੰਨੂ, ਉਹਨਾਂ ਦੋਨਾਂ ਨੂੰ, ਗੁਰਪਤਵੰਤ ਪੰਨੂ ਨੂੰ ਜਿਹੜਾ ਉਹਦੇ ਲਈ ਇੱਥੇ ਜਾਂ ਉਹਨੂੰ ਬਲੈਕ ਲਿਸਟ 'ਚ ਪਾਇਆ ਹੋਇਆ, ਤੇ ਜਿਹੜਾ ਸਿੱਖ ਫਾਰ ਜਸਟਿਸ ਆ ਉਹਦੇ ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੋਈ। ਹੁਣ ਟਿਵਾਣਾ ਸਾਹਿਬ, 1 ਮਾਰਚ ਨੂੰ ਇਹਨਾਂ ਨੇ ਇਹ $10,000 ਜਿਹੜਾ ਸੰਯੁਕਤ ਰਾਸ਼ਟਰ ਨੂੰ ਦਿੱਤਾ। ਉਹਦੇ ਨਾਲ ਹੀ ਟਿਵਾਣਾ ਸਾਹਿਬ ਉਹਨਾਂ ਨੇ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ ਨੂੰ ਤਕਰੀਬਨ 9 ਕਰੋੜ ਰੁਪਇਆ ਤੇ 9 ਕਰੋੜ 45 ਲੱਖ ਰੁਪਇਆ, ਜਿਹੜਾ ਕਿ ਤਕਰੀਬਨ $13 ਲੱਖ ਬਣਦਾ, ਉਹ ਅਸੀਂ ਦੇਣਾ ਵਾ। ਠੀਕ ਹੈ ਜੀ। ਹੁਣ ਟਿਵਾਣਾ ਸਾਹਿਬ, ਇਹਦੇ 'ਚ ਭਾਰਤ ਸਰਕਾਰ ਹੁਣ ਇਤਰਾਜ਼ ਉਠਾਉਣ ਲੱਗ ਗਈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਦੇਖੋ, ਸੰਯੁਕਤ ਰਾਸ਼ਟਰ ਦੇ ਮੁਤਾਬਕ ਜੇ ਕੋਈ ਜਥੇਬੰਦੀ ਸੰਯੁਕਤ ਰਾਸ਼ਟਰ ਵੱਲੋਂ ਬੈਨ ਨਹੀਂ ਕੀਤੀ ਗਈ, ਉਹ ਸੰਯੁਕਤ ਰਾਸ਼ਟਰ ਨੂੰ ਕੋਈ ਦਾਨ ਦਿੰਦੀ ਹੈ, ਤੇ ਉਹ ਦਾਨ ਲੈਣ ਦੇ ਉੱਤੇ ਕੋਈ ਵੀ ਪਾਬੰਦੀ ਜਿਹੜੀ ਉਹ ਨਹੀਂ ਲਗਾਈ ਜਾ ਸਕਦੀ, ਤੇ ਨਾ ਉਹਦਾ ਦਾਨ ਜਿਹੜਾ ਉਹ ਵਾਪਸ ਕੀਤਾ ਜਾ ਸਕਦਾ। ਇਸ ਕਰਕੇ ਜਿਹੜਾ ਇਹ ਸਿੱਖ ਫਾਰ ਜਸਟਿਸ ਆ, ਉਹਦੇ ਲਈ ਸੰਯੁਕਤ ਰਾਸ਼ਟਰ ਵੱਲੋਂ ਐਸਾ ਕੋਈ ਵੀ ਆਦੇਸ਼ ਜਿਹੜਾ ਉਹ ਜਾਰੀ ਨਹੀਂ ਹੋਇਆ। ਪਰ ਹੁਣ ਭਾਰਤ ਸਰਕਾਰ ਕਹਿ ਰਹੀ ਹੈ ਕਿ ਦੇਖੋ ਜੀ, ਵੀ ਇਹ ਸਿੱਖ ਫਾਰ ਜਸਟਿਸ ਜਿਹੜਾ ਉਹ ਭਾਰਤ 'ਚ ਜਿਹੜਾ ਉਹ ਬੈਨ ਕੀਤਾ ਗਿਆ ਭਾਰਤ ਸਰਕਾਰ ਵੱਲੋਂ, ਤੇ ਜਿਹੜਾ ਗੁਰਪਤਵੰਤ ਪੰਨੂ ਆ ਇਹਨੂੰ ਬਲੈਕ ਲਿਸਟ 'ਚ ਪਾਇਆ ਹੋਇਆ। ਇਹ ਗਲਤ ਤੌਰ ਤੇ ਇਹਨਾਂ ਨੂੰ, ਸੰਯੁਕਤ ਰਾਸ਼ਟਰ ਨੂੰ ਇਹਨਾਂ ਤੋਂ ਦਾਨ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਸੀ। ਹੁਣ ਟਿਵਾਣਾ ਸਾਹਿਬ, ਗੱਲ ਤੇ ਆ ਕਿ ਸੰਯੁਕਤ ਰਾਸ਼ਟਰ ਦੇ ਮੋਹਰੇ ਸਿੱਖ ਫਾਰ ਜਸਟਿਸ ਨੇ ਵੀ ਜਿਹੜੀ ਮੰਗ ਰੱਖੀ ਆ, ਉਹ ਇਹ ਰੱਖੀ ਆ ਕਿ ਦੇਖੋ ਜੀ, ਵੀ ਇੱਕ ਜਾਂਚ ਆਯੋਗ ਦਾ ਜਿਹੜਾ ਉਹ ਗਠਨ ਕੀਤਾ ਜਾਵੇ, ਤਾਂ ਕਿ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਕਿਸਾਨ ਸੰਘਰਸ਼ ਦੇ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਨੇ ਉਹਨਾਂ ਉੱਤੇ ਜਿਹੜੇ ਦੇਸ਼ ਧਰੋਹ ਦੇ ਜਿਹੜੇ ਆ ਉਹ ਦੋਸ਼ ਲਾਏ ਜਾਂਦੇ ਆ, ਉਹਨਾਂ ਦੀ ਸਾਰੇ ਦੀ ਜਾਂਚ ਕਰੋ ਕਿ ਉਹ ਸੰਯੁਕਤ ਰਾਸ਼ਟਰ ਵੱਲੋਂ ਜਾਂਚ ਹੋਵੇ, ਤੇ ਪਤਾ ਲੱਗੇ ਕਿ ਕੀ ਵਾਕਿਆ ਹੀ ਇਹਨਾਂ ਨੇ ਕੋਈ ਦੇਸ਼ ਧਰੋਹ ਵਾਲੀ ਗੱਲ ਕੀਤੀ ਆ, ਕਿ ਜਾਂ ਜਾਣ-ਬੁੱਝ ਕੇ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਬਦਨਾਮ ਜਿਹੜਾ ਉਹ ਕੀਤਾ ਜਾ ਰਿਹਾ। ਹੁਣ ਟਿਵਾਣਾ ਸਾਹਿਬ, ਗੱਲ ਤਾਂ ਇਹ ਆ ਕਿ ਦੇਖੋ, ਚਾਹੇ ਭਾਰਤ ਸਰਕਾਰ ਹੋਵੇ, ਚਾਹੇ ਸਿੱਖ ਫਾਰ ਜਸਟਿਸ ਹੋਵੇ, ਆਪਾਂ ਨੂੰ ਪਤਾ ਕਿ ਭਾਰਤ ਸਰਕਾਰ ਵੀ ਆਪਣੀ ਗੇਮ ਖੇਡ ਰਹੀ ਆ, ਤੇ ਸਿੱਖ ਫਾਰ ਜਸਟਿਸ ਵੀ ਆਪਣੀ ਗੇਮ ਖੇਡ ਰਿਹਾ। ਹੁਣ ਸਿੱਖ ਫਾਰ ਜਸਟਿਸ ਸੋਚਦਾ ਕਿ ਅਸੀਂ $10,000 ਦਿੱਤੇ ਆ, ਤੇ ਇਹ ਤਕਰੀਬਨ 7 ਲੱਖ ਬਣਿਆ, ਤੇ ਅਸੀਂ $13 ਲੱਖ ਜਿਹੜੇ ਆ ਉਹ ਦਿਆਂਗੇ, ਜਿਹੜਾ 9 ਕਰੋੜ 45 ਲੱਖ ਬਣੇਗਾ। ਤੇ ਸ਼ਾਇਦ ਸੰਯੁਕਤ ਰਾਸ਼ਟਰ ਜਿਹੜਾ ਉਹ ਇਹਦੇ ਤੇ ਜਿਹੜਾ ਵਾ ਆਪਣਾ ਇੱਕ ਕਮਿਸ਼ਨ ਜਿਹੜਾ ਉਹ ਕਾਇਮ ਕਰ ਦੇਗਾ, ਤੇ ਉਹ ਕਮਿਸ਼ਨ ਜਿਹੜਾ ਵਾ ਉਹ ਸੰਯੁਕਤ ਰਾਸ਼ਟਰ ਦਾ ਜਿਹੜਾ ਕਾਇਮ ਕੀਤਾ ਗਿਆ ਹੋਏਗਾ, ਉਹ ਇੱਥੇ ਜਾ ਕੇ ਜਿਹੜੀ ਆ
ਇਹ ਜਿਹੜੇ ਵੀ ਕਿਸਾਨਾਂ ਦੇ ਉੱਤੇ ਇਲਜ਼ਾਮ ਲਾਏ ਗਏ ਦੇਸ਼ ਧਰੋਹੀ ਦੇ ਜਾਂ ਕੁਛ ਵੀ, ਬੇਸਿਕਲੀ ਤਾਂ ਟਵਾਣਾ ਸਾਹਿਬ ਕਹਿਣ ਨੂੰ ਤਾਂ ਕਿਸਾਨਾਂ ਤੇ ਲਾਏ ਜਾਂਦੇ, ਕਿਹਾ ਵਾ ਸਿੱਖ ਫਾਰ ਜਸਟਿਸ ਚਾਹੁੰਦਾ ਕਿ ਜਿਹੜਾ ਕੁਛ 26 ਜਨਵਰੀ ਨੂੰ ਲਾਲ ਕਿਲੇ ਤੇ ਹੋਇਆ ਉਹ ਜਸਟੀਫਾਈ ਹੋ ਜਾਵੇ, ਉਹ ਠੀਕ ਹੋਇਆ, ਉਹਦੇ 'ਚ ਕੋਈ ਕੁਤਾਹੀ ਨਹੀਂ ਵਰਤੀ ਗਈ, ਕੋਈ ਕੁਛ ਨਹੀਂ। ਜਿਹੜਾ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਗਿਆ ਜਾਂ ਕਿਸਾਨੀ ਝੰਡਾ ਚਲਾਇਆ ਗਿਆ ਉਹ ਠੀਕ ਆ। ਮਤਲਬ ਭਾਰਤ ਸਰਕਾਰ ਆਪਣੀ ਗੇਮ ਖੇਡ ਰਹੀ ਆ ਤੇ ਸਿੱਖ ਫਾਰ ਜਸਟਿਸ ਆਪਣੀ ਗੇਮ ਖੇਡ ਰਿਹਾ। ਦੋਨੋਂ ਧਿਰਾਂ ਜਿਹੜੀਆਂ ਉਹ ਇਸ ਵਕਤ ਇੱਕ ਧਿਰ ਸੰਯੁਕਤ ਰਾਸ਼ਟਰ ਦੇ ਦਰਵਾਜ਼ੇ ਤੇ ਪਹੁੰਚ ਗਈ ਆ ਤੇ ਉੱਥੇ ਜਾ ਕੇ ਮੰਗ ਕਰ ਰਹੀ ਆ, ਤੇ ਦੂਸਰੀ ਕਹਿ ਰਹੀ ਆ ਕਿ ਇਹਨਾਂ ਤੋਂ ਜਿਹੜਾ ਦਾਨ ਲਿਆ ਗਿਆ, ਜਿਹੜੀ ਇਹਨਾਂ ਨੇ ਸੰਯੁਕਤ ਰਾਸ਼ਟਰ ਦੀ ਮਦਦ ਕੀਤੀ ਆ ਉਹ ਗਲਤ ਤਰੀਕੇ ਨਾਲ ਕੀਤੀ ਆ, ਉਹ ਨਹੀਂ ਹੋਣੀ ਚਾਹੀਦੀ। ਤੇ ਭਾਰਤ 'ਚ ਇਹਦੇ ਲਈ ਵਾਵੇਲਾ ਜਿਹੜਾ ਉਹ ਸ਼ੁਰੂ ਹੋ ਗਿਆ। ਟਵਾਣਾ ਸਾਹਿਬ ਅੱਜ ਇਹ ਹਾਲਾਤ ਜਿਹੜੀ ਆ ਉਹ ਹੁਣ ਬਣ ਚੁੱਕੇ ਆ। ਕੀ ਬਾਤ ਜੀ। ਹੋਰ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਕੀ ਖਬਰਾਂ ਆ ਰਹੀਆਂ ਨੇ? ਕਿਸੇ ਤਣ ਪੱਤਣ ਗੱਲ ਲੱਗਦੀ ਹੈ? ਸਿਆਸਤ ਤਾਂ ਬਹੁਤ ਨੀਵੇਂ ਪੱਧਰ ਦੀ ਹੈ, ਪੰਜਾਬੀ ਬਹੁਤ ਲੜ ਰਹੇ ਨੇ, ਕਾਮਰੇਡ ਬਨਾਮ ਸਿੱਖ ਦੀ ਲੜਾਈ ਪੂਰੀ ਪੀਕ ਤੇ ਜਾ ਚੁੱਕੀ ਹੈ। ਹਾਲਾਂਕਿ ਇਹ ਚੀਜ਼ਾਂ ਨਹੀਂ ਸੀ ਹੋਣੀਆਂ ਚਾਹੀਦੀਆਂ, ਪਰ ਇਹ ਚੀਜ਼ਾਂ ਨਹੀਂ ਹਟ ਰਹੀਆਂ ਜੀ। ਟਵਾਣਾ ਸਾਹਿਬ ਉਹਦੇ ਤੇ ਵੀ ਹੁਣੇ ਦੇਖੋ ਗੱਲ ਇਹ ਆ, ਅੱਜ ਤਾਂ ਰਾਜਨਾਥ ਸਿੰਘ ਵੀ ਜਿਹੜਾ ਉਹ ਮੈਦਾਨ 'ਚ ਆ ਗਿਆ, ਠੀਕ ਹੈ, ਪਰ ਰਾਜਨਾਥ ਸਿੰਘ ਨੇ ਇੱਕ ਗੱਲ ਕਹੀ ਆ ਕਿ ਦੇਖੋ ਕਿਸਾਨ ਆਗੂਆਂ ਨੂੰ ਵੀ ਉਹਨਾਂ ਨੇ ਇਹ ਕਿਹਾ ਕਿ ਆਖਰ ਗੱਲਬਾਤ ਨਾਲ ਹੀ ਨਿਪਟਣਾ। ਪਰ ਗੱਲ ਤੇ ਹੈ ਟਵਾਣਾ ਸਾਹਿਬ, ਇਹ ਤਾਂ ਕਿਸਾਨ ਆਗੂ ਵੀ ਸ਼ੁਰੂ ਤੋਂ ਕਹਿ ਰਹੇ ਆ ਕਿ ਗੱਲਬਾਤ ਨਾਲ ਹੀ ਨਿਪਟਣਾ, ਪਰ ਰਾਜਨਾਥ ਸਿੰਘ ਵੀ ਅੱਜ ਇਹ ਗੱਲ ਕਹਿ ਗਏ ਕਿ ਦੇਖੋ ਜੀ ਇਹਨਾਂ ਦੇ ਕਾਨੂੰਨਾਂ ਦੇ ਵਿੱਚ ਸੋਧ ਹੋ ਸਕਦੀ ਆ। ਭਾਈ ਸੋਧ ਇੱਕ ਬੰਨੇ ਤੁਸੀਂ ਪਹਿਲਾਂ ਸੋਧ ਦੀ ਵੀ ਗੱਲ ਕੀਤੀ, ਉਹਦੇ ਬਾਅਦ ਤੁਸੀਂ ਇਹ ਕਾਨੂੰਨ ਜਿਹੜੇ ਇਹਨਾਂ ਨੂੰ ਪੈਂਡਿੰਗ ਕਰਨ ਦੀ ਵੀ ਗੱਲ ਕੀਤੀ। ਤੁਸੀਂ ਕਿਹਾ ਕਿ ਇਹਨਾਂ ਨੂੰ ਅਸੀਂ 1.5 ਸਾਲ ਲਈ ਪੈਂਡਿੰਗ ਕਰ ਦਿੰਦੇ, ਫਿਰ ਤੁਸੀਂ 3 ਸਾਲ ਦੀ ਵੀ ਗੱਲ ਕੀਤੀ ਆ। ਟਵਾਣਾ ਸਾਹਿਬ ਜਿਹੜਾ ਕੁਛ ਹੁਣ ਤੱਕ ਕੇਂਦਰੀ ਐਗਰੀਕਲਚਰ ਮਿਨਿਸਟਰ ਕਹਿ ਰਿਹਾ ਸੀ, ਜਿਹੜਾ ਕੁਛ ਪਿਊਸ਼ ਗੋਇਲ ਕਹਿ ਰਿਹਾ ਸੀ, ਜਿਹੜਾ ਕੁਛ ਅਮਿਤ ਸ਼ਾਹ ਕਹਿ ਰਿਹਾ ਸੀ, ਜਿਹੜਾ ਕੁਛ ਨਰਿੰਦਰ ਮੋਦੀ ਕਹਿ ਰਿਹਾ ਸੀ, ਉਹੀ ਕੁਛ ਅੱਜ ਰਾਜਨਾਥ ਸਿੰਘ ਨੇ ਕਹਿਤਾ। ਤੇ ਟਵਾਣਾ ਸਾਹਿਬ ਫਰਕ ਤਾਂ ਕੋਈ ਨਹੀਂ ਲੱਗਿਆ, ਠੀਕ ਹੈ। ਹੁਣ ਟਵਾਣਾ ਸਾਹਿਬ ਗੱਲ ਆ ਗਈ ਤੁਸੀਂ ਕੀਤੀ ਕਿ ਦੇਖੋ ਪੰਜਾਬ ਦੇ ਵਿੱਚ ਟਵਾਣਾ ਸਾਹਿਬ ਪੂਰੇ ਭਾਰਤ ਦੇ ਵਿੱਚ ਕੋਈ ਸਮੱਸਿਆ ਨਹੀਂ, ਉੱਤਰ ਪ੍ਰਦੇਸ਼ 'ਚ ਹਰਿਆਣੇ 'ਚ ਕੋਈ ਸਮੱਸਿਆ ਨਹੀਂ, ਤੁਸੀਂ ਉੜੀਸਾ ਦੀ ਆਪਾਂ ਕੱਲ ਗੱਲ ਕੀਤੀ ਸੀ, ਸਵੇਰ ਵਾਲੇ 'ਚ ਕੀਤੀ ਸੀ, ਕੋਈ ਸਮੱਸਿਆ ਨਹੀਂ, ਕਰਨਾਟਕ 'ਚ ਕੋਈ ਸਮੱਸਿਆ ਨਹੀਂ, ਰਾਜਸਥਾਨ 'ਚ ਕੋਈ ਸਮੱਸਿਆ ਨਹੀਂ, ਠੀਕ ਹੈ। ਤੁਸੀਂ ਟਵਾਣਾ ਸਾਹਿਬ ਤਾਮਿਲਨਾਡੂ ਚਲੇ ਜਾਓ, ਤਾਮਿਲਨਾਡੂ ਤੋਂ ਵੀ ਅੱਜ ਇੱਕ ਜਥਾ ਜਿਹੜਾ ਉਹ ਸਿੰਘੂ ਬਾਰਡਰ ਤੇ ਪਹੁੰਚਿਆ ਸਮਰਥਨ ਕਰ ਰਹੀ ਹੈ। ਔਰ ਤੁਸੀਂ ਦੇਖੋ ਜਿਹੜਾ ਉਹਨਾਂ ਨੇ ਟਵਾਣਾ ਸਾਹਿਬ ਮੋਰੇ ਬੈਨਰ ਪਕੜਿਆ ਹੋਇਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਤਸਵੀਰ ਲਾਈ ਹੋਈ ਆ, ਠੀਕ ਹੈ। ਭਾਵੇਂ ਕਿ ਕੱਲ ਨੂੰ ਉੱਤੇ ਵੀ ਵਾਵੇਲਾ ਖੜਾ ਹੋ ਜਾਏਗਾ ਕਿ ਦੇਖੋ ਜੀ ਤਾਮਿਲਨਾਡੂ ਵਾਲੇ ਕੌਣ ਹੁੰਦੇ ਆ, ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਾ ਕੇ ਆਉਣ ਵਾਲੇ, ਠੀਕ ਹੈ। ਟਵਾਣਾ ਸਾਹਿਬ ਹਾਲਾਤ ਇਹ ਨੇ ਕਿ ਅਸੀਂ ਹਰ ਜਗ੍ਹਾ ਟਵਾਣਾ ਸਾਹਿਬ ਗੱਲ ਤੇ ਇਹ ਆ ਕਿ ਦੇਖੋ ਉਹਨਾਂ ਲੋਕਾਂ ਦੀ ਸ਼ਰਧਾ ਉਹਨਾਂ ਨੇ ਲਾ ਲਈ, ਜੇ ਉਹਨਾਂ ਨੇ ਆਪਣੇ ਕਿਸੇ ਜਿਸ ਪੋਲੀਟੀਸ਼ੀਅਨ ਨੂੰ ਉਹ ਆਪਣਾ ਗੁਰੂ ਮੰਨਦੇ ਆ, ਉਹਨੂੰ ਆਪਣਾ ਰਹਿਬਰ ਮੰਨਦੇ ਆ, ਉਹਨਾਂ ਨੇ ਉਹਦੀ ਲਾ ਲਈ ਤੇ ਉਹਦੇ 'ਚ ਕੀ ਵਿਵਾਦ ਆ? ਹੁਣ ਕੱਲ ਨੂੰ ਵਿਵਾਦ ਖੜਾ ਹੋਏਗਾ ਉਹਦੇ ਤੇ ਕਿ ਦੇਖੋ ਜੀ ਉੱਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਥੱਲੇ ਕਾਂਚੀ ਰਾਮ ਦੀ ਕਿਉਂ ਲਾ ਲਈ? ਟਵਾਣਾ ਸਾਹਿਬ ਜੇ ਉਹਨਾਂ ਨੇ ਕਾਂਚੀ ਰਾਮ ਦੀ ਯਾਦ 'ਚ ਉਹ ਸੁਸਾਇਟੀ ਬਣਾਈ ਹੋਈ ਆ ਤੇ ਜੇ ਉਹਨਾਂ ਨੇ ਲਾ ਲਈ ਆ ਤੇ ਇਹ ਕਿੱਡੀ ਕੋ ਗੱਲ ਆ? ਜਾਂ ਤਾਂ ਇਹ ਆ ਕਿ ਦੇਖੋ ਟਵਾਣਾ ਸਾਹਿਬ ਸਾਡਾ ਧਰਮ ਆ, ਤਾਮਿਲਨਾਡੂ ਵਾਲਿਆਂ ਨੂੰ ਉਹਦੇ ਬਾਰੇ ਬਹੁਤੀ ਨੌਲੇਜ ਨਹੀਂ ਹੈ, ਜੇ ਉਹਨਾਂ ਨੇ ਲਾ ਲਈ, ਪਰ ਉਹ ਗੱਲ ਤੇ ਆ ਕਿ ਕੱਲ ਨੂੰ ਉਹ ਵਿਵਾਦ ਦਾ ਵਿਸ਼ਾ ਬਣਨਾ। ਹੁਣ ਸਭ ਤੋਂ ਵੱਡਾ ਵਿਵਾਦ ਟਵਾਣਾ ਸਾਹਿਬ ਪੰਜਾਬ 'ਚ ਆ, ਔਰ ਪੰਜਾਬ 'ਚ ਪਹਿਲਾਂ ਕੋਈ ਵਿਵਾਦ ਨਹੀਂ ਸੀ। ਪੰਜਾਬ 'ਚ ਵਿਵਾਦ ਕੇਵਲ ਤੇ ਕੇਵਲ ਜਦੋਂ 4 ਅਕਤੂਬਰ ਨੂੰ ਸ਼ੰਭੂ 'ਚ ਜਿਹੜਾ ਪਹਿਲਾ ਧਰਨਾ ਲਾਇਆ ਗਿਆ ਟਵਾਣਾ ਸਾਹਿਬ, ਉਦੋਂ ਤੋਂ ਵਿਵਾਦ ਸ਼ੁਰੂ ਹੋਇਆ ਤੇ ਉਹ ਵਿਵਾਦ ਚੱਲਦਾ ਆ ਕੇ 26 ਜਨਵਰੀ ਵਾਲੀ ਘਟਨਾ, ਜਿਹਨੂੰ ਅੱਜ ਵੀ ਬਹੁਤੇ ਲੋਕ ਜਸਟੀਫਾਈ ਕਰੀ ਜਾ ਰਹੇ ਕਿ ਉਹ ਠੀਕ ਸੀ, ਉਹ ਸੰਗਤ ਦਾ ਵਹਾਅ ਸੀਗਾ, ਉਹ ਹੋਣਾ ਹੀ ਸੀਗਾ, ਭਲੇ ਮਾਨਸੋ ਹੋਣਾ ਸੀ। ਤਾਂ ਜਿਹੜਿਆਂ ਤੋਂ ਕਰਵਾਇਆ ਉਹਨਾਂ ਤੋਂ ਕਿਉਂ ਕਰਵਾਇਆ? ਤੁਸੀਂ ਬੈਠੇ ਇਕੱਲੇ ਸਿਰਫ ਲੈਚੇ ਝਾੜਨ ਲਈ ਆ, ਤੁਸੀਂ ਕਿਉਂ ਨਹੀਂ ਗਏ ਲਾਲ ਕਿਲੇ ਤੇ? ਠੀਕ ਹੈ, ਤੁਸੀਂ ਕਾਹਦੇ ਲਈ ਪੋਸਟਾਂ ਪਾ ਕੇ ਆਪਣੀਆਂ ਪੋਸਟਾਂ ਡਿਲੀਟ ਕੀਤੀਆਂ? ਟਵਾਣਾ ਸਾਹਿਬ ਗੱਲ ਤਾਂ ਇਹ ਆ, ਬਗਾਨੇ ਪੁੱਤ ਜਿਹੜੇ ਆ ਉਹਨਾਂ ਨੂੰ ਤੋੜ ਕੇ ਉੱਥੇ ਕੁਰਬਾਨੀਆਂ ਦਵਾਈਆਂ ਜਾ ਰਹੀਆਂ, ਤੇ ਆਪ ਜਿਹੜੇ ਪੋਸਟਾਂ ਪਾਉਣ ਵਾਲੇ ਆ, ਜਿਹੜੇ ਪਿੱਛੇ ਬੈਠ ਕੇ ਪਲਾਨਿੰਗ ਕਰਨ ਵਾਲੇ ਆ, ਉਹ ਸਾਰੇ ਦੇ ਸਾਰੇ ਸ਼ਾਂਤ ਬੈਠੇ ਆ। ਤੁਸੀਂ ਜਿੱਥੇ ਵੀ ਤੁਸੀਂ ਕੋਈ ਵੀ ਕਿਸਾਨਾਂ ਦੇ ਨਾਮ ਤੇ, ਨੌਜਵਾਨਾਂ ਦੇ ਨਾਮ ਤੇ ਤੁਸੀਂ ਕੋਈ ਰੈਲੀ ਰੱਖਦੇ ਹੋ, ਉਹਦੇ 'ਚ ਤੁਸੀਂ ਕਿਸਾਨ ਆਗੂਆਂ ਤੇ ਦੇ ਵਿਰੁੱਧ ਰੱਜ ਕੇ ਭੜਾਸ ਕੱਢਦੇ ਹੋ
ਤੇ ਜੇ ਤੁਹਾਨੂੰ ਕੋਈ ਕਹਿੰਦਾ, ਟਵਾਣਾ ਸਾਹਿਬ ਆਪਣੇ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਇੱਕ ਸੁਖਪਾਲ ਖਹਿਰੇ ਦਾ ਚੇਲਾ ਵੀ ਆਇਆ ਹੋਇਆ, ਠੀਕ ਆ ਜੀ, ਜਿਹੜਾ ਕਹਿੰਦਾ ਜੀ ਵੀ ਇਹਨਾਂ ਨੇ ਨੌਜਵਾਨੀ ਤੇ ਮੰਡੀਰ 'ਚ ਅੰਤਰ ਕਿਉਂ ਪਾਇਆ, ਕਹਿੰਦਾ ਪਾੜਾ ਪਾਤਾ। ਟਵਾਣਾ ਸਾਹਿਬ ਗੱਲ ਤੇ ਆ, ਮੈਂ ਉਹਦੀ ਪ੍ਰੋਫਾਈਲ ਚੈੱਕ ਕੀਤੀ, ਨਹੀਂ ਟਵਾਣਾ ਸਾਹਿਬ ਗੱਲ ਤੇ ਆ, ਮੈਂ ਉਹਦੀ ਪ੍ਰੋਫਾਈਲ ਚੈੱਕ ਕੀਤੀ, ਆਪ ਸੁਖਪਾਲ ਖਹਿਰੇ ਦੀ ਲਾ ਕੇ ਬੈਠਾ, ਠੀਕ ਹੈ। ਹੁਣ ਗੱਲ ਤਾਂ ਸੀਗੀ ਟਵਾਣਾ ਸਾਹਿਬ, ਗੱਲ ਇਹ ਆ ਕਿ ਇਹ ਆਉਣੇ ਹੀ ਆਉਣੇ ਨੇ। ਹੁਣ ਇੱਥੇ ਹਾਲਾਤਾਂ ਕੀ ਬਣਦੀਆਂ ਨੇ ਕਿ ਦੇਖੋ, ਅਸੀਂ ਕਹਿ ਦਈਏ ਕਿ ਦੇਖੋ ਜੀ ਨੌਜਵਾਨੀ ਆ ਟਵਾਣਾ ਸਾਹਿਬ, ਮੈਂ ਜਿਹੜੀ ਗੱਲ ਸਵੇਰੇ ਕਹੀ ਸੀ ਮੈਂ ਹੁਣ ਵੀ ਉਹੀ ਗੱਲ ਕਹਿਣਾ, ਜਿਹੜਾ ਨੌਜਵਾਨ ਆ ਉਹ ਹਮੇਸ਼ਾ ਕਿਸੇ ਵੀ ਮੂਵਮੈਂਟ ਨੂੰ ਖਿੱਚ ਕੇ ਸਿਰੇ ਤੇ ਜਾਂਦਾ, ਤੇ ਜਿਹੜੇ ਸ਼ਰਾਰਤੀ ਵਿੱਚ ਜਿਹਨੂੰ ਅਸੀਂ ਮੰਡੀਰ ਕਹਿ ਦਿੰਦੇ, ਜਦੋਂ ਉਹ ਐਂਟਰ ਹੁੰਦੀ ਆ ਤਾਂ ਉਹ ਹਰ ਅੰਦੋਲਨ ਦਾ ਨੁਕਸਾਨ ਕਰਦੀ ਆ। ਤੇ ਇਹਦੇ 'ਚ ਗਲਤੀ ਕੀ ਆ? ਨੁਕਸਾਨ ਤਾਂ ਹਮੇਸ਼ਾ ਮੰਡੀਰ ਕਰਦੀ ਆ, ਨੌਜਵਾਨ ਨਹੀਂ ਕਰਦੇ। ਨੌਜਵਾਨ ਜਿਹੜੇ ਉੱਤੇ ਹੁਣ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਨੌਜਵਾਨ ਖੜਾ, ਕੀ ਉਹ ਨੌਜਵਾਨ ਨਹੀਂ ਹੈ? ਉੱਥੇ ਇਕੱਲੇ ਬਜ਼ੁਰਗ ਹੀ ਆ? ਜਾਂ ਤਾਂ ਕਹਿ ਦੋ ਕਿ ਸੰਯੁਕਤ ਕਿਸਾਨ ਮੋਰਚੇ ਕੋਲ ਜਿੰਨੇ ਕਿਸਾਨ ਨੇ ਉਹ ਸਾਰੇ 70 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਕੋਲ ਤਾਂ ਕੋਈ ਹੋਰ ਹੈ ਹੀ ਨਹੀਂਗਾ। ਟਵਾਣਾ ਸਾਹਿਬ ਨੌਜਵਾਨ ਉਹਨਾਂ ਕੋਲ ਵੀ ਆ, ਨੌਜਵਾਨ ਗੜਬੜ ਕਿਹੜਾ ਕਰਦਾ, ਗੱਲ ਤਾਂ ਉਹਦੀ ਦੇਖਣ ਦੀ ਆ, ਉਹ ਕੀ ਕਰਦਾ। ਹੁਣ ਟਵਾਣਾ ਸਾਹਿਬ ਉਹੀ ਕੁਝ ਪੰਜਾਬ 'ਚ ਹੋ ਰਿਹਾ, ਹਰ ਵਾਰ ਜੋ ਕੁਝ ਭਾਰਤ ਸਰਕਾਰ ਚਾਹੁੰਦੀ ਆ ਉਹੀ ਕੁਝ ਅਸੀਂ ਕਰਕੇ ਥਾਲੀ 'ਚ ਪਰੋਸ ਕੇ ਉਹਨਾਂ ਨੂੰ ਦੇ ਰਹੇ ਹਾਂ। ਅਸੀਂ ਪੂਰੇ ਸੰਘਰਸ਼ ਨੂੰ ਦੇਖੋ, ਅਸੀਂ ਕਹਿ ਰਹੇ ਹਾਂ ਇਹ ਕਾਮਰੇਡ ਬਨਾਮ ਸਿੱਖ ਆ। ਟਵਾਣਾ ਸਾਹਿਬ ਤੁਹਾਡੀਆਂ ਸਟੇਜਾਂ ਤੋਂ ਇਹਨਾਂ ਨੂੰ ਪੁੱਛ ਲਵੇ, ਤੁਹਾਡੇ ਤਾਂ ਨਕਸਲੀ ਵੀ ਬੋਲ ਕੇ ਗਏ ਆ, ਠੀਕ ਹੈ, ਕੰਨੂਪ੍ਰਿਆ ਬੋਲੀ ਆ, ਸਰਜੀਤ ਸਿੰਘ ਫੂਲ ਬੋਲਿਆ, ਕੀ ਨੇ ਉਹ? ਕੱਢ ਲੋ ਕਾ ਉਹਨਾਂ ਦਾ ਕਿਹੜੀ ਜਥੇਬੰਦੀ ਨਾਲ ਸੰਬੰਧ ਆ, ਉਹ ਵੀ ਤਾਂ ਕਲੀਅਰ ਕਰ ਦੋ। ਟਵਾਣਾ ਸਾਹਿਬ ਜਾਣ ਬੁੱਝ ਕੇ ਗੱਲ ਇਹ ਆ, ਜਿਸ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਥਾਂ ਨਹੀਂ ਮਿਲਦੀ, ਉਹ ਸਵੇਰੇ ਆ ਕੇ ਆਪਣੀ ਡਬਲੀ ਵਜਾਉਣ ਲੱਗ ਜਾਂਦਾ। ਹੁਣ ਟਵਾਣਾ ਸਾਹਿਬ ਜਿੰਨੇ ਵੀ ਇਹ ਇਤਿਹਾਸਕਾਰ ਬੈਠੇ ਨੇ, ਜਿੰਨੇ ਵੀ ਇਹ ਸਕਾਲਰ ਬਣੇ ਫਿਰਦੇ ਨੇ, ਜਦੋਂ ਤੁਸੀਂ ਸ਼ੰਭੂ ਆਪਣਾ ਅਲੱਗ ਧਰਨਾ ਲਾਇਆ, ਅਲੱਗ ਤੋਂ ਸਟੇਜ ਲਾਈ ਆ, ਤੇ ਟਵਾਣਾ ਸਾਹਿਬ ਫਿਰ ਦਿੱਲੀ ਕਿਉਂ ਨਹੀਂ ਲਾ ਸਕੇ? ਦਿੱਲੀ ਲਾ ਲੈਂਦੇ ਸ਼ੰਭੂ ਬਾਰਡਰ, ਸਿੰਘ ਬਾਰਡਰ ਤੇ ਪਤਾ ਲੱਗ ਜਾਂਦਾ ਤੁਹਾਡੇ ਕੋਲ ਕਿੰਨੇ ਕੁ ਸੀ। ਟਵਾਣਾ ਸਾਹਿਬ ਹੁਣ ਕਿਸਾਨੀ ਅੰਦੋਲਨ ਦੇ ਨਾਂ ਤੇ, ਨੌਜਵਾਨਾਂ ਦੇ ਨਾਮ ਤੇ ਤੁਸੀਂ ਲਿਆ ਕੇ ਕਦੀ ਤੁਸੀਂ ਕਿਸੇ ਨੂੰ ਕੈਸ਼ ਕਰਦੇ ਹੋ, ਕਿਸੇ ਨੂੰ ਕੈਸ਼ ਕਰਦੇ ਹੋ, ਤੁਹਾਡੇ ਬੁਲਾਰੇ ਕੀ ਬੋਲਦੇ ਆ, ਫਿਰ ਤੁਸੀਂ ਮਾਫੀਆਂ ਮੰਗਦੇ ਹੋ। ਦੇਖੋ ਜੀ, ਸਾਨੂੰ ਹਰਦੀਪ ਸਿੰਘ ਡਿਬਡਬਾ ਕਹਿ ਕੇ ਗਏ ਨੇ, ਉਹਨਾਂ ਨੇ ਬੇਨਤੀ ਕੀਤੀ ਸੀ ਅਸੀਂ ਕਿਸਾਨ ਆਗੂਆਂ ਦੇ ਵਿਰੁੱਧ ਹੁਣ ਕੁਝ ਨਹੀਂ ਬੋਲਣਾ। ਮਤਲਬ ਤੁਸੀਂ ਐਂਟਰੀ ਚਾਹੁੰਦੇ ਹੋ ਦੁਬਾਰਾ ਤੋਂ ਕਿ ਸਿੰਘੂ ਦੀ ਬਾਰਡਰ ਤੇ ਇੱਕ ਵਾਰੀ ਉਹ ਸਟੇਜ 'ਚ ਸਾਡੀ ਐਂਟਰੀ ਹੋ ਜਾਵੇ, ਅਸੀਂ ਫਿਰ ਉਹੋ ਜਿਹੇ ਇੱਕ ਘਟਨਾਕ੍ਰਮ ਨੂੰ ਦੁਬਾਰਾ ਅੰਜਾਮ ਦੇ ਦਈਏ ਜਿਹਦੇ ਨਾਲ ਇਹ ਅੰਦੋਲਨ ਜਿਹੜਾ ਇਹ ਲੀਹ ਤੋਂ ਉਤਰ ਜਾਏ। ਟਵਾਣਾ ਸਾਹਿਬ ਇਹ ਕਵੈਤ ਇਕੱਲੇ ਪੰਜਾਬ 'ਚ ਕਿਉਂ ਆ? ਗਲਤ ਆ ਨਾ, ਇਹ ਕਵੈਤ ਹਰਿਆਣੇ 'ਚ ਪੂਰੇ ਦੀਆਂ ਬਾਕੀ 27 ਸਟੇਟਾਂ ਪਈਆਂ ਨੇ, ਕਿਸੇ ਦੇ ਵਿੱਚ ਇਹ ਕਵੈਤ ਨਹੀਂ ਹੈ। ਕੇਵਲ ਤੇ ਕੇਵਲ ਪੰਜਾਬ 'ਚ ਰੌਲਾ, ਸੰਘਰਸ਼ ਪੰਜਾਬ ਤੋਂ ਸ਼ੁਰੂ ਹੋਇਆ, ਪੰਜਾਬ 'ਚ ਹੀ ਸੰਘਰਸ਼ ਸ਼ੁਰੂ ਕਰਨ ਵਾਲਿਆਂ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ। ਪੂਰੇ ਭਾਰਤ 'ਚ ਇਹਦੀ ਕਿਤੇ ਕਵਾਇਤ ਨਹੀਂ ਕਿ ਕੋਈ ਪੂਰਾ ਭਾਰਤ ਜਿਹੜਾ ਉਹ ਇਹਦਾ ਕਿਤੇ ਵਿਰੋਧ ਕਰਦਾ ਹੋਵੇ। ਜੀ ਹਾਂ, ਸਾਡੀ ਆਪਸੀ ਫੁੱਟ ਜਿਹੜੀ ਹੈ, ਕਿਉਂਕਿ ਪਹਿਲਾਂ ਮਿਸਲਾਂ ਦੇ ਵਕਤ ਵੀ, ਸਿੱਖ ਰਾਜ ਦੇ ਵਕਤ ਵੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਇੱਦਾਂ ਹੀ ਗਿਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਠੀਕ ਹੈ ਡੋਗਰਿਆਂ ਦਾ ਸੀ, ਪਰ ਆਪਸੀ ਤੌਰ 'ਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸੀ ਉਹਨਾਂ ਨੇ ਵੀ ਸਾਂਝ ਨਹੀਂ ਵਿਖਾਈ, ਆਪਸੀ ਇੱਕ ਦੂਸਰੇ 'ਤੇ ਸ਼ੱਕ ਸੁਬੇ ਕੀਤੇ, ਜਿੱਥੋਂ ਇਹ ਪ੍ਰੋਬਲਮ ਜਿਹੜੀ ਆ ਆਈ। ਇਸੇ ਦੌਰਾਨ ਜਿਹੜਾ ਹੈਗਾ ਜੰਗੀ ਆਜ਼ਾਦੀ ਮੂਵਮੈਂਟ 'ਚ ਵੀ ਮਤਭੇਦ ਸੀਗੇ, ਇੱਕ ਪਾਸੇ ਧਰਮ ਨੂੰ ਮੰਨਣ ਵਾਲੇ, ਇੱਕ ਪਾਸੇ ਧਰਮ ਨੂੰ ਨਾ ਮੰਨਣ ਵਾਲੇ, ਉਹੀ ਗੱਲਾਂ ਅੱਗੇ ਵੱਧਦੀਆਂ ਗਈਆਂ। ਇਹ ਐਜੀਟੇਸ਼ਨਾਂ ਦੇ ਵਿੱਚ ਹੁੰਦਾ ਆਇਆ। ਈਵਨ ਸੰਤਾਂ ਦੇ ਵਕਤ ਵੀ ਮਤਭੇਦ ਬੱਬਰਾਂ, ਤੁਸੀਂ ਤਾਂ ਵਿੱਚ ਰਹੇ ਹੋ, ਵੇਖਿਆ ਸਾਰਾ ਕੁਛ, ਬੱਬਰਾਂ ਅਤੇ ਸੰਤਾਂ ਦੇ ਦਰਮਿਆਨ ਜਾਂ ਹੋਰ ਤਰ੍ਹਾਂ 'ਚ ਮਤਭੇਦ ਜੁਝਾਰੂਆਂ 'ਚ ਵੀ ਸੀਗੇ, ਹਥਿਆਰਬੰਦ ਸੀ ਜਿਹੜੇ ਉਹਨਾਂ 'ਚ ਵੀ ਸੀਗੇ, ਦੂਸਰਿਆਂ 'ਚ ਤਾਂ ਚਲੋ ਵੱਖਰੀ ਗੱਲ ਹੈ। ਸੋ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਵੱਡੀ ਸਫਲਤਾ ਇਹੀ ਸੀਗੀ, ਉਹ ਤੱਤ ਖਾਲਸਾ ਅਤੇ ਬੰਦਈ ਖਾਲਸਾ ਕਿ ਇਹ ਹੁਣ ਜੀ ਬਾਦਸ਼ਾਹ ਬਣ ਗਿਆ, ਇਹਨੇ ਜੀ ਵਿਆਹ ਕਰਾ ਲਿਆ, ਇਹ ਹੋ ਗਿਆ, ਉਹ ਹੋ ਗਿਆ। ਸੋ ਆਪਸੀ ਮਤਭੇਦ, ਤੱਤ ਖਾਲਸਾ ਬੰਦਈ ਖਾਲਸਾ, ਉੱਥੋਂ ਕਿਤੇ ਨਾ ਕਿਤੇ ਸ਼ਕਤੀ ਹੈ ਜਿਹੜੀ ਉਹ ਤਰ ਹੋਈ। ਇਹ ਗੱਲ ਵੀ ਤਾਂ ਸਮਝਣੀ ਪਏਗੀ ਨਾ, ਅੰਦਰੂਨੀ ਫੁੱਟਾਂ ਵੀ ਸਾਡਾ ਕਾਰਨ ਬਣੀ। ਇੱਕ ਪਾਸੇ ਗਈ ਇੱਕਜੁੱਟਤਾ ਅਤੇ ਦੂਸਰੇ ਪਾਸੇ ਮੁੜਕੜ ਫਿਰ ਉਹੀ ਗੱਲਾਂ ਕਰੀ ਜਾਂਦੇ ਹੋ। ਹੁਣ ਜੇ ਤੁਸੀਂ ਉਹ ਗੱਲਾਂ ਕਰੋਗੇ ਫਿਰ ਮੀਡੀਆ ਕਿਉਂ ਨਹੀਂ ਆਲੋਚਨਾ ਕਰੇਗਾ? ਚਲੋ ਰਜਿੰਦਰ ਨੇ ਕੀਤਾ, ਜੋ ਵੀ ਜਿਹਨੇ ਵੀ ਕਿਹਾ ਗਲਤ ਕੀਤਾ, ਗਲਤੀਆਂ ਦੋਨੇ ਤਰ੍ਹਾਂ ਪਾਸੋਂ ਹੋਈਆਂ, ਪਰ ਜਿੰਨਾ ਉਹਨੂੰ ਪਬਲਿਕਲੀ ਸਟੇਜਾਂ 'ਤੇ ਇਹ ਲੋਕ ਉਭਾਰਨਗੇ, ਫਿਰ ਜੇ ਮੀਡੀਆ ਆਲੋਚਨਾ ਕਰਦਾ ਤਾਂ ਫਿਰ ਮੀਡੀਆ ਨੂੰ ਧਮਕੀਆਂ, ਉਹ ਉੱਥੇ ਗਾਲੀ ਗਲੋਚ 'ਤੇ ਉਤਰ ਦਿਓ। ਗੱਲ ਇਹ ਹੈ ਨਾ ਕਿ ਤੁਸੀਂ ਆਪਸ ਦੇ ਵਿੱਚ ਜਿਹੜਾ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਬੰਦ ਕਰ ਦਿਓ। ਜਦੋਂ ਮਾਈਕ ਤੁਹਾਡੇ ਮੂਹਰੇ ਹੁੰਦਾ, ਤੁਸੀਂ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਦੇ ਕੇ ਆਪਣੀ ਸਾਰੀ ਸ਼ਕਤੀ ਦਾ ਤਾਂ ਆਪੇ ਤੁਸੀਂ ਖਲਾਰਾ ਪਾ ਲੈਂਦੇ ਹੋ।
तो फिर दोष मीडिया ਨੂੰ ਕਿਉਂ? ਮੀਡੀਆ ਨੇ ਤਾਂ ਤੁਹਾਨੂੰ ਜਿਹੜਾ ਉੱਥੇ ਆਈਡੀ ਲੈ ਕੇ ਜਾਂਦੇ ਨੇ ਉਹ ਵੀ ਇਨਵੋਲਵ ਨੇ, ਕੋਈ ਕਿਸ ਧਿਰ ਦਾ ਫੈਨ ਹੈ, ਕੋਈ ਕਿਸ ਧਿਰ ਨੂੰ ਫੰਡਿੰਗ ਆ ਰਹੀ ਹੈ, ਬਹੁਤਾ ਬੇੜਾ ਉਹ ਵੀ ਕਰ ਰਹੇ ਨੇ। ਇੱਕ ਦੂਸਰੇ ਦੇ ਮੂੰਹੋਂ ਸਹਿ ਸੁਭਾਅ ਨੇ ਸਾਰੀਆਂ ਤਰ੍ਹਾਂ ਕਹਿ ਦਿੰਦੀਆਂ ਨੇ ਅਤੇ ਉਹਨੂੰ ਅੱਗੋਂ ਹਾਈਲਾਈਟ ਕਰ ਲੈਂਦੇ ਨੇ ਉਹ, ਹੈ ਨਾ। ਜੇ ਆਪਸੀ ਤੌਰ 'ਤੇ ਜਿਹੜਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕੀਤੀ ਜਾਵੇ ਤਾਂ ਫਿਰ ਮੀਡੀਆ ਵੀ ਨਹੀਂ ਕਰੇਗਾ, ਲੋਕ ਵੀ ਨਹੀਂ ਕਰਨਗੇ, ਆਲੋਚਕ ਵੀ ਨਹੀਂ ਕਰਨਗੇ। ਕਮੀਆਂ ਤਾਂ ਆਪਣੇ ਆਗੂਆਂ 'ਚ ਨੇ ਨਾ। ਗੱਲ ਉਹੀ ਹੈ ਕਿ ਇੱਕ ਪਾਸੇ ਜਦੋਂ ਕਿਸਾਨ ਜਾਂਦੇ ਨੇ ਅਤੇ ਦੀਪ ਕਹਿੰਦਾ ਉਹ ਰੋਟੀ ਪੌਣੇ 'ਚ ਬੰਨ੍ਹ ਕੇ ਕਿਉਂ ਨਹੀਂ ਲਗਾਏ, ਫਿਰ ਕਹਿੰਦਾ ਇਹ ਵਿਕ ਸਕਦੇ ਨੇ। ਭਾਈ ਤੇਰੇ ਕੋਲ ਕਿਹੜਾ ਸਕੈਨਰ ਆ, ਤੂੰ ਕਹਿੰਦਾ ਇਹ ਵਿਕ ਸਕਦੇ ਨੇ। ਫਿਰ ਉਹ ਦਾਅਵੇ ਕਿ ਨਹੀਂ ਜੀ ਸਾਡਾ ਪ੍ਰੈਸ਼ਰ ਸੀ, ਇਹ ਤਾਂ ਨਹੀਂ ਵਿਕੇ, ਨਹੀਂ ਤਾਂ ਕਦੋਂ ਦੇ ਵਿਕ ਜਾਂਦੇ। ਅਜਮੇਰ ਸਿੰਘ ਕਹਿੰਦਾ ਇਹ ਤਾਂ ਮਾੜਾ ਮੋਟਾ ਤਹਿਸੀਲਦਾਰਾਂ ਨੂੰ ਰੋਕਣ ਜੋਗੇ ਨੇ। ਭਾਈ ਉਹਨਾਂ ਨੇ ਤਹਿਸੀਲਦਾਰ ਤਾਂ ਰੋਕੇ ਨੇ, ਤੁਸੀਂ ਤਾਂ ਕਦੇ ਤਹਿਸੀਲਦਾਰ ਦੇ ਮੂਹਰੇ ਵੀ ਧਰਨਾ ਨਹੀਂ ਦਿੱਤਾ। ਆਹ ਮਸਤੂਆਣੇ ਦਰਬਾਰ ਸਾਹਿਬ ਬਣ ਰਿਹਾ, ਤੁਸੀਂ ਬੋਲਿਓ ਕਦੇ ਉਸ ਬਾਰੇ? ਉਹ ਨਹੀਂ ਬੋਲਣਾ। ਆਪ ਦਾ ਸਵਾਗਤ ਜੋਗਿੰਦਰ ਸਿੰਘ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਸਰ ਕਿੱਦਾਂ, ਠੀਕ ਹੋ? ਵਧੀਆ ਜੀ ਵਧੀਆ। ਕੀ ਕਹਿਣਾ ਚਾਹੁੰਦੇ ਹੋ ਮਲੇਸ਼ੀਆ ਤੋਂ ਜੋਗਿੰਦਰ ਸਿੰਘ ਜੀ? ਸਰ ਜਿਹੜੇ ਦੂਸਰੀ ਸੀਟ ਅਨਾਉਂਸ ਹੋਈ ਹੈ ਐਂਡ ਤੱਕ ਕਾਇਮ ਰਹੇਗੀ ਨਹੀਂ ਰਹੇਗੀ? ਮੈਨੂੰ ਲੱਗਦਾ ਕਾਇਮ ਰਹੇਗੀ। ਜਿਹੜੀ ਦੂਸਰੀ ਸੀਟ ਅਕਾਲੀ ਦਲ ਨੇ ਅਨਾਉਂਸ ਕੀਤੀ ਹੈ ਓਕੇ, ਉਹ ਲਾਸਟ ਤੱਕ ਕਾਇਮ ਰਹੇਗੀ ਕਿ ਨਹੀਂ ਰਹੇਗੀ? ਮੈਨੂੰ ਨਹੀਂ ਲੱਗਦਾ ਕਾਇਮ ਰਹੇਗੀ। ਅੱਛਾ ਕੋਈ ਨਹੀਂ, ਆਪਾਂ ਗੱਲਬਾਤ ਕਰ ਲੈਂਦੇ ਹਾਂ। ਮਿਹਰਬਾਨੀ, ਥੈਂਕ ਯੂ ਜੋਗਿੰਦਰ ਸਿੰਘ ਜੀ ਮਲੇਸ਼ੀਆ ਤੋਂ। ਜਿਹੜਾ ਅਕਾਲੀ ਦਲ ਵੱਲੋਂ ਟਿਕਟਾਂ ਜੋ ਅਨਾਊਂਸ ਹੋਈਆਂ ਨੇ 2 ਸੀਟਾਂ, ਕੀ ਪਰਿਵਾਰ ਦਾ, ਕਿਉਂਕਿ ਬਾਦਲ ਪਰਿਵਾਰ ਦਾ ਨਿੱਜੀ ਇਹਦੇ 'ਤੇ ਵਖੇੜਾ ਖੜਾ ਹੋ ਗਿਆ, ਕੀ ਇਹਦੇ 'ਚ ਕੋਈ ਤਬਦੀਲੀ ਕਰ ਸਕਦੇ ਨੇ ਜਾਂ ਕਿੱਦਾਂ ਇਹ ਵਰਤਾਰਾ ਅਕਾਲੀ ਦਲ ਦੀ ਸਿਆਸਤ ਕੀ ਕਹਿੰਦੀ ਹੈ? ਸੁਖਬੀਰ ਬਾਦਲ ਦਾ ਇਕਾਂਤਵਾਸ ਚਲੇ ਗਿਆ ਜੀ, ਹੈ ਨਾ ਜੀ। ਟਵਾਣਾ ਸਾਹਿਬ ਗੱਲ ਇਹ ਆ ਕਿ ਦੇਖੋ, ਚਾਹੇ ਪ੍ਰਨੀਤ ਕੌਰ ਲੜੇ ਬਾਦਲ ਸਾਹਿਬ ਦੀ ਬੇਟੀ ਜਾ ਕੇ ਵਲਟੋਆ ਹਲਕਾ ਜਿਹਨੂੰ ਖੇਮ ਕਰਨ ਅੱਜ ਕੱਲ ਕਿਹਾ ਜਾਂਦਾ, ਤੇ ਚਾਹੇ ਆਦੇਸ਼ ਪ੍ਰਤਾਪ ਕੈਰੋਂ ਆਪ ਲੜੇ। ਟਵਾਣਾ ਸਾਹਿਬ ਇੱਕ ਗੱਲ ਬੜੀ ਸਪਸ਼ਟ ਹੋ ਚੁੱਕੀ ਆ, ਆਦੇਸ਼ ਪ੍ਰਤਾਪ ਕੈਰੋਂ ਨੂੰ ਇਸ ਵਕਤ ਪੂਰੇ ਕੈਰੋਂ ਪਰਿਵਾਰ ਨੂੰ ਜੇ ਕਹਿ ਲਈਏ ਕਿ ਪ੍ਰਕਾਸ਼ ਸਿੰਘ ਬਾਦਲ ਦੇ ਧੀ ਨੂੰ, ਜਵਾਈ ਨੂੰ ਜਾਂ ਹੋਰ ਪਰਿਵਾਰ ਦੇ ਉਹਨਾਂ ਦੇ ਕਿਸੇ ਵੀ ਮੈਂਬਰ ਨੂੰ ਅਕਾਲੀ ਦਲ ਦੀ ਟਿਕਟ ਨਹੀਂ ਮਿਲੇਗੀ, ਇਹ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਟਵਾਣਾ ਸਾਹਿਬ ਇਹੀ ਕੁਛ ਉਸ ਵੇਲੇ ਹੋਇਆ ਸੀ ਜਦੋਂ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਚੋਂ ਬਾਹਰ ਕੱਢਿਆ ਗਿਆ ਸੀ। ਉਹੀ ਕੁਛ ਟਵਾਣਾ ਸਾਹਿਬ ਹੁਣ ਹੋ ਰਿਹਾ, ਕਿਉਂਕਿ ਇਹ ਆਪਾਂ ਨੂੰ ਪਤਾ ਸੀ ਸੁਖਬੀਰ ਸਿੰਘ ਬਾਦਲ ਤੇ ਆਦੇਸ਼ ਪ੍ਰਤਾਪ ਕੈਰੋਂ ਤੇ ਨਾਲ ਹੀ ਬੀਬਾ ਪ੍ਰਨੀਤ ਕੌਰ, ਜਾਨੀ ਕਿ ਭੈਣ ਭਰਾਵਾਂ ਦੇ ਵਿੱਚ ਵੀ ਸੰਬੰਧ ਜਿਹੜੇ ਬਹੁਤੇ ਸੁਖਾਵੇਂ ਨਹੀਂ ਸੀ ਸ਼ੁਰੂ ਤੋਂ। ਔਰ ਟਵਾਣਾ ਸਾਹਿਬ 10 ਸਾਲ ਤਾਂ ਸਾਰੇ ਮੀਡੀਆ ਨੇ ਅੱਖੀਂ ਦੇਖਿਆ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਜੇ ਕੋਈ ਕੰਮ ਹੁੰਦਾ ਸੀ ਤੇ ਸਿੱਧਾ ਸੀਐਮ ਕੋਲੇ ਜਾਂਦਾ ਸੀ, ਡਿਪਟੀ ਸੀਐਮ ਉਹਦੀ ਨਹੀਂ ਸੀ ਸੁਣਦਾ। ਇੱਥੋਂ ਤੱਕ ਕਿ ਜਦੋਂ ਕੋਈ ਅਧਿਕਾਰੀ ਨਹੀਂ ਸੀ ਸੁਣਦਾ ਤਾਂ ਡਿਪਟੀ ਸੀਐਮ ਨੂੰ ਕਹਿੰਦਾ ਸੀ, ਉਹ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੋ, ਮੇਰੀ ਨਹੀਂ ਕੋਈ ਸੁਣਦਾ। ਇਹ ਕਹਿ ਕੇ ਵਿਧਾਨ ਸਭਾ 'ਚ ਵੀ ਉਸ ਮੰਤਰੀ ਨੂੰ ਚੁੱਪ ਕਰਾ ਦਿੱਤਾ ਜਾਂਦਾ ਸੀ। ਟਵਾਣਾ ਤੋਂ ਵੀ ਹਾਲਾਤਾਂ ਬਣੀਆਂ ਹੋਈਆਂ ਸੀ। ਇਹ ਦੇਖਦਾ ਸੀ ਕਿ ਵਿਰਸਾ ਸਿੰਘ ਵਲਟੋਆ ਨੇ ਜਿਹੜੀ ਦਹਾੜ ਮਾਰੀ ਸੀ ਉਹ ਕਿੱਲੇ ਦੇ ਜ਼ੋਰ ਤੇ ਮਾਰੀ ਸੀ। ਟਵਾਣਾ ਸਾਹਿਬ ਕਿੱਲੇ ਤੋਂ ਬਗੈਰ ਕੋਈ ਬੰਦਾ ਕਦੀ ਤਿੰਗੜਦਾ ਨਹੀਂ ਹੈ, ਤੇ ਉਹ ਕਿੱਲੇ ਦੇ ਜ਼ੋਰ ਤੇ ਹੀ ਉਹਨੇ ਗੱਲ ਕੀਤੀ ਸੀ ਤੇ ਉਹ ਸਾਫ਼ ਜ਼ਾਹਰ ਹੋ ਗਿਆ ਸੀ ਕਿ ਕਿੱਲਾ ਮਗਰ ਕਿਹੜਾ ਵਾ। ਇਸ ਕਰਕੇ ਟਵਾਣਾ ਸਾਹਿਬ ਟਿਕਟਾਂ ਨਾ ਬਦਲੀਆਂ ਜਾਣਗੀਆਂ, ਨਾ ਕੁਛ ਹੋਏਗਾ। ਮੈਂ ਸਵੇਰੇ ਵੀ ਗੱਲ ਕੀਤੀ ਸੀ, ਸੁਖਬੀਰ ਸਿੰਘ ਬਾਦਲ ਦੀ ਟਿਕਟ ਕਲੀਅਰ ਹੋ ਚੁੱਕੀ ਆ, ਵਿਰਸਾ ਸਿੰਘ ਵਲਟੋਆ ਦੀ ਹੋ ਚੁੱਕੀ, ਤਕਰੀਬਨ 64 ਟਿਕਟਾਂ ਹੋਰ ਕਲੀਅਰ ਹੋ ਚੁੱਕੀਆਂ ਨੇ ਅਕਾਲੀ ਦਲ ਦੀਆਂ। ਜਿਹੜੀ ਵਰਕਿੰਗ ਕਮੇਟੀ ਅਨਾਉਂਸ ਕੀਤੀ ਗਈ ਆ, 64 ਵਿਅਕਤੀ ਉਹਦੇ 'ਚ ਮੌਜੂਦ ਨੇ। ਉਹਨਾਂ 64 ਦੀ ਮਤਲਬ ਕੁੱਲ ਮਿਲਾ ਕੇ ਚੱਲੋ ਕਿ 66 ਸੀਟਾਂ ਜਿਹੜੀਆਂ ਨੇ ਉਹ ਤਕਰੀਬਨ ਡਿਸਾਈਡ ਨੇ ਅਕਾਲੀ ਦਲ ਦੀਆਂ, ਜੀ 'ਚ ਕੋਈ ਤਬਦੀਲੀ ਨਹੀਂ ਹੋਣੀ। 64 ਬੰਦਿਆਂ ਨੂੰ ਵਰਕਿੰਗ ਕਮੇਟੀ 'ਚ ਸੈੱਟ ਕਰ ਦਿੱਤਾ ਗਿਆ। ਇਸ ਕਰਕੇ ਟਵਾਣਾ ਸਾਹਿਬ ਕੇਵਲ ਤੇ ਕੇਵਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਉਹਦੇ ਪਰਿਵਾਰ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। ਇਸੇ ਕਰਕੇ ਹੀ ਇਹ ਸੀਟ ਜਿਹੜੀ ਸੀ ਉਹ ਨਾਲ ਦੀ ਨਾਲ ਅਨਾਉਂਸ ਕੀਤੀ ਆ। ਹੁਣ ਕਿਉਂਕਿ ਜੇ ਅਨਾਉਂਸ ਨਹੀਂ ਸੀ ਕਰਦੇ ਟਵਾਣਾ ਸਾਹਿਬ, ਫੇਰ ਹੋ ਸਕਦਾ ਵੱਡੇ ਬਾਦਲ ਸਾਹਿਬ ਦੇ ਪ੍ਰੈਸ਼ਰ ਥੱਲੇ ਆ ਕੇ ਕੋਈ ਡਿਸੀਜਨ ਸੱਜੇ ਖੱਬੇ ਕਰ ਲਿਆ ਜਾਂਦਾ ਕਿ ਇਹ ਕਹਿ ਦਿੱਤਾ ਜਾਂਦਾ ਕਿ ਚਲੋ ਜੀ ਏਦਾਂ ਕਰੋ ਜੀ ਵੀ ਇਹਨਾਂ ਨੂੰ ਤਾਰਨ ਦੇ ਦਿਓ ਜਾਂ ਉਹਨਾਂ ਨੂੰ ਖੇਮ ਕਰਨ ਦੇ ਦਿਓ ਜਾਂ ਵਲਟੋਆ ਸਾਹਿਬ ਨੂੰ ਪੱਟੀ ਦੇ ਦਿਓ, ਕੋਈ ਏਦਾਂ ਦੀ ਰੱਦੋ ਬਦਲ ਹੋ ਜਾਂਦੀ। ਪਰ ਟਵਾਣਾ ਸਾਹਿਬ ਉਹ ਕੁਛ ਨਹੀਂ। ਹੁਣ ਤਾਂ ਹਾਲਾਤ ਇਹ ਵੀ ਬਣ ਗਏ ਨੇ ਕਿ ਟਵਾਣਾ ਸਾਹਿਬ
ਜਿਹੜਾ ਹਰਮੀਤ ਸਿੰਘ ਸੰਧੂ ਸੀ, ਜਿਹੜਾ ਤਰਨ ਤਾਰਨ ਤੋਂ ਕਿਸੇ ਟਾਈਮ ਇੰਡੀਪੈਂਡੈਂਟ ਜਿੱਤਿਆ ਸੀ ਤੇ ਉਹਦੇ ਬਾਅਦ ਲਗਾਤਾਰ ਅਕਾਲੀ ਦਲ ਵੱਲੋਂ ਜਿੱਤਦਾ ਆਇਆ ਸੀ ਟਿਵਾਣਾ ਸਾਹਿਬ, ਉਹਨੂੰ ਵੀ ਹਲਕਾ ਬਦਲ ਕੇ ਤਕਰੀਬਨ ਖਡੂਰ ਸਾਹਿਬ ਭੇਜ ਦਿੱਤਾ ਗਿਆ, ਜਿੱਥੇ ਕਿਸੇ ਟਾਈਮ ਬ੍ਰਹਮਪੁਰਾ ਸਾਹਿਬ ਤੇ ਉਹਨਾਂ ਦਾ ਬੇਟਾ ਹੁੰਦੇ ਸੀ। ਉਹ ਸੀਟ ਵੀ ਜਿਹੜੀ ਆ ਉਹ ਹਰਮੀਤ ਸਿੰਘ ਸੰਧੂ ਨੂੰ ਅਗਲੀ ਲੜਾਉਣ ਦੀ ਜਿਹੜੀ ਉਹ ਤਕਰੀਬਨ ਤਿਆਰੀ ਜਿਹੜੀ ਆ ਉਹ ਅਕਾਲੀ ਦਲ ਨੇ ਵਿੱਢ ਦਿੱਤੀ ਆ। ਇਸ ਕਰਕੇ ਟਿਵਾਣਾ ਸਾਹਿਬ ਇਹ ਜਿਹੜੀਆਂ ਸੀਟਾਂ ਅਨਾਉਂਸ ਹੋਈਆਂ ਨੇ, ਜਾਂ ਜਿਹੜੀਆਂ ਮੈਂ 64 ਸੀਟਾਂ ਦੀ ਸਵੇਰੇ ਗੱਲ ਕੀਤੀ ਸੀ ਤੇ ਹੁਣ ਕੀਤੀ ਆ, ਜਿਹੜੀਆਂ ਵਰਕਿੰਗ ਕਮੇਟੀ 'ਚ ਪਈਆਂ, ਇਹ ਸੀਟਾਂ 'ਚ ਕੋਈ ਵੀ ਰੱਦੋ ਬਦਲ ਜਿਹੜੀ ਆ ਉਹ ਨਹੀਂ ਹੋਣੀ। ਜੀ ਜੀ, ਇਸ ਦੇ ਨਾਲ ਸੁਰਿੰਦਰ ਜੀ ਕਾਲਸ ਹੁਣ ਖੋਲ੍ਹ ਦਿੱਤੀਆਂ ਨੇ। ਜੇ ਕਿਸੇ ਸੱਜਣ ਨੇ ਕਿਸੇ ਵੀ ਵਿਸ਼ੇ 'ਤੇ ਗੱਲ ਕਰਨੀ ਹੈ ਤਾਂ ਉਸ ਦਾ ਸਵਾਗਤ ਹੈ। ਵੈਲਕਮ ਸਰ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ? ਹਾਂਜੀ ਹਾਂਜੀ, ਮੇਰੇ ਨਾਲ ਗੱਲ ਹੋ ਰਹੀ ਹੈ ਸਰ? ਹਾਂਜੀ ਹਾਂਜੀ, ਤੁਹਾਡੇ ਨਾਲ ਗੱਲ ਹੋ ਰਹੀ ਸਰ। 2617 ਕੌਣ ਬੋਲ ਰਹੇ ਹੋ? ਹਾਂਜੀ ਹਾਂਜੀ, ਮੈਂ ਮਨਜੀਤ ਇੰਦਰ ਸਿੰਘ ਬੋਲ ਰਿਹਾ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਭਾਜੀ? ਮੇਰਾ ਪਿੰਡ ਮੰਡਿਆਣੀ ਹੈ ਜੀ, ਇੱਥੇ ਲੁਧਿਆਣੇ ਦੇ ਕੋਲੇ ਮੰਡਿਆਣੀ। ਹਾਂਜੀ, ਮਸ਼ਹੂਰ ਪਿੰਡ ਹੈ ਮੰਡਿਆਣੀ ਤੋਂ। ਮਨਜੀਤ ਇੰਦਰ, ਕੀ ਕਹਿਣਾ ਚਾਹੁੰਦੇ ਹੋ ਵੀਰ? ਬਸ ਮੈਂ ਤਾਂ ਇੱਕ ਤਾਂ ਆਹ ਫੋਨ ਚੈੱਕ ਕਰਨਾ ਸੀ, ਤੇ ਦੂਸਰਾ ਵੀ ਮੈਂ ਸੁਣਦਾ ਉਹਨੂੰ ਬੜੇ ਚਿਰ ਦਾ, ਜਦੋਂ ਉਹ ਤੁਸੀਂ ਮਿਲੀਅਨ ਵਾਲੀ ਟੀਮ ਚ ਹੁੰਦੇ ਸੀਗੇ, ਸਾਨੂੰ ਬੜੀ ਖੁਸ਼ੀ ਆ ਵੀ ਤੁਸੀਂ ਮਤਲਬ ਸਭ ਬੰਦਿਆਂ ਤੋਂ ਯਾਦ ਹੋ ਕੇ ਆਪਦੇ ਖਿਆਲਾਤ ਸੀਗੇ। ਏਦਾਂ ਦੀ ਕੋਈ ਗੱਲ ਨਹੀਂ, ਜਿੱਥੇ ਵੀ ਕੰਮ ਕੀਤਾ ਨਾ ਮੰਡਿਆਣੀ ਸਾਹਿਬ ਆਜ਼ਾਦੀ ਨਾਲ ਹੀ ਕੀਤਾ, ਤੇ ਜਦੋਂ ਲੱਗਿਆ ਕਿ ਮਤਭੇਦ ਨਹੀਂ ਮਿਲਦੇ ਤੇ ਆਪਾਂ ਉਦੋਂ ਹੀ ਬਾਏ ਬਾਏ ਕਰਕੇ ਆ ਜਾਂਦੇ ਸੀ। ਏਦਾਂ ਦੀ ਕੋਈ ਗੱਲ ਨਹੀਂ, ਜਿੱਥੇ ਵੀ ਕੀਤਾ ਆਜ਼ਾਦੀ ਨਾਲ ਕੀਤਾ। ਬਾਹਲਾ ਟਾਈਮ ਨਹੀਂ ਲੈਣਾ, ਬਸ ਉਹਨੇ ਲਾਈਟਰ ਨੋਟ ਮੈਂ ਕਹਿਣਾ ਚਾਹੁੰਦਾ, ਬਹੁਤ ਵਧੀਆ ਵਿਚਾਰ ਤੁਹਾਡੇ ਦੋਨੇ ਵੀਰਾਂ ਦੇ ਹੈਗੇ ਆ। ਪਰ ਇੱਕ ਹੋਰ ਇੱਕ ਇਤਫਾਕ ਇਹੋ ਜਿਹਾ ਕਿ ਟਿਵਾਣਾ ਸਾਹਿਬ ਤੁਹਾਡੀ ਚਾਲ ਵੀ ਬੜੀ ਸਲੋ ਆ, ਤੇ ਬਾਈ ਸੁਰਿੰਦਰ ਜੀ ਉਹ ਵੀ ਤੁਹਾਡੇ ਵਾਂਗੂ ਬਹੁਤ ਹੌਲੀ ਹੌਲੀ ਬੋਲਦੇ ਆ, ਤੇ ਸਾਨੂੰ ਧੀਮੀ ਗਤੀ ਦਾ ਸਮਾਚਾਰ ਲੱਗਦਾ। ਮੈਂ ਤਾਂ YouTube ਤੇ ਨਾ ਡਬਲ ਸਪੀਡ ਤੇ ਲਾ ਕੇ ਸੁਣਦਾ, ਫੇਰ ਵਧੀਆ ਲੱਗਦਾ। ਨਹੀਂ ਕੋਈ ਨਹੀਂ, ਦੇਖੋ ਮੇਰਾ ਤਾਂ ਅੰਦਾਜ਼ ਬਹੁਤ ਸਲੋ ਪਿਚ ਤੇ ਹੈ। ਜਿੰਨੇ ਵੀ ਕਿਉਂਕਿ ਦੇਖੋ ਹਰ ਬੰਦਾ ਬਿਜੀ ਹੈ, ਅਸੀਂ ਕੋਈ ਐਡੇ ਕੋਈ ਮਤਲਬ ਦੁਨੀਆ ਦੇ ਮਹਾਨ ਬੰਦੇ ਨਹੀਂ ਹੈ ਕਿ ਅਗਲਾ ਕੰਮ ਰੋਕ ਕੇ ਜਾਂ ਸਾਹ ਰੋਕ ਕੇ ਸਾਨੂੰ ਸੁਣੇ। ਕੋਈ ਟਰੈਕਿੰਗ ਤੇ ਹੈ, ਕੋਈ ਗਾਰਡਨਿੰਗ ਕਰਦਾ, ਕੋਈ ਭੈਣ ਰੋਟੀਆਂ ਪਕਾਉਂਦੀ ਹੈ। ਤੁਸੀਂ ਵੇਖੋ NDTV ਵੇਖੋ, ਜਾਂ ਹੋਰ ਜਿਹੜੇ ਸਲੀਕੇ ਵਾਲੇ TV ਨੇ ਨਾ ਵਿਸ਼ਵ ਦੇ, ਉਹ ਬਹੁਤ ਠੰਡੇ ਮਤੇ ਨਾਲ ਚੱਲਦੇ ਨੇ। ਆ ਦੂਜੇ ਜਿਹਨਾਂ ਦੇ ਪਤਾ ਨਹੀਂ ਕੀ ਪੈਟਰੋਲ ਲੱਗਾ ਹੁੰਦਾ ਪੈਰਾਂ ਥੱਲੇ, ਪਤਾ ਨਹੀਂ ਕੀ ਅੱਗ ਮੱਚਦੀ ਆ, ਖਬਰੇ ਸਾਨੂੰ ਆਦਤ ਇਹੋ ਜਿਹੀ ਪੈ ਗਈ ਛੇਤੀ ਛੇਤੀ ਸੁਣਨ ਦੀ ਕਿ ਜਿਹੜਾ ਡਰਾਮੇ ਵਾਲੀ ਚੀਜ਼ ਸਾਨੂੰ ਸਲੋ ਲੱਗਦੀ ਹੈ, ਵੀ ਹੋ ਸਕਦਾ ਏਦਾਂ। ਥੈਂਕ ਯੂ, ਚਲੋ ਠੀਕ ਆ ਜੀ, ਠੀਕ ਆ ਜੀ, ਕੈਰੀ ਔਨ, ਫੇਰ ਗੱਲ ਕਰਾਂਗੇ। ਥੈਂਕ ਯੂ ਵੀਰ, ਥੈਂਕ ਯੂ। ਹਾਲਾਂਕਿ ਬਾਈ ਜੀ ਸੁਰਿੰਦਰ ਹੋਰਾਂ ਦਾ ਜਿਹੜਾ ਐਕਸੈਂਟ ਆ ਨਾ ਉਹ ਬਹੁਤ ਤੇਜ਼ ਸੀਗਾ, ਪਰ ਉਹਦੇ 'ਚ ਬਰੋਡਕਾਸਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਸਾਨੂੰ ਸਿਖਾਈਆਂ ਜਾਂਦੀਆਂ ਨੇ ਨਾ, ਜਦੋਂ ਡਿਬੇਟ ਹੁੰਦੀ ਆ, ਤੁਸੀਂ ਸਾਡੀਆਂ ਪੁਰਾਣੀਆਂ ਮੇਰੀਆਂ ਬਹਿਸ ਵੇਖੋ, ਜਿਹੜੀਆਂ ਚਰਚਾਵਾਂ ਸੁਰਿੰਦਰ ਬਾਈ ਜੀ ਨਾਲ ਸੀ, ਉਹ ਬਹੁਤ ਫਾਸਟ ਸੀ। ਅਸੀਂ ਇੱਕ ਦੂਜੇ ਨੂੰ ਕਾਊਂਟਰ ਕਰਦੇ ਸੀ। ਹੁਣ ਜਿਹੜਾ ਰੇਡੀਓ ਹੈ ਨਾ, ਇਹ ਦੇਖੋ ਉੱਥੇ ਬੈਠੇ ਨੇ, ਅਸੀਂ ਇੱਕ ਦੂਸਰੇ ਨੂੰ ਵੇਖ ਨਹੀਂ ਰਹੇ, ਸਿਰਫ ਇਸ਼ਾਰਾ ਮਾਤਰ ਹੈ ਨਾ। ਉਹ ਗੱਲ ਤੋਂ ਹੀ ਸਮਝ ਜਾਂਦੇ ਆ ਕਿ ਮੈਂ ਉਹਨਾਂ ਨੂੰ ਰੋਕਣਾ ਚਾਹੁੰਦਾ, ਉਹ ਮੇਰੀ ਗੱਲ ਸਮਝ ਜਾਂਦੇ ਆ, ਫਾਲੋ ਕਰਦੇ ਆ। ਇਹ ਬਲਾਈਂਡ ਮੀਡੀਆ, ਜਿਵੇਂ ਉਹ ਕਹਿੰਦੇ ਨਾ ਗੂੰਗੇ ਦੀ ਭਾਸ਼ਾ ਗੂੰਗੇ ਦੀ ਮਾਂ ਜਾਣੇ, ਇੱਦਾਂ ਇਹ ਬਲਾਈਂਡ ਮੀਡੀਆ। ਇਸ ਕਰਕੇ ਇੱਥੇ ਇਸ਼ਾਰੇ ਮਾਤਰ ਹੀ ਹੈ ਨਾ। ਉਹ ਜਿਸ ਤਰ੍ਹਾਂ ਟਰਮੇ ਦੇ ਨਾਲ ਇੱਕ ਦੂਸਰਾ ਹੁੰਦਾ ਕਿ ਤੁਹਾਡੀ ਅਤੇ ਤੁਹਾਡੇ ਐਕਸਪਰਟ ਜਾਂ ਜੋ ਵੀ ਗੈਸਟ ਹੈ ਉਹਨਾਂ ਦੀ ਪਿੱਚ ਮਿਲਣੀ ਚਾਹੀਦੀ ਆਪਸ 'ਚ। ਇਹ ਨਹੀਂ ਕਿ ਉਹ ਫਟਾਫਟ ਅਤੇ ਮੈਂ ਸਲੋ, ਜਾਂ ਮੈਂ ਫਟਾਫਟ ਉਹ ਸਲੋ। ਜਿਵੇਂ ਦੋ ਬਲਦ ਇੱਕੋ ਸਪੀਡ 'ਤੇ ਜਾਂਦੇ ਹੁੰਦੇ ਆ ਨਾ, ਇੱਕ ਦੋ ਪਹੀਏ ਇੱਕ ਰਿਦਮ ਗਰਾਰੀ, ਜੇ ਗਰਾਰੀ ਹੋਊ ਤਾਂ ਦੰਦਾ ਭਰੂਗਾ। ਕਿਉਂ ਬਾਈ ਸੁਰਿੰਦਰ? ਜੀ ਸੁਰਿੰਦਰ ਸੁਰਿੰਦਰ ਬਾਈ ਜੀ, ਰੇਡੀਓ ਕਿਉਂਕਿ ਤੁਸੀਂ ਘੱਟ ਕੀਤਾ, ਸੌਰੀ ਤੁਸੀਂ ਗੱਲ ਕਰੋ। ਹਾਂ ਮੰਡਿਆਣੀ ਸਾਹਿਬ, ਫਿਰ ਆਪਾਂ ਗੱਲ ਕਰਦੇ ਹਾਂ। ਜੀ ਜੀ ਪਲੀਜ਼। ਬਸ ਮੈਂ ਤਾਂ ਇਹੀ ਕਹਿੰਦਾ, ਤੁਹਾਡੀ ਜਿਵੇਂ ਹੁੰਦੇ ਆ ਨਾ ਰੇਡੀਓ ਦੇ ਜਿਹੜੇ ਜਦੋਂ ਗ੍ਰਾਮ ਚੈੱਕ ਕਰਦੇ ਆ, ਆਵਾਜ਼ ਚੈੱਕ ਕਰਦੇ ਆ, ਤਾਂ ਤੁਹਾਡੀ ਤਾਂ ਚਲੋ ਹੈਗੀ ਹੋਈ ਆ, ਤੇ ਬਾਈ ਸੁਰਿੰਦਰ ਜੀ ਦੀ ਵੀ ਵਧੀਆ ਮਤਲਬ ਰੇਡੀਓ ਵਾਲੀ ਆਵਾਜ਼ ਆ। ਜੀ ਜੀ, ਥੈਂਕ ਯੂ ਮੰਡਿਆਣੀ ਸਾਹਿਬ, ਜੁੜਿਆ ਕਰੋ, ਮਿਹਰਬਾਨੀ ਬਾਈ ਜੀ। ਹਾਂ ਬਾਈ ਜੀ ਨੇ ਚਲੋ ਸਟਾਰ ਕੀਤਾ। ਇਹਦੇ ਬਿਨਾਂ ਤੇ ਮੈਂ ਦੱਸਦਾ, ਧੀਮੀ ਗਤੀ ਦੇ ਸਮਾਚਾਰ ਉਹ ਅੱਗੇ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਸੀਗੇ, ਹੁਣ ਨਹੀਂ ਹੁੰਦੇ। ਉਹ ਕਹਿੰਦੇ ਸੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਆਖੀ, ਉਹਨਾਂ ਪਹਾੜਾਂ ਤੋਂ ਆਪਣਾ ਰੂਟ ਪੰਜਾਬ ਵੱਲ ਨੂੰ ਸਿੱਧਾ ਕਰ ਲਿਆ। ਉਹਦਾ ਕਾਰਨ ਇਹ ਸੀ ਸੁਰਿੰਦਰ ਬਾਈ, ਜਿਹੜੇ ਧੀਮੀ ਗਤੀ ਦੇ ਸਮਾਚਾਰ ਆਪਾਂ ਤਾਂ ਬਹੁਤ ਸੁਣੇ ਨੇ, ਉਦੋਂ ਲਾਈਫ 'ਚ ਵੀ ਠਹਿਰਾਓ ਸੀਗਾ, ਕੋਈ ਕਾਹਲੀ ਨਹੀਂ ਸੀ।
ਧੀਮੀ ਗਤੀ ਦੇ ਸਮਾਚਾਰ ਅਸਲ ਦੇ ਵਿੱਚ ਹੁੰਦਾ ਸੀ ਜਿਹੜੇ ਲੋਕਲ ਪੇਪਰ ਨੇ ਨਾ, ਜਿਵੇਂ ਪਟਿਆਲੇ 'ਚ ਕੋਈ ਛਪਦਾ ਪੇਪਰ, ਅੱਗੇ ਪੇਪਰ ਦੂਰੋਂ ਨਹੀਂ ਸੀ ਆਉਂਦੇ ਹੁੰਦੇ, ਜਾਂ ਕੋਈ ਕਸਬੇ 'ਚ ਛਾਪਦਾ, ਉਹ ਫਿਰ ਉਹ ਪੇਪਰਾਂ ਵਾਲੇ ਜਿਹੜੇ ਨਾਮਾ ਨਗਾਰ ਸੀਗੇ ਉਹ ਖਬਰ ਲਿਖ ਲੈਂਦੇ ਸੀਗੇ, ਉਹ ਖਬਰ ਲਿਖ ਕੇ ਉਹੀ ਛਾਪ ਕੇ ਸ਼ਾਮ ਨੂੰ ਇਵਨਿੰਗ ਪੇਪਰ 'ਚ ਵੰਡ ਦਿੰਦੇ ਸੀ। ਉਦੋਂ ਧੀਮੀ ਗਤੀ ਦੇ ਸਮਾਚਾਰ ਚੱਲਦੇ ਹੁੰਦੇ ਸੀਗੇ। ਅਤੇ ਵੈਸੇ ਵੀ ਲੋਕਾਂ 'ਚ ਸੁਰਿੰਦਰ ਬਾਈ ਜੀ ਸਹਿਜ ਸੀਗਾ, ਅਤੇ ਹੁਣ ਤਾਂ ਪੁੱਛੋ ਨਾ ਕਿ ਪੈਰਾਂ ਥੱਲੇ ਅੱਗ ਹੀ ਮੱਚਦੀ ਆ, ਬਰੋਲਾ ਹੀ ਬਣਾ ਦਿੰਦੇ ਆ ਲੋਕੀ, ਹੈ ਨਾ ਸੁਰਿੰਦਰ ਵੀਰ ਜੀ? ਕਰੋ ਤਜਰਬੇ ਆਪਣੇ ਸਾਂਝੇ ਇਹਦੇ ਬਾਰੇ ਜੀ। ਹਾਂਜੀ ਟਵਾਣਾ ਸਾਹਿਬ, ਗੱਲ ਇਹ ਆ ਉਦੋਂ ਜਿਹੜੇ ਸਮਾਚਾਰ ਸੀ ਉਹ ਵੀ ਧੀਮੀ ਗਤੀ ਦੇ ਸੀ, ਪਰ ਗੱਲ ਇਹ ਸੀ ਵੀ ਉਹ ਰੇਡੀਓ ਵੀ ਧੀਮੀ ਗਤੀ ਵਾਲਾ ਸੀਗਾ, ਠੀਕ ਹੈ। ਤੇ ਉਹ ਏਡਾ ਕੁ ਸੀ ਵੀ ਜਦੋਂ ਉਹ ਟਵਾਣਾ ਸਾਹਿਬ ਖਰਾਬ ਹੋ ਜਾਂਦਾ ਸੀ ਤੇ ਉਹਨੂੰ ਫਿਰ ਕੀ ਕਰੀਦਾ ਸੀ, ਉਹਨੂੰ ਇੱਕ ਨਾ ਜਿਹੜੀ ਬੈੱਡ ਤੇ ਵਿਛਾਉਣ ਵਾਲੀ ਚਾਦਰ ਉਹਦੇ 'ਚ ਬੰਨ ਕੇ ਸਿਰ ਤੇ ਚੱਕ ਕੇ ਸ਼ਹਿਰ ਜਾਣਾ ਪੈਂਦਾ ਸੀ, ਠੀਕ ਹੈ। ਤੇ ਉਹ ਨੇੜੇ ਤੇੜੇ ਨਹੀਂ ਸੀ। ਤੇ ਟਵਾਣਾ ਸਾਹਿਬ ਤੇ ਟੀਵੀ ਉਹਦਾ ਤੇ ਇੱਕ ਏਰੀਅਲ ਰੱਖਿਆ ਹੁੰਦਾ ਸੀ, ਏਰੀਅਲ ਤੋਂ ਉਹਦੀ ਕੈਚ ਕਰਦਾ ਸੀ ਤੇ ਆਵਾਜ਼ ਸੁਣਦੀ ਸੀ। ਤੇ ਜਿਹੜਾ ਟੀਵੀ ਸੀਗਾ ਉਹ ਤੇ ਟਵਾਣਾ ਸਾਹਿਬ ਉਹ ਯੁੱਗ ਬਦਲਿਆ ਤੇ ਬੜਾ ਕੁਛ ਬਦਲਿਆ। ਨਹੀਂ ਤੇ ਟੀਵੀ ਦੀ ਹਾਲਤ ਇਹ ਸੀ ਵੀ ਮੈਂ ਤੇ ਉੱਪਰ ਕੋਠੇ ਦੇ ਉੱਤੇ ਚੜ ਕੇ ਐਂਟੀਨਾ ਸਿੱਧਾ ਕਰਦਾ, ਇਸੇ 'ਚ ਖੁਸ਼ ਹੋ ਜਾਂਦਾ ਹੁੰਦਾ ਸੀ ਵੀ ਥੱਲੇ ਵਾਲਿਆਂ ਨੇ ਪੰਜਾਬੀ ਗੀਤ ਸੁਣ ਲਿਆ, ਮੇਰਾ ਤਾਂ ਟਾਈਮ ਨਾ ਉੱਪਰ ਹੀ ਨਿਕਲ ਜਾਂਦਾ ਹੁੰਦਾ ਸੀ ਐਂਟੀਨਾ ਸਿੱਧਾ ਕਰ ਦੇਦਾ ਜੀ, ਠੀਕ ਹੈ ਜੀ। ਤਾਂ ਮੈਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਇੱਕ ਵਾਰੀ ਉਹ ਗੱਲ ਯਾਦ ਆਉਂਦੀ ਆ, ਦੁੱਖ ਨਿਵਾਰਨ ਸਾਹਿਬ ਨਾਲ ਇੱਕ ਕਾਨਫਰੰਸ 'ਚ ਉਹਨਾਂ ਨੇ ਕਿਹਾ ਸੀ, ਕਹਿੰਦੇ ਭਾਈ ਅਸੀਂ ਕਿਉਂ ਨਾ ਅਸੀਂ ਆਪਦਾ ਕਹਿੰਦੇ ਆ ਕਿ ਭਾਈ ਸਾਨੂੰ ਇੱਕ ਆਪਣਾ ਦੂਸਰਾ ਕੀ ਕਹਿੰਦੇ ਹੁੰਦੇ ਆ ਸਟੇਸ਼ਨ ਜਿਹੜਾ ਉਹ ਸਥਾਪਿਤ ਕਰਨ ਦੀ ਐਸਜੀਪੀਸੀ ਨੂੰ ਆਗਿਆ ਦਿੱਤੀ ਜਾਵੇ, ਭਾਰਤ ਸਰਕਾਰ ਦਿੰਦੀ ਨਹੀਂ। ਕਹਿੰਦਾ ਅਸੀਂ ਕੀ ਕਰੀਏ, ਜਿਹੜਾ ਜਲੰਧਰ ਦੂਰਦਰਸ਼ਨ ਆ ਇਹ ਕਹਿੰਦਾ ਘੱਗਰ ਤੋਂ ਪਰਾਂ ਤੇ ਜਾਂਦਾ ਹੀ ਨਹੀਂ ਹੈ, ਇਹ ਤਾਂ ਰਹਿ ਜਾਂਦਾ। ਦੂਸਰਾ ਕੀ ਕਹਿੰਦੇ ਹੁੰਦੇ, ਸੌਰੀ ਘੱਗਰ ਨਹੀਂ ਕਹਿੰਦੇ, ਇਹ ਤਾਂ ਸਤਲੁਜ ਤੋਂ ਪਰੇ ਪਰੇ ਰਹਿ ਜਾਂਦਾ, ਇਹ ਤਾਂ ਕਹਿੰਦੇ ਮਾਲਵੇ 'ਚ ਤਾਂ ਆਉਂਦਾ ਹੀ ਨਹੀਂਗਾ, ਸਾਨੂੰ ਤਾਂ ਸੁਣਾਈ ਨਹੀਂ ਦਿੰਦਾ, ਅਸੀਂ ਕੀ ਕਰੀਏ। ਅਸੀਂ ਇਸ ਕਰਕੇ ਆਪਣਾ ਅਲੱਗ ਤੋਂ ਚਾਹੁੰਦੇ ਹਾਂ ਵੀ ਸਾਨੂੰ ਇੱਕ ਆਪਣਾ ਜਿਹੜਾ ਵਾ ਉਹ ਸਟੇਸ਼ਨ ਸਥਾਪਿਤ ਕਰਨ ਦੀ ਜਿਹੜੀ ਆ ਉਹ ਆਗਿਆ ਦੇ ਦਿੱਤੀ ਜਾਵੇ। ਸੋ ਟਵਾਣਾ ਸਾਹਿਬ ਸਮੇਂ ਦੀਆਂ ਗੱਲਾਂ ਨੇ। ਦੇਖੋ ਆਗਿਆ ਮੰਗਦੇ ਸੀ, ਹੁਣ ਆਗਿਆ ਨਹੀਂ ਦਿੰਦੇ। ਹੁਣ ਦੇਖੋ ਕਿ ਪੀਟੀਸੀ ਜਿਹੜਾ ਹੈਗਾ ਨੈਟਵਰਕ ਪ੍ਰਸਾਰਿਤ ਕਰਦਾ ਤੇ ਕਿੰਨੀ ਕਮਾਈ ਉਸ ਤੋਂ ਹੁੰਦੀ ਹੈ। ਉਦੋਂ ਸਿੱਖ ਕਹਿੰਦੇ ਸੀ ਕਿ ਸਾਡੇ ਲਈ ਰੇਡੀਓ ਸਟੇਸ਼ਨ ਲਾਓ, ਧੱਕਾ ਕਰਦੇ ਸੀ ਕਿ ਸਾਡੇ ਲਾਓ। ਹੁਣ ਕਹਿੰਦੇ ਸਾਡੇ ਨਾਂ ਲਾਓ, ਦਰਬਾਰ ਸਾਹਿਬ ਦੀ ਫੋਟੋ ਨਾ ਖਿੱਚੋ, ਇੱਥੋਂ ਲਾਈਵ ਪ੍ਰਸਾਰਨ ਨਾ ਕਰੋ, ਹੈ ਨਾ। ਹੁਣ ਉਲਟਾ ਹੋ ਗਿਆ, ਹੈ ਨਾ, ਕਿਉਂਕਿ ਪ੍ਰਸਾਰਨ ਕਰਨ ਦੇ ਪੈਸੇ ਮਿਲਦੇ ਆ ਦਰਬਾਰ ਸਾਹਿਬ ਨੂੰ। ਅੱਗੇ ਦਰਬਾਰ ਸਾਹਿਬ ਸਿੱਖ ਕਹਿੰਦੇ ਸੀ ਧੱਕੇ ਨਾਲ ਕਿ ਸਾਡਾ ਪ੍ਰਸਾਰ ਕਰੋ, ਹੁਣ ਕਹਿੰਦੇ ਸਾਡਾ ਪ੍ਰਸਾਰ ਰੋਕੋ, ਇੱਥੇ ਤੁਸੀਂ ਲਾਓ ਨਹੀਂ ਹੈ, ਤੁਸੀਂ ਸਿੱਖ ਹੋ ਕੇ ਫੋਟੋ ਨਹੀਂ ਖਿੱਚ ਸਕਦੇ ਉੱਥੇ। ਵਕਤ ਦੀਆਂ ਬਾਤਾਂ ਨੇ ਜੀ ਸੁਰਿੰਦਰ ਬਾਈ ਜੀ। ਟਵਾਣਾ ਸਾਹਿਬ ਪਹਿਲਾਂ ਪੰਜਾਬੀ ਵਰਲਡ ਚੱਲਿਆ ਸੀ ਜਿਹਦੇ ਤੇ ਰਿਕਾਰਡਿੰਗ ਆਉਂਦੀ ਸੀ, ਫਿਰ ਲਾਈਵ ਚੱਲਿਆ ਸੀ। ਉਹਦੇ ਬਾਅਦ ETC ਪੰਜਾਬੀ ਕੋਲੇ ਗਿਆ ਤੇ ETC ਤੋਂ ਸਿੱਧਾ ਨਿਕਲ ਕੇ PTC ਕੋਲੇ ਚਲਾ ਗਿਆ, ਠੀਕ ਹੈ। ਪਰ ਬਾਤਾਂ ਸਮੇਂ ਦੀਆਂ, ਅੱਜ ਕੱਲ ਉਹ ਵਿਚੋਲੇ ਵੀ ਨਹੀਂ ਰਹੇ, ਇਸ ਦੁਨੀਆ ਤੋਂ ਕੂਚ ਕਰ ਗਏ, ਜਿਨ੍ਹਾਂ ਨੇ ਰਿਲੇ ਕਰਾਉਣ ਦੀ ਵੀ ਵਿਚੋਲੇ ਬਣਨ ਦਾ ਵੀ ਬਹੁਤ ਕੁਛ ਹਾਸਲ ਕੀਤਾ ਸੀ ਰਸਤੇ ਚੋਂ। ਮੈਂ ਬਹੁਤਾ ਕੁਛ ਨਾ ਕਵਾਂ ਟਵਾਣਾ ਸਾਹਿਬ। ਹੁਣ ਹਾਂ ਅੱਜ ਕਿਉਂਕਿ ਇੱਕ ਸਵਾਲ ਆਇਆ ਚਲੋ ਇਹ ਵੀ ਅਗਲੀ ਖਬਰ ਵੀ ਲੈ ਲਿਓ, ਪਰ ਅਮਨਪ੍ਰੀਤ ਹੋਰਾਂ ਦਾ ਤੁਸੀਂ ਜਿਵੇਂ ਉਹ ਨਿਊਜ਼ ਬ੍ਰੇਕ ਕੀਤੀ ਸੀ ਕਿ ਸੁਖਬੀਰ ਬਾਦਲ ਹੋਰਾਂ ਦੀ ਬੇਟੀ ਫਿਰੋਜ਼ਪੁਰ ਤੋਂ ਇਲੈਕਸ਼ਨ ਲੜਨ ਲਈ ਕਹਿੰਦੇ ਤਿਆਰ ਆ, ਫਿਰ ਇਹ ਤੁਸੀਂ ਜ਼ਿਕਰ ਕੀਤਾ ਸੀਗਾ ਕੱਲ ਜੀ। ਟਵਾਣਾ ਸਾਹਿਬ ਮੈਂ ਕਰ ਦਿੱਤਾ, ਹਾਂ ਟਵਾਣਾ ਸਾਹਿਬ ਬਿਲਕੁਲ ਉਹ ਮੈਂ ਸਵੇਰੇ ਹੀ ਕਰ ਦਿੱਤਾ ਸੀ, ਕਿਉਂਕਿ ਦੇਖੋ ਸਾਨੂੰ ਇੰਨਾ ਕੁ ਤਾਂ ਆਪਾਂ ਨੂੰ ਜ਼ਿੰਦਗੀ ਦੇ ਧੱਕੇ ਖਾ ਕੇ ਸਮਝ ਆ ਗਈ, ਜਾਂ ਕਹਿ ਦਈਏ ਅਕਲ ਆ ਗਈ ਆ ਕਿ ਅਸੀਂ ਸਾਹਮਣੇ ਜਿਹੜਾ ਕੰਧ ਤੇ ਲਿਖਿਆ ਉਹਨੂੰ ਪੜ੍ਹਨ ਜੋਗੇ ਹੋ ਗਏ ਆ ਕਿ ਸਾਨੂੰ ਉਹ ਪੜ੍ਹਿਆ ਜਾਵੇ। ਚਲੋ ਪਿੱਛੇ ਲਿਖਿਆ ਜਿਹੜਾ ਉਹ ਤਾਂ ਨਾ ਸਾਨੂੰ ਸਮਝ ਆਵੇ, ਪਰ ਸਾਹਮਣੇ ਲਿਖਿਆ ਤਾਂ ਸਮਝ ਆ ਜਾਂਦਾ। ਟਵਾਣਾ ਸਾਹਿਬ ਜੇਕਰ ਉਹਨਾਂ ਨੇ ਪਰਿਵਾਰ ਦੇ ਮੈਂਬਰ ਨੂੰ ਚੋਣ ਨਾ ਲੜਾਉਣੀ ਹੁੰਦੀ ਤੇ 2019 ਉਹ ਵਿਧਾਨ ਸਭਾ ਜਲਾਲਾਬਾਦ ਛੱਡ ਕੇ ਮੈਂਬਰ ਪਾਰਲੀਮੈਂਟ ਨਹੀਂ ਸੀ ਬਣਦੇ, ਉਹ ਬਣੇ ਨੇ, ਹੁਣ ਫਿਰ ਜਲਾਲਾਬਾਦ ਤੋਂ ਜਾ ਰਹੇ ਨੇ। ਟਵਾਣਾ ਸਾਹਿਬ ਗੱਲ ਤੇ ਇਹ ਆ ਕਿ ਕਿੰਨਾ ਪਬਲਿਕ ਦਾ ਪੈਸਾ ਬਰਬਾਦ ਹੋ ਗਿਆ। ਪਹਿਲਾਂ 2017 ਚ ਤੁਸੀਂ ਮੈਂਬਰ ਵਿਧਾਨ ਸਭਾ ਦੇ ਮੈਂਬਰ ਬਣੇ ਹੋ, 19 ਦੇ ਵਿੱਚ ਤੁਸੀਂ ਲੋਕ ਸਭਾ ਦੇ ਮੈਂਬਰ ਬਣ ਕੇ ਵਿਧਾਨ ਸਭਾ ਛੱਡਤੀ, ਉੱਥੋਂ ਹੋਰ ਵਿਅਕਤੀ ਜਿੱਤਿਆ, ਉਹ ਤੇ ਕਿੰਨਾ ਖਰਚਾ ਆਇਆ ਦੋਨਾਂ ਪਾਰਟੀਆਂ ਦਾ, ਸਰਕਾਰ ਦਾ ਕਿੰਨਾ ਆਇਆ। ਟਵਾਣਾ ਸਾਹਿਬ ਹੁਣ ਤੁਸੀਂ ਫੇਰ 22 ਚ ਦੁਬਾਰਾ ਵਿਧਾਨ ਸਭਾ ਲੜੋਗੇ, ਫੇਰ ਪਾਰਲੀਮੈਂਟ ਖਾਲੀ ਕਰੋਗੇ, ਪਾਰਲੀਮੈਂਟ ਦੀ 22 ਚ ਇੱਕ ਚੋਣ ਹੋਏਗੀ, ਇੱਕ 24 ਚ ਫੇਰ ਹੋਏਗੀ। ਟਵਾਣਾ ਸਾਹਿਬ ਮਜ਼ਾਕ ਨਹੀਂ ਤੇ ਹੋਰ ਕੀ ਆ।
ਇਸ ਕਰਕੇ ਟਵਾਣਾ ਸਾਹਿਬ ਵੇਸਟੇਜ ਜਾਂ ਫਿਰ ਉਹ ਚੋਣ ਜਾਬਤਾ ਲੱਗਦਾ ਹੈ, ਕੰਮ ਰੁਕਦਾ, ਬੜਾ ਕੁਝ ਹੁੰਦਾ ਹੈ ਜੀ। ਹਾਂਜੀ ਟਵਾਣਾ ਸਾਹਿਬ ਹੁਣ ਲੈ ਲਈਏ ਕਿ ਦੇਖੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ, ਉਹਨਾਂ ਦੇ ਕੋਆਰਡੀਨੇਟਰ ਨੇ ਡਾਕਟਰ ਦਰਸ਼ਨਪਾਲ ਟਵਾਣਾ ਸਾਹਿਬ। ਹਿਊਮਨ ਰਾਈਟਸ ਕੌਂਸਲ ਦੀ 46ਵੀਂ ਜਿਹੜੀ ਆਨਲਾਈਨ ਬੈਠਕ ਹੋਈ ਆ, ਉਹਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਆ ਉਹ ਬੜੀ ਦਮ ਦੇ ਨਾਲ ਜੇ ਕਹਿ ਦਈਏ ਰੱਖੀ ਆ। ਉਹਨੇ ਛੋਟੇ ਕਿਸਾਨਾਂ ਦੇ ਲਈ ਗੱਲ ਰੱਖੀ। ਉਹਨਾਂ ਕਿਹਾ ਕਿ UNO ਵੱਲੋਂ ਕਿਸਾਨੀ ਹੱਕਾਂ ਨੂੰ ਮਾਨਤਾ ਦੇਣ ਲਈ ਧੰਨਵਾਦੀ ਆ। ਠੀਕ ਹੈ। ਉਹਨਾਂ ਨੇ ਕਿਹਾ ਕਿ ਭਾਰਤ ਨੇ ਜਿਸ ਵੇਲੇ UNO ਕੋਲੇ ਉਹਨੇ ਮਨੁੱਖੀ ਅਧਿਕਾਰਾਂ ਬਾਰੇ ਐਲਾਨ ਕੀਤਾ ਹੋਇਆ ਕਿ ਅਸੀਂ ਭਾਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਉਹ ਨਹੀਂ ਕਰਾਂਗੇ। ਠੀਕ ਹੈ। ਉਹ ਕਹਿੰਦੇ ਵੀ ਹੁਣ UNO ਜਿਹੜੀ ਆ ਉਹ ਜਦੋਂ ਉਹਦੇ ਕੋਲ ਦਸਤਖਤ ਕੀਤੇ ਹੋਏ ਆ ਇਹਨਾਂ ਨੇ, ਉਸ ਇਕਰਾਰਨਾਮੇ ਤੇ ਦਸਤਖਤ ਆ ਇਹਨਾਂ ਦੇ, ਤਾਂ ਹੁਣ ਇਹ UNO ਦੀ ਜ਼ਿੰਮੇਵਾਰੀ ਬਣਦੀ ਕਿ UNO ਜਿਹੜੀ ਆ ਉਹ ਇਹਨਾਂ ਨੂੰ ਮਤਲਬ ਸੰਯੁਕਤ ਰਾਸ਼ਟਰ ਜਿਹੜਾ ਉਹ ਇਹਨਾਂ ਨੂੰ ਪੁੱਛੇ, ਉਹ ਇਹਨਾਂ ਨੂੰ ਕਹੇ ਕਿ ਭਾਈ ਤੁਸੀਂ ਦੱਸੋ ਕਿ ਤੁਸੀਂ ਆਮ ਕਿਸਾਨਾਂ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਕਿਉਂ ਬਰਬਾਦ ਕਰ ਰਹੇ ਹੋ। ਠੀਕ ਹੈ। ਤੁਸੀਂ ਕੁਝ ਵੀ ਆਸਾਨ ਜਿਹੜਾ ਉਹ ਅੱਜ ਤੱਕ ਨਹੀਂ ਬਣਾਇਆ। ਤੁਸੀਂ ਹਰ ਵਾਰ MSP ਦੀ ਗੱਲ ਕਰਦੇ ਹੋ। ਤੁਸੀਂ MSP ਤੇ ਕਾਨੂੰਨ ਬਣਾ ਦਿਓ। ਜੇ MSP ਤੁਸੀਂ ਕਹਿੰਦੇ ਹੈ ਸੀ, ਹੈ ਆ, ਰਹੇਗੀ ਵੀ, ਤੇ ਟਵਾਣਾ ਸਾਹਿਬ ਫਿਰ ਉਹ 'ਚ ਕਾਨੂੰਨ ਬਣਾ ਦਿਓ। ਮਤਲਬ ਡਾਕਟਰ ਦਰਸ਼ਨਪਾਲ ਨੇ ਉੱਥੇ ਬੜੀ ਬੇਬਾਕੀ ਨਾਲ ਆਪਣੀ ਗੱਲ ਜਿਹੜੀ ਆ ਉਹ ਰੱਖੀ ਆ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਟਵਾਣਾ ਸਾਹਿਬ ਆਪਾਂ ਨੂੰ ਪਤਾ ਕਿ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਘੁੰਮ ਰਹੇ ਆ। ਖਾਸ ਕਰਕੇ 5 ਸਟੇਟਾਂ ਨੂੰ ਤਾਂ ਪੂਰਾ ਕਵਰ ਕਰੀ ਬੈਠੇ ਆ ਤੇ ਵੈਸਟ ਬੰਗਾਲ ਉਹਨਾਂ 'ਚ ਨੰਬਰ 1 ਜਿੱਥੋਂ BJP ਦਾ ਸੂਪੜਾ ਸਾਫ਼ ਕਰਨ ਦੀ ਤਿਆਰੀ 'ਚ ਬੈਠੇ ਆ। ਇਸ ਕਰਕੇ ਟਵਾਣਾ ਸਾਹਿਬ ਡਾਕਟਰ ਦਰਸ਼ਨਪਾਲ ਜਿਹੜੇ ਸੀਗੇ ਉਹੀ ਕੱਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੇਨ ਆਗੂ ਨੇ ਜਿਹੜੇ ਸਿੰਘੂ ਬਾਰਡਰ ਤੇ ਨੇ, ਤੇ ਉਹਨਾਂ ਨੇ ਇਹ ਜਿਹੜੀ ਆਨਲਾਈਨ 46ਵੀਂ ਜਿਹੜੀ ਆ ਉਹ ਹਿਊਮਨ ਰਾਈਟਸ ਦੀ ਜਿਹੜੀ ਕੌਂਸਲ ਦੀ ਜਿਹੜੀ ਸੀਗੀ ਉਹ ਬੈਠਕ ਹੋਈ ਸੀ, ਉਹਦੇ 'ਚ ਉਹਨਾਂ ਨੇ ਗੱਲ ਰੱਖੀ ਹੈ। ਟਵਾਣਾ ਸਾਹਿਬ ਗੱਲ ਤਾਂ ਇਹ ਆ, ਇਸ ਪਲੇਟਫਾਰਮ ਦੇ ਉੱਪਰ 2 ਗੱਲਾਂ ਚਲੀਆਂ ਗਈਆਂ ਟਵਾਣਾ ਸਾਹਿਬ। ਇੱਕ ਬੰਨੇ ਕਿਸਾਨ ਆਗੂਆਂ ਵੱਲੋਂ ਚਲੀ ਗਈ ਕਿ ਭਾਰਤ ਸਰਕਾਰ ਕੀ ਕਰਦੀ ਆ। ਠੀਕ ਹੈ। ਟਵਾਣਾ ਸਾਹਿਬ ਦੂਜੇ ਬੰਨਿਓ ਸਿੱਖ ਫਾਰ ਜਸਟਿਸ ਨੇ ਵੀ ਉੱਥੇ ਪਹੁੰਚਾਤੀ ਆ, ਭਾਵੇਂ ਕਿ ਉਹਦੇ ਤੇ ਵਿਵਾਦ ਜ਼ਿਆਦਾ ਹੋਏਗਾ। ਠੀਕ ਹੈ। ਉਹਦੇ 'ਚ ਵਿਵਾਦ ਕੱਲਾ ਭਾਰਤ 'ਚ ਨਹੀਂ ਹੋਏਗਾ, ਉਹਦਾ ਵਿਦੇਸ਼ਾਂ 'ਚ ਵੀ ਹੋਏਗਾ, ਕਿਉਂਕਿ ਆਪਾਂ ਨੂੰ ਪਤਾ ਸਿੱਖ ਫਾਰ ਜਸਟਿਸ ਨੂੰ ਕੱਲਾ ਭਾਰਤ ਨਹੀਂ, ਭਾਰਤ ਤੋਂ ਬਾਹਰ ਰਹਿਣ ਵਾਲੇ ਵੀ ਜ਼ਿਆਦਾਤਰ ਸਿੱਖ ਜਿਹੜੇ ਆ ਉਹ ਉਹਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਆ। ਇਹ ਆਪਾਂ ਨੂੰ ਪਤਾ ਵਾ, ਆਪਾਂ ਖੁਦ ਕਾਲਜ ਲੈਣੇ, ਆਪਾਂ ਨੂੰ ਇੱਥੋਂ ਵੀ ਸਪਸ਼ਟ ਹੁੰਦਾ ਤੇ ਆਪਾਂ ਨੂੰ ਵੈਸੇ ਵੀ ਲੋਕਾਂ ਦੇ ਜਿਹੜੇ ਵਿਊਜ਼ ਆਉਂਦੇ ਨੇ ਉਹਦੇ ਤੋਂ ਸਾਰਾ ਕੁਝ ਪਤਾ ਹੁੰਦਾ ਕਿ ਕੀ ਕੁਛ ਜਿਹੜਾ ਟਵਾਣਾ ਸਾਹਿਬ ਉੱਥੇ ਵਾਪਰ ਰਿਹਾ ਵਾ। ਹੁਣ ਟਵਾਣਾ ਸਾਹਿਬ ਗੱਲ ਤਾਂ ਇਹ ਆ ਕਿ ਡਾਕਟਰ ਦਰਸ਼ਨਪਾਲ ਨੇ ਇੱਕ ਬੰਨਿਓ ਗੱਲ ਰੱਖੀ ਤੇ ਦੂਜੇ ਬੰਨਿਓ ਉਸ ਤੋਂ ਪਹਿਲਾਂ ਜਿਹੜੀ ਆ ਸਿੱਖ ਫਾਰ ਜਸਟਿਸ ਜਿਹੜੀ ਆ ਉਹ ਵੀ ਸੰਯੁਕਤ ਰਾਸ਼ਟਰ ਕੋਲੇ ਜਿਹੜੀ ਉਹ ਪਹੁੰਚ ਗਈ ਆ। ਕਿਤੇ ਨਾ ਕਿਤੇ ਟਵਾਣਾ ਸਾਹਿਬ ਇੱਕ ਗੱਲ ਤਾਂ ਇਹ ਆ, ਬਾਕੀ ਕੌਣ ਪਹੁੰਚਦਾ ਕੌਣ ਨਹੀਂ ਉਹ ਬਾਅਦ ਦੀਆਂ ਗੱਲਾਂ, ਪਰ ਸੰਯੁਕਤ ਕਿਸਾਨ ਮੋਰਚਾ ਅੱਜ ਤੱਕ ਜਿਨ੍ਹਾਂ ਨੂੰ ਅਨਪੜ੍ਹ ਬੁੱਝੜ ਜੱਟ ਕਹਿ ਕੇ ਹਰ ਜਗ੍ਹਾ ਤੇ ਪੁਕਾਰਿਆ ਜਾਂਦਾ ਸੀ ਟਵਾਣਾ ਸਾਹਿਬ, ਉਹਨਾਂ ਨੇ ਪੂਰੀ ਦੁਨੀਆ ਨੂੰ ਦਿਖਾਤਾ ਕਿ ਭਾਈ ਅਸੀਂ ਸ਼ਾਂਤਮਈ ਅੰਦੋਲਨ ਜਿਹੜਾ ਪੰਜਾਬ ਦੀਆਂ ਬਰੂਹਾਂ ਤੋਂ ਲੈ ਕੇ ਚੱਲੇ ਸੀ ਤੇ ਦਿੱਲੀ ਤੱਕ, ਉਹਨਾਂ ਨੇ ਪਹਿਲਾਂ ਪੰਜਾਬ ਨੂੰ ਦਿਖਾਇਆ, ਫਿਰ ਪੂਰੇ ਇੰਡੀਆ ਨੂੰ ਦਿਖਾਇਆ, ਉਸ ਤੋਂ ਬਾਅਦ ਪੂਰੇ ਵਿਸ਼ਵ ਨੂੰ ਦਿਖਾਇਆ ਕਿ ਭਾਈ ਏਡਾ ਲੰਬਾ ਅੰਦੋਲਨ ਕੋਈ ਸ਼ਾਂਤਮਈ ਵੀ ਰਹਿ ਸਕਦਾ। ਔਰ ਸਿੱਖਾਂ ਦੀ ਖੁੱਸੀ ਹੋਈ ਸ਼ਾਖ ਜਿਹੜੀ ਸੀ ਟਵਾਣਾ ਸਾਹਿਬ, ਲੋਕ ਅੱਜ ਜੋ ਮਰਜ਼ੀ ਕਹਿਣ, ਕੋਈ ਕਹਿ ਦੇਵੇ ਕਿ ਇਹ ਨਕਸਲੀ ਨੇ, ਇੱਥੇ ਕਾਮਰੇਡ ਨੇ, ਮਾਓਵਾਦੀ ਆ, ਖੱਬੇ ਨੇ, ਸੱਜੇ ਨੇ, ਜੋ ਮਰਜ਼ੀ ਕਹਿ ਦੇਵੇ, ਪਰ ਸਿੱਖਾਂ ਦੀ ਖੁੱਸੀ ਹੋਈ ਸ਼ਾਖ ਜਿਹੜੀ ਸੀ, ਜਿਹੜੀ ਢਹਿ ਚੁੱਕੀ ਸੀ ਟਵਾਣਾ ਸਾਹਿਬ, ਉਹਨੂੰ ਦੁਬਾਰਾ ਵਰਲਡ ਲੈਵਲ ਦੇ ਉੱਤੇ ਇਸ ਵਕਤ ਜੋ ਪ੍ਰਸਿੱਧੀ ਇਸ ਕਿਸਾਨੀ ਅੰਦੋਲਨ ਦੀ ਬਦੌਲਤ ਮਿਲੀ ਆ, ਉਹਨੂੰ ਕਾਇਮ ਰੱਖਣਾ ਜਿਹੜਾ ਉਹ ਹਰ ਇੱਕ ਸਿੱਖ ਦਾ ਵੀ ਫਰਜ਼ ਬਣਦਾ ਤੇ ਖਾਸ ਕਰਕੇ ਕਿਸਾਨ ਆਗੂਆਂ ਦਾ ਵੀ ਬਣਦਾ। ਟਵਾਣਾ ਸਾਹਿਬ ਗੱਲ ਸੀ ਸਾਨੂੰ ਲੰਬੇ ਸਮੇਂ ਤੋਂ ਜਿਹੜੀ ਢਾਹ ਲੱਗੀ ਸੀ, ਉਹਨੇ ਇੱਥੇ ਆ ਕੇ ਸਾਨੂੰ ਕੁਛ ਰਿਲੀਫ ਦਿੱਤੀ ਹੈ ਟਵਾਣਾ ਸਾਹਿਬ। ਦੂਸਰੀ ਗੱਲ, ਜਿਹੜਾ ਕਿਸਾਨੀ 3 ਕਾਨੂੰਨ ਕਿਸਾਨੀ ਦੇ ਵਿਰੁੱਧ ਲਿਆਂਦੇ ਗਏ ਸੀ, ਉਹਨਾਂ ਤਿੰਨਾਂ ਦਾ ਟਵਾਣਾ ਸਾਹਿਬ ਆਪਾਂ ਪਹਿਲੇ ਦਿਨੋਂ ਇਹ ਕਹਿੰਦੇ ਸੀ ਕਿ ਇਹ ਸਿੱਖੀ ਤੇ ਟੇਢੇ ਤਰੀਕੇ ਨਾਲ ਕੀਤਾ ਗਿਆ ਵਾਰ ਆ। ਤੇ ਟਵਾਣਾ ਸਾਹਿਬ ਜਦੋਂ ਦੁਸ਼ਮਣ ਟੇਢੇ ਤਰੀਕੇ ਨਾਲ ਕਰਦਾ ਤੇ ਟੇਢੇ ਤਰੀਕੇ ਨਾਲ ਉਹਦਾ ਜਵਾਬ ਦੇਣਾ ਪੈਂਦਾ, ਪਰ ਸਾਡੀ ਬਦਕਿਸਮਤੀ
ਸਾਡੇ ਵਾਲੇ ਜੋਸ਼ 'ਚ ਆ ਕੇ ਹੋਸ਼ ਖੋਹਦੇ ਨੇ। ਜਦੋਂ ਹੋਸ਼ ਖੋਇਆ ਜਾਂਦਾ ਤੇ ਜੋਸ਼ 'ਚ ਹਮੇਸ਼ਾ ਨੁਕਸਾਨ ਹੁੰਦਾ। ਤੇ ਟਿਵਾਣਾ ਸਾਹਿਬ ਟੇਢੇ ਤਰੀਕੇ ਦਾ ਵਾਰ ਸੀ ਤੇ ਟੇਢੇ ਤਰੀਕੇ ਨਾਲ ਉਹਦਾ ਜਵਾਬ ਦੇਣਾ ਬਣਦਾ ਸੀ। ਜਿਹੜਾ ਪੰਜਾਬ ਤੋਂ ਮੂਵਮੈਂਟ ਉੱਠੀ ਸੀ ਉਸੇ ਤਰੀਕੇ ਚੱਲਦੀ ਰਹਿੰਦੀ ਤੇ ਬਹੁਤ ਵਧੀਆ ਸੀ। ਪਰ ਫਿਰ ਵੀ ਟਿਵਾਣਾ ਸਾਹਿਬ ਜਿਹੜਾ ਡੈਂਟ ਪਿਆ ਸੀ ਉਹ ਡੈਂਟ ਕਵਰ ਹੋਇਆ। ਤੇ ਹੁਣ ਵੀ ਜਿਹੜੇ ਅਲੱਗ ਤੋਂ ਤੰਦੂਰ ਤਪਾਏ ਜਾ ਰਹੇ ਆ ਜਾਂ ਕਿਸਾਨੀ ਦੇ ਤੰਦੂਰ ਤੇ ਰੋਟੀਆਂ ਸੇਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਜੇ ਉਹ ਕੋਸ਼ਿਸ਼ਾਂ ਬੰਦ ਕੀਤੀਆਂ ਜਾਣਗੀਆਂ ਤਾਂ ਟਿਵਾਣਾ ਸਾਹਿਬ ਇਹ ਕਿਸਾਨੀ ਅੰਦੋਲਨ ਜਿਹੜਾ ਇਹ ਦੁਨੀਆ ਭਰ ਦਾ ਇੱਕ ਅਜਿਹਾ ਅੰਦੋਲਨ ਹੋਏਗਾ। ਕੁਛ ਮਿਲੇ ਨਾ ਮਿਲੇ ਉਹ ਬਾਅਦ ਦੀ ਗੱਲ ਆ, ਉਹਦੇ ਤੇ ਨਹੀਂ ਅੱਜ ਗੱਲ ਕਹਿ ਸਕਦੇ ਕਿ ਭਾਈ ਦੇਖੋ ਕੁਛ ਮਿਲਿਆ ਨਹੀਂ ਜੀ, ਖਾਲੀ ਹੱਥ ਆ ਗਏ, ਇਹ ਹੋ ਗਿਆ ਉਹ ਹੋ ਗਿਆ। ਪਰ ਟਿਵਾਣਾ ਸਾਹਿਬ ਇਹ ਅੰਦੋਲਨ ਜਿਹੜਾ ਇਤਿਹਾਸ ਦੇ ਵਿੱਚ ਆਪਣੀ ਥਾਂ ਬਣਾ ਕੇ ਆਏਗਾ ਤੇ ਪੂਰੀ ਦੁਨੀਆ ਇਸ ਕਿਸਾਨੀ ਅੰਦੋਲਨ ਜਿਹੜੀ ਆ ਇਹਨੂੰ ਯਾਦ ਕਰੇਗੀ ਕਿ ਇਹੋ ਜਿਹਾ ਕੋਈ ਅੰਦੋਲਨ ਸੀ ਜਿਹਨੇ ਭਾਰਤ ਸਰਕਾਰ ਦਾ ਨੱਕ 'ਚ ਦਮ ਜਿਹੜਾ ਉਹ ਕੀਤਾ ਸੀ। ਜੀ ਜੀ, ਹੋਰ ਕੀ ਅਪਡੇਟ ਹੈ? ਜਾਂਦੇ ਜਾਂਦੇ ਕਰੀਏ ਫਿਰ ਸਮਾਪਤੀ ਵੱਲ ਨੂੰ ਜੀ ਸੁਰਿੰਦਰ ਵੀਰ। ਹਾਂਜੀ ਟਿਵਾਣਾ ਸਾਹਿਬ ਬਿਲਕੁਲ, ਦੇਖੋ ਗੱਲ ਇਹ ਹੈ ਕਿ ਜਿੱਥੋਂ ਤੱਕ ਅੱਜ ਦੀ ਹੁਣ ਮੌਜੂਦਾ ਹਾਲਾਤ ਆ ਟਿਵਾਣਾ ਸਾਹਿਬ, ਚਾਹੇ ਉਹਦੇ 'ਚ ਜਿਹੜੇ ਆੜਤੀ ਨੇ, ਆੜਤੀਆਂ ਨੂੰ ਜਿਹੜੀ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਲੱਗੀ ਆ ਉਹਦੇ ਤੋਂ ਕੇਂਦਰ ਸਰਕਾਰ ਨੇ ਵੱਖ ਕੀਤਾ। ਉਹ ਵੱਖਰੀ ਗੱਲ ਆ ਕਿ ਸੂਬਾ ਸਰਕਾਰ ਨੇ ਆਉਣ ਵਾਲੇ ਦਿਨਾਂ 'ਚ ਸਾਰੇ ਆੜਤੀ ਐਸੋਸੀਏਸ਼ਨ ਜਿਹੜੀ ਉਹਨਾਂ ਦੀ ਮੀਟਿੰਗ ਸੀਐਮ ਨੇ ਸੱਦ ਲਈ ਆ। ਜਿਹੜਾ ਸਿਵਲ ਸਪਲਾਈ ਡਿਪਾਰਟਮੈਂਟ ਦਾ ਮਿਨਿਸਟਰ ਆ ਉਹਨੇ ਕਹਿ ਦਿੱਤਾ ਕਿ ਅਸੀਂ ਭਾਰਤ ਸਰਕਾਰ ਨਾਲ ਗੱਲ ਕਰਾਂਗੇ। ਟਿਵਾਣਾ ਸਾਹਿਬ ਕਿਸਾਨ ਆਗੂਆਂ ਨੇ ਕਹਿ ਦਿੱਤਾ ਕਿ ਜਿਹੜੀ ਸਾਡੇ ਤੋਂ ਸਾਡੀ ਮਾਲਕੀ ਦਾ ਰਿਕਾਰਡ ਮੰਗਿਆ ਗਿਆ ਜ਼ਮੀਨ ਦਾ ਅਸੀਂ ਬਿਲਕੁਲ ਨਹੀਂ ਦਿਆਂਗੇ। ਸਾਡੀ ਫਸਲ ਚੱਕਣੀ, ਨਹੀਂ ਚੱਕਣੀ ਨਾ ਚੱਕਣ। ਟਿਵਾਣਾ ਸਾਹਿਬ ਇੱਥੇ ਹੁਣ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਨੋਂ ਫਸੀਆਂ ਹੋਈਆਂ ਦਿਖਣਗੀਆਂ। ਜੇ ਕੈਪਟਨ ਸਾਹਿਬ ਇਹ ਮਸਲਾ ਹੱਲ ਨਾ ਕਰਵਾ ਸਕੇ ਤੇ ਟਿਵਾਣਾ ਸਾਹਿਬ ਕੈਪਟਨ ਸਾਹਿਬ ਵੀ ਹਾਸ਼ੀਏ ਤੇ ਜਾਣਗੇ। ਤੇ ਜੇ ਕੇਂਦਰ ਸਰਕਾਰ ਨੇ ਨਾ ਕੀਤਾ ਤਾਂ ਕੇਂਦਰ ਸਰਕਾਰ ਦਾ ਪਹਿਲਾਂ ਜੋ ਹਸ਼ਰ ਹੋਇਆ ਉਸ ਤੋਂ ਵੀ ਟਿਵਾਣਾ ਸਾਹਿਬ ਮਾੜਾ ਹੋਏਗਾ, ਕਿਉਂਕਿ ਕੇਂਦਰ ਸਰਕਾਰ ਦਿਨ ਬ ਦਿਨ ਜਿਹੜੀ ਆ ਉਹ ਗਲਤ ਹੱਥ ਕੰਡੇ ਜਿਹੜੇ ਉਹ ਅਪਣਾ ਰਹੀ ਹੈ। ਟਿਵਾਣਾ ਸਾਹਿਬ ਅਗਲੀ ਗੱਲ, ਅੱਜ ਕਿਸਾਨ ਆਗੂ ਚਾਹੇ ਤਾਮਿਲਨਾਡੂ 'ਚ ਪਹੁੰਚੇ, ਚਾਹੇ ਟਿਵਾਣਾ ਸਾਹਿਬ ਉਹ ਕੇਰਲ 'ਚ ਪਹੁੰਚੇ, ਚਾਹੇ ਵੈਸਟ ਬੰਗਾਲ 'ਚ ਪਹੁੰਚੇ, ਜਿੱਥੇ ਵੀ ਟਿਵਾਣਾ ਸਾਹਿਬ ਉਹ ਪਹੁੰਚੇ ਆ, ਜਿੰਨਾ ਵੱਡਾ ਸਮਰਥਨ ਉੱਥੋਂ ਇਹਨਾਂ ਨੂੰ ਮਿਲ ਰਿਹਾ ਜਾਂ ਉੱਥੇ ਜਿਹੜੀਆਂ ਕਿਸਾਨ ਯੂਨੀਅਨ ਨੇ, ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਟਿਵਾਣਾ ਸਾਹਿਬ ਉਹਨਾਂ ਨੂੰ ਜਿੱਦਾਂ ਆਮ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ, ਬੀਜੇਪੀ ਦੇ ਲਈ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਮਾੜਾ ਆਉਣ ਵਾਲਾ। ਖਾਸ ਕਰ ਇਹਨਾਂ 5 ਸਟੇਟਾਂ ਦੇ ਵਿੱਚ ਏਡਾ ਸੌਖਾ ਨਹੀਂ ਬੀਜੇਪੀ ਦੇ ਲਈ ਕਿ ਇਥੋਂ ਡੌਜ ਮਾਰ ਕੇ ਜਿਹੜਾ ਉਹ ਨਿਕਲ ਜਾਵੇ। ਹਾਂ ਵੱਖਰੀ ਗੱਲ ਹੈ ਜੇ ਈਵੀਐਮ ਦੇ ਤਰੀਕੇ ਨਾਲ ਨਿਕਲ ਗਈ ਤੇ ਉਹ ਅਲੱਗ ਗੱਲ ਆ, ਅਦਰਵਾਈਜ਼ ਬੀਜੇਪੀ ਦੇ ਲਈ ਇਹ ਰਸਤਾ ਏਡਾ ਸੌਖਾ ਨਹੀਂ ਕਿ ਬੀਜੇਪੀ ਇੱਥੋਂ ਆਸਾਨੀ ਨਾਲ ਜਿਹੜਾ ਉਹ ਨਿਕਲ ਕੇ ਬਾਹਰ ਚਲੀ ਜਾਏਗੀ। ਜੀ ਜੀ, ਸੋ ਬਹੁਤ ਬਹੁਤ ਧੰਨਵਾਦ ਬਾਈ ਜੀ, ਮਿਹਰਬਾਨੀ। ਜੁੜਦੇ ਹਾਂ ਫਿਰ ਸਵੇਰੇ। ਅਜੇ ਤਾਂ ਕੋਸ਼ਿਸ਼ ਰਹੇਗੀ ਕਿ ਇਸੇ ਟਾਈਮ ਤੇ ਕੀਤਾ ਜਾਵੇ 8 ਤੋਂ 10 ਹੀ, ਪਰ ਸੋਚਦੇ ਹਾਂ ਥੋੜਾ ਅਰਲੀ ਹੋ ਜਾਇਆ ਕਰੇ ਜੀ। ਬਹੁਤ ਬਹੁਤ ਧੰਨਵਾਦ ਸੁਰਿੰਦਰ ਵੀਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਦੋਸਤੋ ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੋ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ। ਤੁਹਾਡੇ ਕਈ ਸੱਜਣਾਂ ਦੇ ਸੁਨੇਹੇ ਆਏ ਨੇ, ਮੈਂ ਜ਼ਰੂਰ ਪੜ੍ਹਾਂਗਾ। ਭੈਣ ਰਾਣੀ ਸਰਬਜੀਤ ਕੌਰ ਕਹਿੰਦੇ ਵੀ ਅਸੀਂ ਕਹਿੰਦੇ ਘਰਾਂ 'ਚੋਂ ਜੁੱਤੀਆਂ ਵੈਸੇ ਹੀ ਬਾਹਰ ਰੱਖਦੇ ਹਾਂ। ਅੱਛੀ ਗੱਲ ਹੈ ਜੀ, ਇਹਦੇ ਨਾਲ ਸਾਫ਼ ਸਫਾਈ ਬਿਹਤਰ ਰਹਿੰਦੀ ਹੈ ਘਰਾਂ ਦੀ। ਅਤੇ ਇੱਕ ਤੁਸੀਂ ਰੈਕ ਬਣਾ ਲਓ, ਕੋਸ਼ਿਸ਼ ਕਰੋ ਕਿ ਜੁੱਤੀਆਂ ਘਰਾਂ ਤੋਂ ਬਾਹਰ ਰੱਖੀਆਂ ਜਾਣ, ਕਿਉਂਕਿ ਉਹਦੇ 'ਚ ਬਹੁਤ ਬਚਾਅ ਹੁੰਦਾ। ਤੁਹਾਡਾ ਕਲੀਨ ਹੈ ਅੰਦਰ, ਜਿਹੜੇ ਕਾਰਪੈਟ ਨੇ ਬਹੁਤ ਸਾਫ਼ ਸੁਥਰੇ ਰਹਿੰਦੇ ਨੇ। ਸੋ ਕਈ ਗੱਲਾਂ ਜਿਹੜੀਆਂ ਨੇ ਫਾਲੋ ਕਰਨੀਆਂ ਚਾਹੀਦੀਆਂ ਨੇ। ਹਾਲਾਂਕਿ ਇਹਨੂੰ ਕੋਈ ਪੰਡਤਾਊਪਣਾ ਨਹੀਂ ਕਿਹਾ ਜਾ ਸਕਦਾ ਅਤੇ ਵਿਦੇਸ਼ਾਂ 'ਚ ਇਹ ਚੀਜ਼ਾਂ ਆਲਰੇਡੀ ਹੈਗੀਆਂ ਨੇ। ਅਤੇ ਅੱਗੇ ਸਾਡੇ ਆਮ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਤਾਂ ਜੁੱਤੀ ਵੈਸੇ ਨਹੀਂ ਸੀ ਵੜਨ ਦਿੱਤੀ ਜਾਂਦੀ ਅਤੇ ਵਾਲ ਵੀ ਢੱਕ ਕੇ ਰੱਖੇ ਜਾਂਦੇ ਸੀ ਤਾਂ ਜੋ ਕਿਸੇ ਦਾਲ ਸਬਜ਼ੀ ਕੜਾਹੀ ਆਟੇ 'ਚ ਵਾਲ ਨਾ ਡਿੱਗਣ, ਹੈ ਨਾ। ਅਤੇ ਕਈ ਵਾਰੀ ਐਵੇਂ ਜੱਟ ਕੁੱਟ ਵੀ ਦਿੰਦੇ ਸੀ ਕਿ ਆਟਾ ਗੁੰਨਦੀ ਦੇ ਵਾਲ ਕਿਉਂ ਹਿਲਦੇ ਆ ਜਾਂ ਵਾਲੇ ਕਿਉਂ ਹਿਲਦੇ ਆ ਜੀ। ਸੋ ਮਨਜੀਤ ਚਾਲ ਬਾਈ ਜੀ ਜਰਮਨੀ ਤੋਂ, ਸੁਖਦੇਵ ਸਿੰਘ ਬੈਂਸ ਸਤਿ ਸ਼੍ਰੀ ਅਕਾਲ, ਅਤੇ ਭੈਣ ਰਾਣੀ ਅਰਵਿੰਦਰ ਕੌਰ ਗੁਰਫਤਿਹ ਸਤਿ ਸ਼੍ਰੀ ਅਕਾਲ ਭੈਣ। ਦਲਵੀਰ ਸਿੰਘ ਰੰਧਾਵਾ ਸਾਹਿਬ ਗੋਬਿੰਦਗੜ੍ਹੋਂ, ਵੱਡੀ ਭੈਣ ਹਰਵਿੰਦਰ ਜਵਾਲ ਥੈਂਕ ਯੂ। ਗੁਰਵਿੰਦਰ ਸਿੰਘ ਢਿੱਲੋਂ, ਸਰਜੀਤ ਸਿੰਘ ਸੰਧੂ ਕਹਿੰਦੇ ਜੀ ਸਾਡਾ ਸ਼ਹਿਰ ਮਲੋਟ GT ਰੋਡ 'ਤੇ ਬਣਿਆ ਹੋਇਆ, ਬਹੁਤ ਸੁੰਦਰ ਬਣਿਆ ਹੋਇਆ, ਪਰ ਅਕਾਲੀ ਸਰਕਾਰ ਨੇ ਪੌਦੇ ਵੀ ਬਹੁਤ ਲਾਏ, ਪਰ ਦੁਕਾਨਦਾਰਾਂ ਨੇ ਗੰਦ ਬਹੁਤ ਪਾਇਆ ਰੋਡ 'ਤੇ। ਬਿਲਕੁਲ ਖੁਸਰਿਆਂ ਵਾਲੀ ਗੱਲ ਸਹੀ ਹੈ ਜੀ, ਬਿਲਕੁਲ ਸਹੀ ਕਿਹਾ। ਥੈਂਕ ਯੂ ਭਾਈ ਕਾਨ ਸਿੰਘ ਨਾਭਾ ਨੇ ਬਹੁਤ ਵਧੀਆ ਲਿਖਤ ਲਿਖੀ ਜੀ, ਬੜਾ ਖਜ਼ਾਨਾ ਇਹਦੇ 'ਚ।
ਮਿਹਰਬਾਨੀ। ਸੋ ਔਰੰਗਜ਼ੇਬ ਨੇ ਤਾਂ ਆਪਣੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ ਗੱਦੀ ਤੇ ਬੈਠਣ ਲਈ। ਬਿਲਕੁਲ ਦਰੁਸਤ ਹੈ ਜੀ, ਸਿਆਸਤ ਦਾ ਕੋਈ ਸਕਾ ਨਹੀਂ ਹੁੰਦਾ। ਸੁਰਜੀਤ ਸਿੰਘ ਸੰਧੂ ਸਾਹਿਬ ਮਿਹਰਬਾਨੀ। ਸੁਖਦੇਵ ਸਿੰਘ ਬੈਂਸ ਤੇ ਇਸ ਦੇ ਨਾਲ ਬਾਈ ਜੀ ਮਨਜਿੰਦਰ ਸਿੰਘ ਸਤਿ ਸ਼੍ਰੀ ਅਕਾਲ। ਸੁਰਿੰਦਰ ਬਾਈ ਜੀ ਨੂੰ ਤੇ ਧੀਮੀ ਗਤੀ ਪ੍ਰੈਫਰ ਟੂ ਲਿਸਨ ਰਿਕਾਰਡਿੰਗ ਔਨ YouTube। ਨਹੀਂ ਥੈਂਕ ਯੂ ਮਨਿੰਦਰਜੀਤ ਸਿੰਘ ਮੰਡਿਆਣੀ ਤੋਂ ਬਾਈ ਜੀ, ਵੱਡੇ ਵੀਰ ਕੋਈ ਨਹੀਂ, ਥੈਂਕ ਯੂ। ਕੋਈ ਨਹੀਂ, ਧੀਮੀ ਗਤੀ ਨੂੰ ਥੋੜ੍ਹਾ ਜਿਹਾ ਫਾਸਟ ਕਰ ਲਾਂਗੇ, ਮਿਹਰਬਾਨੀ। ਅਤੇ ਕਹਿਲ ਮਨਪ੍ਰੀਤ ਸਿੰਘ ਅਤੇ ਹਰਵਿੰਦਰ ਬੰਟੀ ਅਤੇ ਪ੍ਰੋਗਰਾਮਿੰਗ ਦੀ ਟਾਈਮਿੰਗ ਭੈਣ ਜੀ ਹਰਵਿੰਦਰ ਕਹਿੰਦੇ ਠੀਕ ਹੈ, ਨਾ ਬਦਲੋ ਤਾਂ ਠੀਕ ਹੈ, ਸਭ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਅਮਰੀਕਾ ਵਾਂਗ ਘੜੀਆਂ ਦਾ ਟਾਈਮ ਬਦਲੋ, ਨਾ ਕਿ ਕੰਮ ਦਾ ਸਮਾਂ। ਅਤੇ ਉਹ ਤਾਂ ਬਹੁਤ ਸੁਸਤ ਲੱਗਦੇ ਸੀ ਧੀਮੀ ਗਤੀ ਵਾਲੇ। ਹਾਂ ਭੈਣ, ਉਹ ਇੱਦਾਂ ਹੀ ਹੁੰਦਾ ਸੀਗਾ, ਪਰ ਉਹਦਾ ਇੱਕ ਪਰਪਸ ਸੀ, ਉਦੇਸ਼ ਸੀਗਾ, ਅਤੇ ਇਸ ਕਰਕੇ ਉਹ ਵੀ ਸਮੇਂ ਦੀ ਜ਼ਰੂਰਤ ਸੀ। ਸੋ ਵਕਤ ਦੀਆਂ ਬਾਤਾਂ ਨੇ। ਸੋ ਪੰਜਾਬੀਅਤ ਨੇ ਕਿੰਨਾ ਕੁਛ ਹੰਡਾਇਆ। ਕਦੇ ਉਹ ਠੰਡੂ ਰਾਮ ਦੇ ਪ੍ਰੋਗਰਾਮ, ਦਿਹਾਤੀ ਪ੍ਰੋਗਰਾਮ, ਰੌਣਕੀ ਰਾਮ ਭਾਈਏ ਹੋਰਾਂ ਦੇ। ਸੋ ਬੜੀਆਂ ਚੀਜ਼ਾਂ ਜਿਹੜੀਆਂ ਸੀ ਉਸ ਵਕਤ ਹੁੰਦੀਆਂ ਸਨ। ਅਤੇ ਇਸ ਦੇ ਨਾਲ ਫਿਰ ਹੁਣ ਵਕਤ ਤੁਹਾਡੇ ਤੋਂ ਵਿਦਾਇਗੀ ਦਾ ਹੋ ਗਿਆ। ਅਤੇ ਕੋਈ ਸਾਂਝ ਸੁਨੇਹਾ ਮੇਰੇ ਨਾਲ ਪਾਉਣਾ ਹੋਵੇ ਤਾਂ 9876309655 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਸਵੇਰੇ ਫਿਰ ਭਾਰਤੀ ਸਮਾਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਜੁੜਾਂਗੇ। ਤਾਂ ਇਸ ਦੇ ਨਾਲ ਹੀ ਤੁਹਾਡਾ ਅਤੇ ਸਾਡਾ ਰੱਬ ਰਾਖਾ ਇੱਥੇ ਦਿਓ ਆ ਗਿਆ। ਸਾਡੇ ਸਪੋਂਸਰ ਨੇ ਬਾਈ ਜੀ ਸੁੱਖੀ ਘੁੰਮਣ, ਉਹਨਾਂ ਦਾ ਸੁਨੇਹਾ, ਅਤੇ ਉਸ ਤੋਂ ਬਾਅਦ ਧੰਨਵਾਦ। ਸਤਿ ਸ਼੍ਰੀ ਅਕਾਲ, 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 ਸਤਿ ਸ਼੍ਰੀ ਅਕਾਲ।